देखो जी ਅਸੀਂ ਇਹ ਨਹੀਂ ਆਂਦੇ ਵੀ ਮਤਲਬ ਸਾਡੇ ਨਾਲ ਹੀ ਕੋਈ ਗੱਲਬਾਤ ਆ। ਮੈਂ ਤਾਂ ਨੀਵੀਂ ਤਾਂ ਪਾਈ ਜਾਂਦਾ ਵੀ ਮਤਲਬ ਮੁੜ ਕੇ ਤੁਸੀਂ ਕਹਿਣਾ ਵੀ ਯਾਰ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਿਉਂ ਨਹੀਂ ਕਰਦੇ। ਦੇਖੋ ਅੱਖਾਂ 'ਚ ਅੱਖਾਂ ਪਾ ਕੇ ਗੱਲ ਅਸੀਂ ਹੁਣ ਕਾਹਦੀ ਕਰਨੀ ਹੈ, ਕਿਉਂਕਿ ਅੱਜ ਅਸੀਂ ਕੁਛ ਸੋਚੀਦਾ ਅਗਲੇ ਦਿਨ ਕੁਛ ਹੋਰ ਹੋ ਜਾਂਦਾ। ਇੱਕ ਦਿਨ ਸੋਚੀਦਾ ਵੀ ਉਹ ਸ਼ਾਇਦ ਆਹ ਕੰਮ ਹੋ ਜਾਵੇ, ਅਗਲੇ ਦਿਨ ਜਾਪਦਾ ਵੀ ਨਹੀਂ ਇਹ ਹੋਣਾ ਨਹੀਂ। ਅਤੇ ਜੇ ਕੋਈ ਉਹੋ ਜਿਹੀ ਗੱਲ ਕਰ ਲਈਏ ਤਾਂ ਉਹ ਸੱਚੀ ਹੋ ਜਾਂਦੀ ਹੈ। ਹੁਣ ਹੈ ਕੀ ਆ ਆਪਾਂ ਉਹ ਜ਼ਿਕਰ ਕਰਾਂਗੇ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਪ੍ਰੋਗਰਾਮ ਉਹੀ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਨਾਲ ਵੀ ਬੰਦਾ ਉਹੋ ਹੀ ਪਰਮਵੀਰ ਬਾਠ ਹੋ। ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੀ ਆ ਫਿਰ ਤੇ ਪੰਜਾਬ ਦੀ। ਨਹੀਂ ਤੁਹਾਡੀ ਹੋਊਗੀ, ਸਾਡੀ ਤਾਂ ਨਹੀਂ। ਨਹੀਂ ਤੁਹਾਡੇ ਅਸੀਂ ਕਰਾ ਦੇਣੇ ਵੀਰ ਨੂੰ, ਮੁੜ ਕੇ 5 ਸਾਲ ਲੱਭਦੇ ਫਿਰ। ਇਹ ਕਹਿੰਦਾ ਵੀ ਉਹ ਕਹਿੰਦਾ ਤੂੰ ਫਿਰ ਹੁਣ ਫੜ ਲਈ ਪੂਛ, ਕਹਿੰਦਾ ਪੂਛ ਦਾ ਵਾਲ ਵੀ ਨਹੀਂ ਲੱਭਣਾ, ਪੂਛ ਤਾਂ ਦੂਰ ਰਹਿ ਗਈ। ਨਹੀਂ ਗੱਲ ਤਾਂ ਸੰਧਾਲੀਆ ਸਾਹਿਬ ਠੀਕ ਹੈ, ਪਰ ਮਸਲਾ ਪਤਾ ਕੀ ਆ, ਜ਼ਿੰਦਗੀ 'ਚ ਜੋ ਮਰਜ਼ੀ ਹੋਵੇ ਕਦੀ ਭੁਲੇਖਾ ਨਾ ਹੋਵੇ। ਨਹੀਂ ਸਾਨੂੰ ਕੋਈ ਨਹੀਂ ਹੈਗਾ, ਤੁਹਾਨੂੰ ਸੀਗਾ ਉਹ ਕੱਢਣਾ ਵੀ। ਮੈਂ ਤੁਹਾਨੂੰ ਦੱਸਣ ਲੱਗਾ ਨਾ, ਅੱਗੇ ਤੁਹਾਨੂੰ ਹੁੰਦਾ ਸੀ ਕਿ ਤੁਸੀਂ 2 ਬੰਦੇ ਬਾਹਰ ਬਿਠਾ ਲਏ ਹੁੰਦੇ ਸੀ। ਪਿੰਡਾਂ ਦੇ ਲੋਕ ਇਕੱਲੇ ਜਾਂਦੇ ਸੀ, 2 ਚਲ ਗਏ 3 ਚਲ ਗਏ, ਅਤੇ ਬਾਹਰੋਂ ਜਿਹੜਾ ਤੁਸੀਂ ਗਨਮੈਨ ਰੱਖਿਆ ਹੋਣਾ ਉਹਨੂੰ ਉੱਪਰੋਂ ਹੀ ਸੁਨੇਹਾ ਦਿੱਤਾ ਹੁੰਦਾ, ਕਹਦੇ ਅੱਜ ਸਾਫ਼ ਕਰੇ ਨੂੰ ਕਹਿਣਾ ਚਲੋ ਹੈ ਨਹੀਂ ਕਰੇ। ਅੱਗੇ ਜਾਂਦੇ ਸੀ ਲੋਕ ਤਾਂ ਮੁੜੇ ਆਉਂਦੇ ਸੀ। ਹੁਣ 5-7 ਮਿੰਟਾਂ ਦੇ ਇਕੱਠੇ ਹੋ ਕੇ ਜਾਂਦੇ ਆ, ਚਾਹੇ ਸਾਈਕਲ 'ਤੇ ਜਾਣ, ਅਤੇ ਉਹਨਾਂ ਨੇ ਪਿੱਛੇ ਦਰੀ ਰੱਖੀ ਹੁੰਦੀ ਆ। ਜੇ ਹੈ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਹੈ ਨਹੀਂ ਕਿਹੜਾ ਫਿਰ ਕਿਸੇ ਨੇ ਆਉਣਾ ਜਾਣਾ, ਬਾਹਰ ਮੂਹਰੇ ਵਿਛਾਓ ਫਿਰ ਦਰੀ। ਉਹ ਫਿਰ ਆਪੇ ਹੀ ਹੌਲੀ ਦੇਣੀ ਬਾਹਰ ਨਿਕਲ ਕਹਿੰਦੇ ਯਾਰ ਚਾਹ ਵੀ ਪਿਲਾਓ, ਉਹ ਯਾਰ ਠੰਡੇ ਵੀ ਲੈ ਕੇ ਆਓ। ਹਾਂਜੀ ਦੱਸੋ ਗੱਲ ਕੀ, ਮੈਂ ਤਾਂ ਤੁਹਾਡੇ ਨਾਲ ਪਾਰਟੀ ਪੂਲਟੀ ਬਾਅਦ 'ਚ ਆ। ਫਿਰ ਤੁਹਾਡੇ ਵਰਗੇ ਬੰਦੇ ਤੁਰੇ ਫਿਰਦੇ ਹੁੰਦੇ, ਦੌੜੇ ਹੀ ਫਿਰਦੇ ਹੁੰਦੇ ਮੂਹਰੇ ਕਿ ਇੱਦਾਂ ਦੀ ਗੱਲ ਕੋਈ ਨਹੀਂ, ਜੇ ਮੈਨੂੰ ਪਾਰਟੀ ਤੋਂ ਬਾਹਰ ਹੋ ਕੇ ਵੀ ਤੁਹਾਡੇ ਕੰਮ ਕਰਨੇ ਪਏ ਮੈਂ ਕਰੂੰਗਾ। ਇਸ ਕਰਕੇ ਐਵੇਂ ਚਿੱਤ ਤੁਹਾਡਾ ਫਿਕਾਊ ਮਾਊ ਕਰਦਾ ਹੁੰਦਾ। ਫਿਰ ਤੁਸੀਂ ਕਹਿੰਦੇ ਹੁੰਦੇ ਸਾਡੇ ਵੀ ਲੋਕਤੰਤਰੀ ਹੱਕ ਆ, ਦਰਵਾਜ਼ੇ ਦੇ ਅੰਦਰ ਕਿਉਂ ਬੜੇ ਜੀ, ਐਂ ਕਿਉਂ ਬੜੇ ਜੀ, ਨਿੱਕੇ ਨਿਆਣੇ ਸੀ ਜੀ, ਫਲਾਨੇ ਸੀ ਜੀ। ਇਸ ਕਰਕੇ ਥੋੜ੍ਹਾ ਜਿਹਾ ਸਹਿਜ ਨਾ ਹੈ। ਇੱਕ ਉਹਦਾ ਵਹਿਮ, ਜਦੋਂ ਤੁਸੀਂ ਮੈਨੂੰ ਕਹਿੰਦੇ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ, ਮੈਂ ਤੁਹਾਨੂੰ ਕਹਿੰਦਾ ਵਹਿਮ ਨਹੀਂ ਹੋਣਾ ਚਾਹੀਦਾ। ਪਤਾ ਕਿਉਂ? ਉਦੋਂ ਸਾਨੂੰ ਦੀਦਾ ਹੈ ਵੀ ਯਾਰ ਇਲੈਕਸ਼ਨਾਂ ਸਿਰ 'ਤੇ ਆ, ਠੀਕ ਹੈ, ਕੱਲ੍ਹ ਨੂੰ ਇਹਨਾਂ ਬੰਦਿਆਂ ਕੇ ਹੱਥ ਜੋੜਨੇ ਪੈਣੇ ਆ, ਇੱਧਰ ਉੱਧਰ ਗਲੀਆਂ 'ਚੋਂ ਨਿੱਕੇ ਨਿਆਣੇ ਚੁੱਕ ਕੇ ਖਿਡਾਉਣੇ ਪੈਣੇ ਆ, ਹੈ ਨਾ। ਆਪਣੇ ਬਾਪੂ ਦੇ ਕਦੀ ਪੈਰੀਂ ਹੱਥ ਲਾਇਆ ਨਾ ਹੋਵੇ, ਪਿੰਡ 'ਚ ਪਤਾ ਨਹੀਂ ਕਿੰਨੇ ਲਾਉਣਾ ਪੈਂਦਾ, ਸ਼ਾਮ ਨੂੰ ਆਇਓਡੈਕਸ ਮਾਰਨੀ ਪੈਂਦੀ ਲੱਕ 'ਤੇ, ਇੰਨਾ ਮਤਲਬ ਝੁਕਣਾ ਪੈਂਦਾ। ਜਦੋਂ ਇਲੈਕਸ਼ਨਾਂ ਹੋ ਗਈਆਂ ਪਤਾ 5 ਸਾਲ ਕਿੰਨੇ ਪੁੱਛਣ। ਫਿਰ ਅਸੀਂ ਰੱਖ ਲੈਂਦੇ ਇੱਕ ਮਹਿਲ ਵੱਡਾ ਸਾਰਾ, ਦੂਰ ਕਿਤੇ ਪਾਇਆ ਹੁੰਦਾ, ਉੱਧਰ ਨੂੰ ਬੱਸ ਵੀ ਨਹੀਂ ਜਾਂਦੀ ਸਿੱਧੀ ਕਿਤੇ, ਉੱਥੇ ਰਹੀਦਾ। ਫਿਰ ਉੱਥੇ ਫਿਰ ਜਜਾਰੇ ਲਈਦੇ 4.5 ਸਾਲ। ਉਦੋਂ ਬਾਅਦ ਫਿਰ ਆ ਜਾਵਾਂਗੇ, ਕੀ ਫਰਕ ਪੈਂਦਾ? ਨਹੀਂ ਇਸ ਗੱਲ ਨੇ ਤੁਹਾਡੀ ਨੇ ਮੈਨੂੰ ਕੀਲ ਲਿਆ, ਕਿਉਂਕਿ ਜਦੋਂ ਤੁਸੀਂ ਮਹਿਲ 'ਚ ਬਹਿ ਜਾਂਦੇ ਹੋ ਨਾ, ਪਹਿਲਾਂ ਤੁਹਾਡੇ ਕੋਲ 77 MLA ਹੁੰਦੇ ਆ, ਮੁੜ ਕੇ ਟਿਕਟਾਂ ਵੀ 28 ਮਿਲਦੀਆਂ। ਉਹਦੇ ਨਾਲ ਨਹੀਂ ਫਰਕ ਪੈਂਦਾ। ਨਹੀਂ ਤੁਹਾਨੂੰ ਨਹੀਂ ਨਾ ਪੈਂਦਾ, ਜਿਹਨਾਂ ਨੂੰ ਮਿਲੀਆਂ ਉਹਨਾਂ ਨੂੰ ਪੈਂਦਾ। ਗੱਲ ਹੀ ਨਹੀਂ। ਦੇਖੋ ਕਾਰਨ ਪਤਾ ਕੀ ਹੁੰਦੀ ਆ, ਅੱਜ ਵੀ ਅਸੀਂ ਹੈਗੇ ਆ ਨਾ, ਵੱਡੀ ਹਰੀ ਪਾਰਟੀ ਨਾਲ ਖੜਦੀ ਨਾ ਸਾਡੇ, ਕਿੱਥੋਂ ਬਿਆਨ ਗੁਆਂਢੀ ਦੇਸ਼ਾਂ ਤੋਂ ਵੀ ਆਉਂਦੇ ਨੇ ਨਾ ਹੱਕ 'ਚ। ਨਹੀਂ ਫਾਈਟਰ ਦੱਸਿਆ ਜਾਂਦਾ ਨਾ, ਇਹ ਤੁਹਾਡੀ ਹਿੰਮਤ ਆ। ਫਿਰ ਉਹੀ ਗੱਲ ਹਿੰਮਤ ਆ, ਫਿਰ ਗੱਲ ਹੋਈ ਨਾ ਵੀ ਮੈਂ ਤਾਂ ਆਖਿਆ ਵੀ ਹੁਣ ਉਹ ਗੱਲਾਂ ਪੁਰਾਣੀਆਂ ਹੋ ਗਈਆਂ WhatsApp। ਪਰ ਚਲੋ ਆਪਾਂ ਹੁਣ ਐਵੇਂ ਕੱਲ੍ਹ ਹੀ ਇੱਕ ਦੂਜੇ ਦੋਵੇਂ ਭਰਾ, ਆਪਾਂ ਨੂੰ ਕੁਛ ਨਹੀਂ ਮਿਲਣਾ ਵੀਰ, ਐਵੇਂ ਕੱਪ ਮਾਰ ਸਿਰ ਪਾੜਾਂਗੇ ਇੱਕ ਦੂਜੇ ਦਾ, ਕੋਈ ਫਾਇਦਾ। ਮੈਂ ਤਾਂ ਨਹੀਂ ਕੱਪ ਮਾਰਾਂਗਾ, ਕਿਉਂਕਿ ਮੈਂ ਪਾਣੀ ਪਾਇਆ ਹੀ ਵਿੱਚ। ਅੱਛਾ, ਪਾਣੀ ਡੋਲਣਾ, ਕੱਪ ਟੁੱਟ ਜਾਵੇ ਤਾਂ ਵੀ ਕੋਈ ਨਹੀਂ। ਚਲੋ ਸੰਧਾਲੀਆ ਸਾਹਿਬ, ਆਪਾਂ ਭੋਰਾ ਅਗਲੇ ਪਾਸੇ ਨੂੰ ਤੁਰਦੇ ਆ। ਕਹਿੰਦੇ ਆ ਤੇ ਮੈਂ ਜਿਹੜੀ ਸ਼ੁਰੂ ਵਾਲੀ ਗੱਲ ਕੀਤੀ ਉਹ ਤੋਂ ਮੈਂ ਤਾਂ ਗੱਲ ਕੀਤੀ, ਮੇਰਾ ਖਿਆਲ 3 ਦਿਨ ਪਹਿਲਾਂ ਕਹਿੰਦੇ ਵੀ ਇੱਕ ਗੱਲ ਧੁਖਦੀ ਜੀ ਪੈਰੋਲ ਵਾਲੀ। ਉਦੋਂ ਬਾਅਦ ਆਪਾਂ ਬਹੁਤੀ ਕੀਤੀ ਨਹੀਂ ਵੀ ਉਦੋਂ ਹੋ ਜੂ, ਫਿਰ ਦੱਸ ਦਾਂਗੇ। ਫਿਰ ਜਦੋਂ ਪਟਾਕਾ ਜਿਹਾ ਪਿਆ ਉਦੋਂ ਯਾਰ ਇਹ ਕਿੱਦਾਂ ਹੋ ਗਈ ਗੱਲ, ਇਹ ਕੈਸੇ ਹੋ ਗਿਆ, ਹੈ ਨਾ। ਫਿਰ ਚਲੋ ਮੈਂ ਤਾਂ ਕਿਹਾ ਵੀ ਆਪਾਂ ਹੁਣ ਨਾ ਕੋਈ ਗੱਲ ਕਿਹਾ ਹੀ ਨਹੀਂ ਕਰਨੀ। ਮੁੜ ਕੇ ਕਈ ਬੰਦੇ ਫੋਨ ਕਰਕੇ ਕਹਿੰਦੇ ਯਾਰ ਤੁਹਾਡੇ ਪਤਾ ਨਹੀਂ ਬੱਤੀ ਦਾ ਆਉਂਦਾ ਜਿਹੜੀ ਗੱਲ ਕਹਿੰਦੇ। ਨਹੀਂ ਬਾਹਰੋਂ ਤਾਂ ਨਹੀਂ ਲੱਗਦਾ, ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਤੁਸੀਂ 2 ਕਢਾਏ ਆ। ਚਲੋ ਸੰਧਾਲੀਆ ਸਾਹਿਬ ਗੱਲ ਕੀ ਆ? ਇਹਨੇ ਗੱਲ ਤੇ ਉਹ ਆ ਵੀ ਇਹ ਨਹੀਂ ਫਰਕ ਪੈਂਦਾ ਹੁੰਦਾ ਵੀ ਉਹ 32 ਹੈ 34 ਹੈ। ਵੀ ਹੁਣ ਤੇ ਕਾਰਨ ਹੈ, ਹੁਣ ਕਈ ਬਜ਼ੁਰਗ ਹੋ ਜਾਂਦੇ ਤੋਂ ਬਾਅਦ ਪੀੜ ਵੀ ਅਗਲਾ ਕਹਿੰਦਾ ਵੀ ਡਾਕਟਰ ਨੂੰ ਕਹਿ ਕੇ 32 ਵਾਲਾ ਲਵਾਇਆ ਪੂਰਾ, ਹੈ ਨਾ। ਉਹ ਕਹਿੰਦੇ ਬਾਪੂ ਜੀ ਉਹਦੇ ਨਾਲ ਨਹੀਂ ਫਰਕ ਪੈਂਦਾ, ਉਹ ਭਾਵੇਂ ਤੁਸੀਂ 34 ਕਰਾ ਲਓ, ਉਹ ਜਿਹੜੀ ਕਿਤੇ ਲਿਖਤ ਲਿਖੀ ਹੈ ਨਾ ਪੁਰਾਣੀ, ਉਹਦੇ ਹਿਸਾਬ ਨਾਲ ਚੱਲਣਾ। ਨਹੀਂ ਠੀਕ ਹੈ ਸੰਧਾਲੀਆ ਸਾਹਿਬ। ਦੇਖੋ ਗੁਰਮੀਤ ਰਾਮ ਰਹੀਮ, ਡੇਰਾ ਸੱਚਾ ਸੌਦਾ ਵਾਲੇ ਮੁਖੀਆ, ਹਾਂ, ਉਹਨਾਂ ਨੂੰ ਪੈਰੋਲ ਮਿਲੀ ਆ 21 ਦਿਨਾਂ ਦੀ, ਜਾਣੀ ਕਿ ਉਹ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ 2 ਹਫ਼ਤੇ ਪਹਿਲਾਂ ਹੁਣ ਜੇਲੋਂ ਬਾਹਰ ਆ ਗਿਆ। 1 ਹਫ਼ਤਾ ਬਾਅਦ ਤੱਕ, ਚੋਣਾਂ 'ਚ ਵੋਟਾਂ ਪੈਣ ਤੋਂ 1 ਹਫ਼ਤਾ ਬਾਅਦ ਤੱਕ ਉਹ ਬਾਹਰ ਰਹਿਣਗੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਉਹਨੇ ਆਣ ਕੇ ਖਰੇ ਰੈਲੀਆਂ ਕਰਨ ਲੱਗ ਪੈਣਾ, ਉਹਨੇ ਖਰੇ ਪੰਜਾਬ 'ਚ ਆ ਕੇ ਵਾਹੋ ਦਾ ਹੀ ਭੱਜੇ ਫਿਰਨਾ। ਨਾ, ਉਹ ਤਾਂ ਡੇਰੇ ਸਿਰਸੇ ਵੀ ਨਹੀਂ ਜਾ ਸਕਦਾ। ਗੁਰੂਗ੍ਰਾਮ ਜਾਣੀ ਕਿ ਗੁੜਗਾਉਂ ਮੇਰਾ ਖਿਆਲ, ਉੱਥੇ ਜਿਹੜਾ ਉਹਦਾ ਡੇਰਾ ਹੈ, ਡੇਰੇ ਦੇ ਅੰਦਰ ਘਰ ਹੈ, ਉਹਨੂੰ ਉੱਥੇ ਰਹਿਣਾ ਪੈਣਾ। ਪੁਲਿਸ ਵਾਲਿਆਂ ਦਾ ਬਾਹਰ ਪਹਿਰਾ ਹੋਊਗਾ। ਖਾਵੇ ਪੀਵੇ ਜੋ ਮਰਜ਼ੀ, ਮਿਲੇ ਗਿਲੇ ਜਿਹਨੂੰ ਮਰਜ਼ੀ, ਇਹਦੇ ਵਿੱਚ ਕੋਈ ਦੂਰ ਆਈ ਨਹੀਂ। ਅਚਾਨਕ ਚਰਚਾ ਚੱਲ ਪਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕਿਹਾ, ਕਹਿੰਦੇ ਆ ਗਲਤ ਗੱਲ ਹੈ, ਉਹਦੀ ਪੈਰੋਲ ਰੱਦ ਹੋਣੀ ਚਾਹੀਦੀ ਹੈ।
ਇਹਦੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਕਿਹਾ, ਕਹਿੰਦੇ ਬਿਲਕੁਲ ਗਲਤ ਗੱਲ ਹੈ, ਉਹ ਬੰਦਾ ਇੰਨੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ, ਪੈਰੋਲ ਰੱਦ ਹੋਣੀ ਚਾਹੀਦੀ ਹੈ। ਹੁਣ ਜਦੋਂ 2 ਬਿਆਨ ਆ ਗਏ ਤੇ ਨਾਲ ਹੀ ਫਿਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ, ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਸਜ਼ਾ ਯਾਫਤਾ ਹੁੰਦਾ ਹੈ, ਜਦੋਂ 3 ਸਾਲ ਦੀ ਕੈਦ ਪੂਰੀ ਕਰ ਲੈਂਦਾ ਤਾਂ ਨਿਯਮ ਹੈ ਕਿ ਉਹ ਅਰਜ਼ੀ ਦੇ ਸਕਦਾ ਪੈਰੋਲ ਦੀ, ਤੇ ਨਿਯਮ ਨੇ, ਕੁਝ ਕਾਇਦੇ ਨੇ, ਕੁਝ ਕਾਨੂੰਨ ਨੇ, ਉਹਨਾਂ ਦੇ ਮੁਤਾਬਕ ਜੇ ਅਧਿਕਾਰੀਆਂ ਨੂੰ ਲੱਗੇ ਕਾਨੂੰਨ ਦੇ ਮੁਤਾਬਕ ਤਾਂ ਪੈਰੋਲ ਦੇ ਸਕਦੇ ਆ, ਰੱਦ ਵੀ ਕਰ ਸਕਦੇ। ਕਹਿੰਦੇ ਪਹਿਲਾਂ 6 ਵਾਰੀ ਰੱਦ ਵੀ ਤਾਂ ਹੋਈ ਹੈ। ਇਹਦਾ ਇਲੈਕਸ਼ਨ ਦੇ ਨਾਲ ਸੰਬੰਧ ਕੋਈ ਨਹੀਂ, ਇਹ ਵੈਸੇ ਹੀ ਕਹਿੰਦੇ ਪਤਾ ਨਹੀਂ ਕਿੱਦਾਂ ਇਹ ਟਾਈਮਿੰਗ 'ਚ ਰਲ ਗਈ, ਬਾਕੀ ਨਹੀਂ ਕੋਈ ਗੱਲ ਹੈਗੀ। ਨਹੀਂ ਉਹ ਦੇਖੋ ਬੰਦੇ ਹੁਣ ਸਿਆਣੇ ਨੇ ਯਾਰ, ਸੂਬੇ ਦੇ ਦੂਜੀ ਵਾਰ ਦੇ ਮੁੱਖ ਮੰਤਰੀ ਨੇ, ਅਗਲੇ ਝੂਠ ਥੋੜਾ ਮਾਰਦੇ ਹੋਣਗੇ। ਉਹ ਗੱਲ ਵੱਖਰੀ ਹੈ ਵੀ ਚਲੋ ਜੇ 3 ਸਾਲ ਬਾਅਦ ਮਿਲ ਸਕਦੀ ਹੈ, ਤੇ ਹੁਣ 3 ਸਾਲ ਤੋਂ ਵੀ ਉੱਤੇ 1.5 ਸਾਲ ਹੋ ਗਿਆ, ਮੋਟਾ 4.5 ਸਾਲ ਹੋ ਗਏ ਬਾਬੇ ਨੂੰ ਅੰਦਰ। ਤੇ ਧਾਮੀ ਸਾਹਿਬ ਵੀ ਜਿਹੜੇ SGPC ਵਾਲੇ ਪ੍ਰਧਾਨ, ਉਹ ਵੀ ਤੇ ਇਹੋ ਹੀ ਰੋਂਦੇ, ਉਹ ਕਹਿੰਦੇ ਵੀ 1.5 ਮਹੀਨਾ ਪਹਿਲਾਂ ਜੇ SIT ਵਾਲੇ ਪੁੱਛਦੇ ਫਿਰਦੇ ਵੀ ਮਹਾਰਾਜ ਸਾਨੂੰ ਬਾਬਾ ਜੀ 1 ਦਿਨ ਦੇ ਦਿਓ ਬਸ, ਉਹ ਕਹਿੰਦੇ ਕਰਨਾ 1 ਦਿਨ ਚਾਹੀਦੇ ਨੇ ਬਸ, ਅਸੀਂ ਕੁਝ ਪੁੱਛਣਾ ਹੈ। ਕਹਿੰਦੇ ਵੀ ਉਦੋਂ ਤੁਹਾਡਾ ਪ੍ਰਸ਼ਾਸਨ ਵੀ, ਸਰਕਾਰ ਵੀ ਇਹ ਕਹਿੰਦੀ ਵੀ ਨਾ 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 ਨਾ, ਉਹ ਬਾਬਾ ਜੀ ਉਹ ਤੇ ਬਾਹਰ ਆ ਹੀ ਨਹੀਂ ਸਕਦੇ, ਅਮਨ ਕਾਨੂੰਨ ਦੀ ਸਥਿਤੀ ਖਰਾਬ, ਬਹੁਤ ਪੰਗਾ ਪੈ ਜਾਣਾ। ਤੇ ਕਹਿੰਦੇ ਵੀ ਉਦੋਂ ਅਮਨ ਕਾਨੂੰਨ ਦਾ ਪੰਗਾ ਸੀਗਾ, SIT ਨੂੰ ਤੁਸੀਂ ਕਹਿੰਦੇ ਵੀ ਨਾ ਜੇ ਪੁੱਛਣਾ ਤੇ ਭਾਈ ਜੇਲ੍ਹ 'ਚ ਜਾ ਕੇ ਪੁੱਛ ਲਓ। ਹੁਣ ਅਚਾਨਕ ਐਸਾ ਕਿਹੜਾ ਤੁਸੀਂ ਪ੍ਰਬੰਧ ਕਰ ਲਿਆ ਵੀ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ ਹੀ ਨਹੀਂਗਾ। ਹੁਣ ਦੇਖੋ ਸਾਰਿਆਂ ਨੂੰ ਹੱਕ ਹੈ ਬਾਟ ਸਾਹਿਬ ਆਪੋ ਆਪਣੀ ਗੱਲ ਕਰਦਾ। ਹੁਣ ਅੰਸ਼ੁਲ ਛਤਰਪਤੀ, ਉਹ ਰਾਮਚੰਦਰ ਛਤਰਪਤੀ ਹੋਰਾਂ ਦੇ ਪੁੱਤਰ, ਉਹ ਵੀ ਤਾਂ ਕਹਿੰਦੇ ਨੇ ਵੀ ਮੈਂ ਹਾਈ ਕੋਰਟ ਜਾਣਾ, ਕਿਉਂਕਿ ਅਕੋਰਡਿੰਗ ਟੂ ਅੰਸ਼ੁਲ ਛਤਰਪਤੀ ਸਾਹਿਬ, ਉਹ ਕਹਿੰਦੇ ਵੀ ਇਹਦੇ 'ਚ ਗੰਦੀ ਸਿਆਸਤ, ਉਹਨੇ ਸ਼ਬਦ ਵਰਤਿਆ ਗੰਦੀ ਸਿਆਸਤ, ਤੇ ਇਹ ਨਹੀਂ ਸੀ ਹੋਣੀ ਚਾਹੀਦੀ। ਉਹ ਕਹਿੰਦੇ ਵੀ ਇੱਕ ਤਰ੍ਹਾਂ ਦੀ ਇਹ ਛੇੜ ਛਿੜ ਜਾਣੀ ਆ, ਤੇ ਜੇ ਇਹ ਛੇੜ ਛਿੜ ਗਈ ਤੇ ਗਾਂਹ ਵੀ ਤੰਗ ਕਰੂਗੀ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਇਹਦੀ ਇਨਸਾਫ ਲੈਣਾ, ਉਹਨਾਂ ਉਹ ਵੀ ਜ਼ਿਕਰ ਕੀਤਾ ਵੀ ਕੇਸ ਅਜੇ ਕਈ ਚੱਲਦੇ ਵੀ ਆ। ਹੁਣ ਦੇਖੋ ਹਾਈ ਕੋਰਟ ਦੇ ਵਿੱਚ ਅਰਜ਼ੀ ਦਿੰਦੇ ਆ, ਉਹਦਾ ਕੁਝ ਬਣਦਾ ਨਹੀਂ ਬਣਦਾ, ਪਰ ਕੋਸ਼ਿਸ਼ ਤੇ ਹੈ। ਦੇਖੋ ਸੰਧਾਲੀਆ ਸਾਹਿਬ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨਾ ਬਹੁਤ ਅਹਿਮ ਵੀ ਹੈ ਤੇ ਵਿਸ਼ੇਸ਼ ਵੀ ਹੈ। ਐਤਕੀ ਕੋਈ ਵੀ ਬੰਦਾ ਇਹ ਨਾ ਸਮਝੇ ਕਿ ਕਹਾਣੀ ਕਿੱਧਰ ਜਾਈ ਜਾਂਦੀ ਆ। ਅਸੀਂ ਬਹੁਤੀ ਵਾਰੀ ਪਿਛਲੇ ਸਮੇਂ ਨੂੰ ਭੁੱਲ ਜਾਂਦੇ ਹਾਂ। ਐਤਕੀ ਦੌੜ ਲੱਗੀ ਹੋਈ ਆ ਕਿ ਚੋਣਾਂ ਜਿੱਤੀਏ। ਰਾਮਚੰਦਰ ਛਤਰਪਤੀ ਵਾਲੇ ਕੇਸ ਦਾ ਇਹਦੇ ਨਾਲ ਸੰਬੰਧ ਹੈਗਾ ਕਿ ਨਹੀਂ ਹੈਗਾ, ਅਸੀਂ ਨਹੀਂ ਕਹਿੰਦੇ। ਐਤਕੀ ਕੋਈ ਪਤਾ ਨਹੀਂ ਲੱਗਾ ਕਿਹਨੇ ਗੱਠਜੋੜ ਕਿਹਦੇ ਨਾਲੋਂ ਤੋੜ ਲਿਆ, ਕਿਹਦਾ ਗੱਠਜੋੜ ਹੁੰਦਾ ਰਹਿ ਗਿਆ। ਬਾਅਦ ਵਿੱਚ ਕਿਹੜੀ ਪਾਰਟੀ ਛੱਡ ਕੇ ਬੰਦੇ ਕਿਹੜੀ ਪਾਰਟੀ ਦੇ ਵਿੱਚ ਚਲੇ ਗਏ। ਅੱਜ ਜਿਹੜੀ ਪਾਰਟੀ ਮਾੜੀ ਸੀ ਕੱਲ੍ਹ ਨੂੰ ਦੁੱਧ ਧੋਤੀ ਹੋ ਗਈ। ਉਹਦੇ ਤੋਂ ਬਾਅਦ 3 ਧਿਰਾਂ ਦਾ ਗੱਠਜੋੜ ਹੋਇਆ। ਤੁਸੀਂ ਇੱਕ ਗੱਲ ਤਾਂ ਮੰਨੋਗੇ ਹੀ ਕਿ ਜਿਸ ਤਰੀਕੇ ਦੇ ਨਾਲ ਪਿਛਲੇ 1.5-2 ਮਹੀਨਿਆਂ ਤੋਂ ਡੇਰਾ ਸਿਰਸਾ ਦੇ ਜਿਹੜੇ ਪੰਜਾਬ ਵਾਲੇ ਡੇਰੇ ਨੇ, ਕਿਉਂਕਿ 300 ਡੇਰੇ ਆ ਪੰਜਾਬ 'ਚ, ਉਹਨਾਂ ਦੇ ਛੋਟੇ ਛੋਟੇ ਬ੍ਰਾਂਚਾਂ ਜਿਨ੍ਹਾਂ ਨੂੰ ਕਹੀਦਾ, ਉਹਨਾਂ ਦੇ ਦਰਵਾਜ਼ੇ ਖੁੱਲ੍ਹਣ ਲੱਗ ਪਏ ਸੀ, ਸਾਫ਼ ਸਫਾਈ ਹੋ ਗਈ ਸੀ, ਐਤਵਾਰ ਨੂੰ ਰੌਣਕਾਂ ਲੱਗਣ ਲੱਗ ਪਈਆਂ ਸੀ। ਹੁਣ ਇੱਕ ਬੰਦਾ ਜੇ ਪੈਰੋਲ ਦੇ ਉੱਤੇ ਆ ਹੀ ਗਿਆ, ਕੋਈ ਬੰਦਾ ਸੋਚਦਾ ਯਾਰ ਤਾਂ ਕੀ ਹੋਇਆ, ਤਾਂ ਨਹੀਂ ਹੋਇਆ, ਕਿਉਂਕਿ ਇੱਕੋ ਇੱਕ ਡੇਰਾ ਨਾਰਥ ਇੰਡੀਆ ਦਾ ਜਿਹਦਾ ਪੋਲੀਟੀਕਲ ਵਿੰਗ ਹੈ, ਜਿਹੜਾ 2002 'ਚ ਵੀ, 7 'ਚ ਵੀ, 12 'ਚ ਵੀ, 17 'ਚ ਵੀ 4 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਡੇਰਾ ਨਿੱਠ ਕੇ ਫੈਸਲਾ ਕਰਦਾ ਰਿਹਾ ਕਿ ਅਸੀਂ ਇਹਦੇ ਹੱਕ 'ਚ ਭੁਗਤਣਾ ਤੇ ਇਹਦੇ ਵਿਰੋਧ 'ਚ ਭੁਗਤਣਾ। ਤੇ ਜਦੋਂ ਹੱਕ 'ਚ ਭੁਗਤਣ ਦਾ ਉਹ ਫੈਸਲਾ ਕਰਦਾ ਰਿਹਾ, ਸਿਆਸੀ ਵਿੰਗ ਅੱਜ ਵੀ ਹੈਗਾ, ਉੱਥੇ ਸਿਆਸੀ ਲੀਡਰ ਜਾਂਦੇ ਵੀ ਹੈ, ਰੌਣਕਾਂ ਉਹਨਾਂ ਦੇ ਲੱਗਦੀਆਂ। ਸੋ ਮੰਨਿਆ ਜਾ ਰਿਹਾ ਕਿ ਜੇ ਗੁਰਮੀਤ ਰਾਮ ਰਹੀਮ ਹੋਰਾਂ ਨੇ ਅੰਦਰ ਬੈਠ ਕੇ ਜਾਂ ਬਾਹਰ ਬੈਠ ਕੇ ਇਸ਼ਾਰਾ ਕਰ ਦਿੱਤਾ, ਜਿੱਦਾਂ ਦਾ ਇਸ਼ਾਰਾ ਉਹਨਾਂ ਨੇ ਪਹਿਲੀ ਵਾਰ ਨਹੀਂ ਕਰਨਾ, ਤਾਂ ਫਿਰ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਪਟਿਆਲਾ, ਮੋਗਾ, ਮਾਨਸਾ, ਅਬੋਹਰ, ਫਿਰੋਜ਼ਪੁਰ ਸਮੇਤ ਬਹੁਤ ਸਾਰੇ ਜ਼ਿਲ੍ਹਿਆਂ ਦੀਆਂ 30, 35, 40 ਵਿਧਾਨ ਸਭਾ ਸੀਟਾਂ ਐਸੀਆਂ ਨੇ ਜਿੱਥੇ ਜਿਤਾਉਣ ਜੋਗੇ ਪੈਰੋਕਾਰ ਨਹੀਂ ਹੈਗੇ ਉਹਨਾਂ ਦੇ, ਪਰ ਜਿੱਤ ਹਾਰ ਨਿਰਧਾਰਿਤ ਕਰਨ ਜੋਗੇ ਪੈਰੋਕਾਰ ਹੋ ਸਕਦੇ ਆ। ਕਿਉਂਕਿ ਜਦੋਂ 5-5, 6-6 ਕੋਣਾ ਮੁਕਾਬਲਾ, ਤੇ ਐਤਕੀ ਉਮੀਦ ਹੈ ਕਿ 1000 ਤੋਂ ਲੈ ਕੇ 5000 ਦੇ ਵਿਚਾਲੇ ਬਹੁਤ ਸਾਰੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ ਜਿੱਤ ਹਾਰ ਦਾ ਮਾਰਜਨ ਇੰਨਾ ਕੁ ਰਹਿਣਾ, ਤਾਂ ਉੱਥੇ ਜੇ 2-2.5% ਵੀ ਕਿਸੇ ਵਿਧਾਨ ਸਭਾ ਹਲਕੇ ਦੇ ਵਿੱਚ ਉਹਨਾਂ ਦੇ ਪੈਰੋਕਾਰ ਹੋਏ, ਤਾਂ ਫਿਰ ਕਿਸੇ ਦੀ ਉਤਲੀ ਹੇਠਾਂ ਤੇ ਕਿਸੇ ਦੀ ਹੇਠਲੀ ਉੱਤੇ ਹੋ ਜੂ। ਹਾਂਜੀ, ਗੱਲ ਕਲੀਅਰ ਹੈ। ਤੁਸੀਂ ਦੇਖੋ ਵੀ ਲਗਭਗ ਅੱਧਾ ਪੌਣਾ ਮਾਲਵਾ ਜੀ ਜਿਹਦੇ ਤੇ ਅਸਰ ਪੈਣਾ ਇਸ ਚੀਜ਼ ਦਾ, ਤੇ ਹੁਣ ਉਹ ਤਾਂ ਕਹਿੰਦੇ ਵਿੱਚ ਵਿੱਚ ਯੂਪੀ ਤੇ ਵੀ ਅਸਰ ਪੈਣਾ, ਇਹ ਤਾਂ ਹੁਣ ਹਿਸਾਬ ਤਾਂ ਚਲੋ ਕੈਲਕੂਲੇਸ਼ਨ ਅਗਲੇ ਜਾਣਨ। ਪਰ ਇੱਕ ਚੀਜ਼ ਆ, ਦੇਖੋ ਜਿਹੜਾ ਉਹਨਾਂ ਦੇ ਪ੍ਰੇਮੀ ਸ਼ਬਦ ਹੀ ਵਰਤਦੇ ਨੇ ਨਾ ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਉਹਨਾਂ ਦੇ ਵਿੱਚ ਕਿੰਨਾ ਇਸ ਚੀਜ਼ ਨੂੰ ਲੈ ਕੇ ਉਤਸ਼ਾਹ ਸੀ। ਉਹ ਕਹਿੰਦੇ ਵੀ ਲੱਡੂ ਵੀ ਵੰਡੇ ਗਏ, ਪਟਾਕੇ ਵੀ ਚੱਲੇ, ਵੀ ਪਿਤਾ ਜੀ ਬਾਹਰ ਆ ਗਏ। ਫਿਰ ਉੱਧਰੋਂ ਡੇਰੇ ਵਾਲੇ ਪਾਸਿਓਂ ਚਿੱਠੀ ਬਕਾਇਦਾ ਜਾਰੀ ਕਰਨੀ ਪਈ ਕਿ ਮਹਾਰਾਜ ਗੱਲ ਇਹ ਆ ਵੀ ਬਾਬਾ ਜੀ ਨੇ ਸਿਰਸੇ ਜਾਣਾ ਨਹੀਂ, ਉਹਨਾਂ ਰਹਿਣਾ ਗੁੜਗਾਉਂ, ਤੇ ਜਿਹੜਾ ਇਹ ਪ੍ਰਚਾਰ ਹੋ ਰਿਹਾ ਵੀ ਉੱਥੇ ਉਹ ਦਰਸ਼ਨ ਦੇਣਗੇ, ਇੱਦਾਂ ਦੀ ਗੱਲ ਕੋਈ ਨਹੀਂ। ਜੇ ਇਹੋ ਜਿਹਾ ਕੋਈ ਪ੍ਰੋਗਰਾਮ ਬਣਿਆ ਤੇ ਉਹ ਅਸੀਂ ਓਫੀਸ਼ੀਅਲੀ ਦੱਸਾਂਗੇ, ਇਹ ਨਹੀਂ ਵੀ ਵੀਰਾਂ ਘੱਤ ਕੇ ਤੁਸੀਂ ਉੱਧਰ ਨੂੰ ਤੁਰ ਪਾਓ। ਹੁਣ ਜੇ ਅਜੇ ਸਿਰਫ ਪਤਾ ਲੱਗਾ ਤੇ ਨਾਲ ਦੀ ਨਾਲ ਹੀ ਇਹੋ ਜਿਹੀ ਗੱਲ ਵੀ ਕਹਿਣੀ ਪੈ ਗਈ ਵੀ ਵੀਰਾਂ ਘੱਤ ਕੇ ਉੱਧਰ ਨੂੰ ਤੁਰ ਪਓ,
ਹੁਣ ਪਤਾ ਨਹੀਂ ਕੋਈ ਤੁਰਿਆ ਜਾਂ ਨਹੀਂ ਤੁਰਿਆ, ਪਰ ਕਿਤੇ ਨਾ ਕਿਤੇ ਇਹ ਵੀ ਤੇ ਹੁੰਦੀ ਹੈ ਨਾ ਗੱਲ ਵੀ ਵੇਖਿਆ ਅਸਰ ਅਜੇ ਤੇ ਆਏ ਹੀ ਨੇ ਬਾਬਾ ਜੀ, ਤੁਸੀਂ ਅਜੇ ਥੋੜ੍ਹੇ ਦਿਨ ਹੋਰ ਵੇਖੋ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਹੈਗੀ ਆ ਕਿ ਜਿਹੜੇ ਬੰਦੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵੇਲੇ ਉੱਥੇ ਗਏ ਸੀ ਤਾਂ ਮੁੜ ਕੇ ਝਾੜੂ ਲਾਉਂਦੇ ਫਿਰਦੇ ਸੀ ਅੰਮ੍ਰਿਤਸਰ ਦਰਬਾਰ ਸਾਹਿਬ, ਜਿਨ੍ਹਾਂ ਨੂੰ ਸਜ਼ਾ ਲੱਗੀ ਸੀ। ਇੱਕ ਦੋ ਬੰਦੇ ਤਾਂ ਲੇਟ ਗਏ, ਇੱਕ ਦੋ ਸ਼ਾਇਦ ਨਹੀਂ ਵੀ ਗਏ। ਉਹਦੇ ਤੋਂ ਬਾਅਦ ਆ 2 ਮਹੀਨੇ ਪਹਿਲਾਂ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੰਦੇ ਪੰਜਾਬ ਵਾਲੇ ਨੂੰ ਦੇ ਡੇਰੇ ਦੇ ਵਿੱਚ ਜਾ ਕੇ ਨਤਮਸਤਕ ਹੋ ਕੇ ਆਏ ਆ। ਰੌਲਾ ਰੱਪਾ ਫੇਰ ਬਹੁਤ ਪਿਆ। ਉਹ ਤਾਂ ਖੁਸ਼ ਹੋਣੇ ਆ ਨਾ ਕਿ ਚੰਗਾ ਹੋਇਆ ਸੀ ਮਾੜਾ ਮੋਟਾ ਮੇਲ ਜੋਲ ਰੱਖਿਆ, ਮਾੜੀ ਮੋਟੀ ਕੋਈ ਰਿਸ਼ਤੇਦਾਰੀ ਵਾਲੀ ਸਾਂਝ ਜਿਹੜੀ ਰੱਖੀ ਆ, ਤਾਂ ਕੰਮ ਜਿਹੜਾ ਠੀਕ ਹੋ ਜਾਣਾ, ਸਾਡੇ ਵਾਲਾ ਕੰਮ ਸੂਤਰ ਹੋ ਜਾਣਾ। ਇਹਦੇ ਨਾਲ ਸੰਧਾਲੀਆ ਸਾਹਿਬ, ਜਿਹੜੀ ਇੱਕ ਗੱਲ ਬਿਆਨਾਂ ਵਾਲੀ, ਬੀਬੀ ਹਰਸਿਮਰਤ ਕੌਰ ਬਾਦਲ ਬੈਠੇ ਸੀ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ, ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛ ਲਿਆ, ਬਾਕੀ ਸਵਾਲ ਪੁੱਛਿਆ ਜੀ ਉਹ ਫਿਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਆ, ਤੁਸੀਂ ਕਹਿਣਾ ਚਾਹੁੰਦੇ ਹੋ ਇਹ ਲੱਗਦਾ ਕਿ ਜਾਣਬੁੱਝ ਕੇ ਮਿਲੀ ਆ? ਉਹ ਕਹਿੰਦੇ ਜੀ, ਉਹ ਨਹੀਂ ਬੋਲੇ ਹਾਂ ਜਾਂ ਨਾ ਦੇ ਵਿੱਚ, ਉਹਨਾਂ ਨੇ ਇਹੀ ਕਿਹਾ, ਕਹਿੰਦੇ ਜੀ ਟਾਈਮਿੰਗ ਤੁਹਾਨੂੰ ਆਪਣੇ ਆਪ ਹੀ ਦੱਸਦੀ ਹੈ, ਚੰਗਾ ਜੀ ਸਤਿ ਸ੍ਰੀ ਅਕਾਲ। ਉਹ ਇੰਨਾ ਕੀ ਬੋਲੇ। 3 ਟਵੀਟ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ, ਉਪ ਮੁੱਖ ਮੰਤਰੀ ਪੰਜਾਬ ਨੇ ਸੁਖਜਿੰਦਰ ਸਿੰਘ ਰੰਧਾਵਾ, ਉੱਪਰੋਂ ਥਲੀ 3 ਟਵੀਟ ਆਏ। ਉਹ ਸ਼ਾਇਦ ਪੰਜਾਬ ਦੇ ਇੱਕੋ ਇੱਕ ਲੀਡਰ ਨੇ ਜਿਹੜੇ ਇਸ ਮਸਲੇ ਤੇ ਖੁੱਲ੍ਹ ਕੇ ਬੋਲੇ, ਤੇ ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਮਾਝੇ ਦੀ ਉਸ ਨੁੱਕਰ ਤੋਂ ਚੋਣ ਲੜਦੇ ਜਿੱਥੇ ਡੇਰੇ ਦਾ ਪ੍ਰਭਾਵ ਕੋਈ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਪਹਿਲੇ ਟਵੀਟ ਦੇ ਵਿੱਚ ਲਿਖਿਆ, ਉਹ ਕਹਿੰਦੇ ਜੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ, ਤੇ ਜਿਹੜੇ ਸਮੇਂ ਤੇ ਮਿਲੀ ਹੈ, ਵਿਧਾਨ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਮਿਲੀ ਹੈ। ਹੁਣ ਤਾਂ ਲੋਕੋ ਕੁਛ ਸ਼ੱਕ ਨਹੀਂ ਕਿ ਅਕਾਲੀ ਭਾਜਪਾ ਅੰਦਰੋਂ ਇੱਕੋ ਹੀ ਨੇ। ਦੂਸਰਾ ਟਵੀਟ ਕਹਿੰਦੇ, ਮੈਂ ਥੋੜਾ ਲਿਖ ਹੁੰਦਾ, ਇਹ 'ਚ ਸ਼ਬਦ ਥੋੜੇ ਹੁੰਦੇ ਟਵੀਟ 'ਚ। ਹੁਣ ਤਾਂ ਤੁਹਾਨੂੰ ਚੇਤਾ ਆ ਹੀ ਗਿਆ ਹੋਣਾ ਨਾ ਕਿ ਅਕਾਲੀਆਂ ਨੇ ਵਿੱਚ ਪੈ ਕੇ ਕਰੀ ਮਾਫੀ ਵੀ ਦਵਾਈ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ। ਕਹਿੰਦੇ ਚੇਤਾ ਆ ਗਿਆ ਕਿ ਨਹੀਂ? ਤੀਸਰੀ ਗੱਲ ਉਹ ਕਹਿੰਦੇ ਜੀ, ਹੁਣ ਦੱਸੋ, ਸਟੈਂਡ ਸਪਸ਼ਟ ਕਰੋ, ਗੁਰਮੀਤ ਰਾਮ ਰਹੀਮ ਦੀ ਪੈਰੋਲ ਦੇ ਉੱਤੇ ਸੁਖਬੀਰ ਸਿੰਘ ਬਾਦਲ ਸਟੈਂਡ ਸਪਸ਼ਟ ਕਰਨ, ਬਿਕਰਮ ਸਿੰਘ ਮਜੀਠੀਆ ਕਲੀਅਰ ਕਰਨ, ਇਹਦੇ ਨਾਲ ਸੁਖਦੇਵ ਸਿੰਘ ਢੀਂਡਸਾ ਸਟੈਂਡ ਸਪਸ਼ਟ ਕਰਨ, ਕੈਪਟਨ ਅਮਰਿੰਦਰ ਸਿੰਘ ਵੀ ਸਟੈਂਡ ਸਪਸ਼ਟ ਕਰਨ ਕਿ ਗੁਰਮੀਤ ਰਾਮ ਰਹੀਮ ਜੇਲੋਂ ਬਾਹਰ ਆਇਆ, ਮੂੰਹ 'ਚ ਘੁੰਗਣੀਆਂ ਪਾ ਕੇ ਬੈਠੋਗੇ, ਵਿਰੋਧ ਕਰੋਗੇ ਕਿ ਹੱਕ 'ਚ ਭੁਗਤੋਗੇ? ਨਹੀਂ, ਇਹ ਪੇਚਾ ਤੇ ਆ ਪੈਣਾ ਜੀ। ਹੁਣ ਇਹ ਆਪਾਂ ਕਹਿ ਸਕਦੇ ਹਾਂ ਵੀ ਆ ਜਿਹੜੇ 10-11 ਦਿਨ ਆ ਇਹ ਲੰਘਣੇ ਔਖੇ ਆ। ਪਹਿਲਾਂ ਜਿੱਦਾਂ ਨੇ ਪਹਿਲਾਂ ਗਏ ਆ ਲੀਡਰਾਂ ਦਾ ਕੰਮ ਇਹ ਸੀ ਵੀ ਤੀਆਂ ਨੂੰ ਲੰਘਦੇ ਆ ਜੀ, ਫਰਕ ਕੋਈ ਨਹੀਂ ਹੈ, ਕਿਉਂਕਿ ਐਤਕੀ ਆਪਾਂ ਇਲੈਕਸ਼ਨ ਲੜ ਨਹੀਂ ਰਹੇ। ਹੁਣ ਕਾਰਨ ਇਹ ਆ ਵੀ ਜਿਹੜਾ ਇਲੈਕਸ਼ਨ ਲੜ ਰਿਹਾ ਉਹਨੂੰ ਵੀ ਫਰਕ ਪੈਣਾ, ਜਿਹੜਾ ਨਹੀਂ ਲੜ ਰਿਹਾ ਉਹਨੂੰ ਫਰਕ ਪੈਣਾ, ਤੇ ਸਭ ਤੋਂ ਵੱਧ ਉਹਨਾਂ ਨੂੰ ਫਰਕ ਪੈਣਾ ਜਿਹੜੇ ਪਹਿਲਾਂ ਕਹਿੰਦੇ ਯਾਰ ਆਪਾਂ ਰੇਸ ਜੀ 'ਚ ਨਹੀਂ ਹੈਗੇ, ਗੱਲ ਕੀ ਆਪਾਂ ਕਿਹੜੀ ਗੱਡੀ ਫੜ ਲਈ, ਤੀਜੇ ਤੋਂ ਬਾਅਦ ਚੌਥਾ ਗੇਅਰ ਨਹੀਂ ਲੱਗਦਾ। ਉਹ ਕਹਿੰਦੇ ਰਾਤ ਦੇ ਗੇਅਰ ਬਕਸ ਬਦਲਾਈ ਫਿਰਦੇ, ਕਹਿੰਦਾ ਟਾਪ 'ਚ ਚੱਲਣਾ ਹੁਣ ਕੰਮ। ਹੁਣ ਦੇਖੋ ਪੱਤਰਕਾਰਾਂ ਦੇ ਕੈਮਰੇ 2-3 ਜਗ੍ਹਾ ਤੇ ਰਹਿਣੇ ਆ। ਇੱਕ ਤਾਂ ਜਿਹੜੇ ਡੇਰੇ ਦੇ ਪੰਜਾਬ 'ਚ ਵੱਡੇ ਲੀਡਰ ਨੇ, ਉਹਨਾਂ ਦੇ ਘਰਾਂ ਦੇ ਮੂਹਰੇ ਕਿ ਕਿਹੜਾ ਪੰਜਾਬ ਦਾ ਲੀਡਰ ਨੇਰੇ ਸਵੇਰੇ ਆਉਂਦਾ ਜਾਂਦਾ, ਕਿਉਂਕਿ ਕਈਆਂ ਨੇ ਟਰਾਈ ਕਰਨੀ ਆ ਨਾ ਕਿ ਗੁਰੂਗ੍ਰਾਮ ਵਾਲੇ ਆਸ਼ਰਮ ਦੇ ਵਿੱਚ 2 ਮਿੰਟ ਮਿਲ ਜਾਣ ਸਾਨੂੰ ਕਿਤੇ ਬਾਬਾ ਜੀ ਦੇ ਨਾਲ, 2 ਮਿੰਟ ਮਿਲ ਜਾਣ, ਪਰ ਮਿਲਣ ਤੜਕੇ ਜਾਂ 2-2:30-3 ਵਜੇ ਜਦੋਂ ਸਾਰੀ ਦੁਨੀਆ ਊਂਘਦੀ ਜੀ ਫਿਰਦੀ ਹੁੰਦੀ ਹੈ, ਜਿਹਦੀ ਡਿਊਟੀ ਵੀ ਰਾਤ ਨੂੰ ਲੱਗੀ ਹੁੰਦੀ ਕੈਮਰਿਆਂ ਤੇ, ਉਹਨਾਂ ਦੀ ਵੀ ਅੱਖ ਜੀ ਲੱਗੀ ਹੋਵੇ। ਕਿਹੜਾ ਬੰਦਾ 2-2.5 ਮਿੰਟ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ, ਕਿਹੜਾ ਬੰਦਾ ਜਾ ਕੇ ਗੋਡੀਆਂ ਹੱਥ ਲਾ ਆਉਂਦਾ, ਕਿਹੜਾ ਆਪਣੇ ਹੱਕ 'ਚ ਇਸ਼ਾਰੇ ਕਰਾ ਆਉਂਦਾ, ਉਹ ਬਹੁਤ ਇੰਪੋਰਟੈਂਟ ਆ। ਹੋ ਸਕਦਾ ਬਹੁਤ ਸਾਰੀਆਂ ਟਿੱਪਣੀਆਂ ਅੱਜ ਇੱਦਾਂ ਦੀਆਂ, ਹੁਣ ਨਹੀਂ ਜੀ ਹੁਣ ਨਹੀਂ ਕੋਈ ਫਰਕ ਪੈਂਦਾ, ਫਰਕ ਪਊਗਾ ਜ਼ਰੂਰ, ਭਾਵੇਂ ਘੱਟ ਪਊਗਾ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਇੱਦਾਂ ਦੇ ਦੇਖੇ ਸੀ ਜਿਹੜੇ ਜੇਲ੍ਹ ਦੇ ਬਾਹਰ ਸੜਕ ਦੇ ਉੱਤੇ ਨੱਕ ਰਗੜ ਕੇ ਨੱਕ ਛਲਾਈ ਜਾਂਦੇ ਸੀ। ਹਾਂਜੀ, ਛਲਾਈ ਜਾਂਦੇ ਸੀ। ਇੱਕ ਗੱਲ ਆਪਾਂ ਇਹ ਵੀ ਜ਼ਿਕਰ ਕਰ ਦਈਏ ਵੀ ਉਦੋਂ ਨਾ ਭੱਲ ਭਾਈ ਜ਼ੋਰ ਸੀਗਾ ਕਿਸਾਨ ਅੰਦੋਲਨ ਦਾ, ਜਦੋਂ ਬੀਜੇਪੀ ਦੀ ਪੰਜਾਬ ਵਾਲੀ ਲੀਡਰਸ਼ਿਪ ਕਹਿੰਦੀ ਹੁੰਦੀ ਸੀ 117 ਦੀਆਂ 117 ਲੜਨੀਆਂ ਜੀ, ਤੇ ਸਰਕਾਰ ਬਣਾਉਣੀ ਹੈ ਪੰਜਾਬ ਵਿੱਚ ਫੁੱਲ ਮੈਜੋਰਟੀ ਨਾਲ, ਫੁੱਲ ਮੈਜੋਰਟੀ ਦੇ ਨਾਲ। ਉਦੋਂ ਪਤਾ ਲੱਗਾ ਇਹਨਾਂ ਕੋਲ ਕਿਹੜੀ ਗੱਲ ਹੋਈ ਯਾਰ, ਅਸੀਂ ਨਹੀਂ ਕਹਿੰਦੇ ਇਹਦਾ ਕੋਈ ਉਹਦੇ ਨਾਲ ਲਿੰਕ ਬਣਦਾ, ਕਿਉਂਕਿ ਉਹ ਤੇ ਆਲਰੇਡੀ ਖੱਟਰ ਸਾਹਿਬ ਕਹਿ ਚੁੱਕਿਆ ਵੀ ਯਾਰ ਉਹਦਾ ਤੇ ਐਵੇਂ ਲਿੰਕ ਹੀ ਨਹੀਂ ਬਣਦਾ, ਬਦੋ-ਬਦੀ ਕਿਉਂ ਜੋੜਦੇ। ਅਸੀਂ ਮੰਨ ਲੈਂਦੇ ਵੀ ਕੋਈ ਲਿੰਕ ਨਹੀਂ ਬਣਦਾ, ਪਰ ਵੈਸੇ ਮੈਂ ਗੱਲ ਕਰਦਾ ਵੀ ਜੇ ਉਦੋਂ ਉਹਨਾਂ ਦਾ ਕੌਨਫੀਡੈਂਸ ਸੀਗਾ ਤੇ ਹੋ ਸਕਦਾ ਵੀ ਜਿੱਦਾਂ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਮੇਰੇ ਕੋਲ ਲਾਲ ਡੈਰੀ ਹੈ, ਅਗਲਿਆਂ ਕੋਈ ਚਿੱਟੀ ਕਾਪੀ 10 ਕਾਲੀ ਰੱਖੀ ਹੋਵੇ ਵੀ ਓਕੇ ਸਟੈਪ 1 A, ਸਟੈਪ 2 A, ਸਟੈਪ 3 A, ਅਗਲਿਆਂ ਦੇ ਕੀ ਪਤਾ ਕਿ ਸਟੈਪ 5 ਸਟੈਪ 6 ਵੀ ਹੋਵੇ। ਨਹੀਂ ਇਹ ਗਲਤ ਗੱਲ ਹੈ। ਉਹ ਡੈਰੀ ਡੂਰੀ ਰੱਖਦੇ ਕਿਉਂਕਿ ਡਿਜੀਟਲ ਮੋਡ ਦੇ ਵਿੱਚ ਰਹਿੰਦੇ ਆ, ਉਹ ਫੋਨ ਤੇ ਨੋਟ ਕਰਦੇ ਆ ਬਸ, ਤੇ ਉਹਦਾ ਨੋਟਸ ਬਣਾਏ ਹੁਣ, ਉਹ ਕਹਿੰਦਾ ਨੋਟਸ ਦੇ ਪੇਜ ਦੇ ਵਿੱਚ ਕੀ ਆ ਰਿਹਾ, ਹੁਣ ਦੇਖੋ ਐਕਸਲ ਸ਼ੀਟ ਕੀ ਕਹਿ ਰਹੀ ਹੈ। ਬਾਕੀ ਸੰਧਾਲੀਆ ਸਾਹਿਬ ਹੁਣ ਨਾ ਕੰਮ ਉਧਰਲੇ ਪਾਸੇ ਨੂੰ ਕਈ ਸੀਟਾਂ ਦੇ ਉੱਤੇ ਕੰਮ ਘਿਰੀ ਜਾਂਦਾ ਹੈ, ਖੜਕੇ ਦੜਕੇ ਹੋਣ ਲੱਗ ਪਏ ਆ ਭਾਈ। ਅਸੀਂ ਤਾਂ ਇਹ ਵੀ ਸਲਾਹ ਦਿੰਦੇ ਹਾਂ ਕਿ ਜੇ ਬਾਜ਼ਾਰ ਜਾਓ ਸਬਜ਼ੀ ਭਾਜੀ ਲੈਣ, ਨਿੱਕੇ ਨਿਆਣੇ ਨਾਲ ਆ ਤੇ ਹੈਲਮਟ ਪਵਾ ਕੇ ਲਿਜਾਓ। ਆਤਮਨਗਰ ਵਿਧਾਨ ਸਭਾ ਹਲਕਾ ਲੁਧਿਆਣੇ ਦਾ ਤਾਂ ਚੱਕ ਲਓ ਉੱਥੇ ਹੋ ਗਈ, ਕਿਉਂਕਿ ਇੱਕ ਪਾਸੇ ਕਮਲਜੀਤ ਸਿੰਘ ਕੜਵਲ ਨੇ, ਇੱਕ ਪਾਸੇ ਆਤਮਨਗਰ ਇਸੇ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਦਿਨ ਪਹਿਲਾਂ ਖੜਕਾ ਦੜਕਾ ਹੋ ਕੇ ਹਟਿਆ। ਹੁਣ ਉੱਥੇ ਇੱਟਾਂ ਰੋੜੇ ਵੀ ਚੱਲੇ ਤੇ ਪਤਾ ਲੱਗਾ ਗੋਲੀ ਵੀ ਚੱਲੀ ਹੈ, ਕੜਵਲ ਹਮਾਇਤੀਆਂ ਤੇ ਉਧਰਲੇ ਪਾਸੇ ਸਿਮਰਜੀਤ ਸਿੰਘ ਬੈਂਸ ਦੇ ਹਮਾਇਤੀਆਂ 'ਚ।
ਹੁਣ ਕਮਲਜੀਤ ਸਿੰਘ ਕੜਵਲ ਕਹਿੰਦੇ ਜੀ ਅਸੀਂ ਆਪਣੀ ਸਭਾ ਦੀ ਤਿਆਰੀ ਕਰਦੇ ਸੀ, ਫਲਾਨੀ ਜਗ੍ਹਾ ਦੇ ਉੱਤੇ ਖੜੇ ਸੀ, ਬੈਂਸ ਸਾਹਿਬ ਤੇ ਉਹਨਾਂ ਦਾ ਬੇਟਾ ਆਏ, ਆਉਂਦਿਆਂ ਨਹੀਂ ਵੱਟਾ ਭਰਾਉਣਾ ਸ਼ੁਰੂ ਕਰਤਾ ਕਹਿੰਦੇ, ਫਿਰ ਸਿੱਧੀਆਂ ਗੋਲੀਆਂ ਵੀ ਚਲਾਈਆਂ, ਮਹਾਂ ਬਚੇ। ਤੇ ਪੁਲਿਸ ਵਾਲੇ ਵੀ ਕਹਿੰਦੇ ਵੀਡੀਓ ਵੂਡੀ ਜੀ ਬਣਾਈ ਜਾਂਦੇ ਸੀ, ਕਰਦੇ ਕੁਰਦੇ ਕੁਛ ਨਹੀਂ ਸੀ, ਅਸੀਂ ਸ਼ਿਕਾਇਤ ਦਰਜ ਕਰਾਉਣੇ ਆ। ਤੇ ਮੂਹਰੇ ਬੈਂਸ ਸਾਹਿਬ ਕਹਿੰਦੇ ਇਦਾਂ ਦੀ ਗੱਲ ਕੋਈ ਨਹੀਂ, ਸ਼ੁਰੂਆਤ ਉਧਰਲੇ ਪਾਸਿਓਂ ਹੋਈ ਆ, ਸਾਨੂੰ ਐਵੇਂ ਬਦਨਾਮ ਕਰਦੇ ਆ, ਹਾਰ ਦੇਖ ਕੇ ਬੁਖਲਾ ਗਏ। ਉਧਰ ਕੜਵਲ ਸਾਹਿਬ ਕਹਿੰਦੇ ਜੀ ਉਹਨਾਂ ਤੋਂ ਸਹਿਣ ਨਹੀਂ ਕਰ ਹੁੰਦੀ ਕਿਉਂਕਿ ਐਤਕੀ ਜ਼ਮਾਨਤ ਜ਼ਬਤ ਹੋਣੀ ਆ। ਸ਼ਾਇਦ ਪੰਜਾਬ ਦੇ ਵਿੱਚ ਕਿਸੇ ਵੀ ਸੀਟ ਦੇ ਉੱਤੇ ਇੰਨਾ ਝਗੜਾ ਨਹੀਂ ਹੋਇਆ ਜਿੰਨਾ ਆਤਮ ਨਗਰ 'ਚ ਹੋਈ ਜਾਂਦਾ ਹੈ। ਨਹੀਂ, ਇੱਕ ਥਾਂ ਹੈਗੀ ਹੈ ਜਿੱਥੇ ਝਗੜਾ ਹੋਣ ਦੇ ਅਸਾਰ ਸੀਗੇ, ਪਰ ਉੱਥੇ ਦੋਵੇਂ ਬੰਦੇ ਜਿਹੜੇ ਗਰਮ ਸੀ ਉਸ ਕੋਲ ਠੰਡੇ ਚੱਲਣ ਡਏ। ਉਹ ਕਹਿੰਦੇ ਵੀ ਨਹੀਂ ਮੈਂ ਪਿਆਰ ਕਰਨਾ ਸਿਖਾਉਣਾ ਹੀ, ਨਹੀਂ ਮੈਂ ਜੱਫੀ ਪਾਉਣੀ ਹੋ, ਨਹੀਂ ਹੋਰ ਕੋਈ ਆਵੇ ਨਾ ਆਵੇ ਮੈਂ ਮਨਾਉਣ ਜਾਣਾ। ਫਿਰ ਉਹ ਗਾਣਾ ਵੀ ਗਾਉਂਦੇ ਆਪਾਂ ਦੋਵੇਂ ਰੁੱਸ ਬੈਠੇ, ਹੈ ਨਾ। ਮਜੀਠੀਆ ਸਾਹਿਬ ਅੱਜ ਕੱਲ੍ਹ ਇੱਦਾਂ ਦੇ ਮੋੜ 'ਚ ਨੇ, ਪਰ ਜਿੱਥੇ ਜਾਪਦੀ ਸੀ ਵੀ ਸ਼ਾਇਦ ਕੋਈ ਇਹੋ ਜਿਹੀ ਟੱਕਰ ਨਾ ਹੋਵੇ, ਉੱਥੇ ਦੱਸੋ ਇੱਟ ਵੱਟਾ ਚੱਲਣ ਲੱਗ ਪਿਆ। ਨਹੀਂ, ਫਰਕ ਤਾਂ ਪੈ ਰਿਹਾ। ਜੇ ਤੁਸੀਂ ਮਜੀਠੀਆ ਸਾਹਿਬ ਦੀ ਗੱਲ ਛੇੜ ਹੀ ਲਈ ਹੈ। ਨਹੀਂ, ਮੈਂ ਗੱਲ ਨਹੀਂ ਛੇੜੀ, ਮੈਂ ਗੱਲ ਕੀਤੀ। ਗੱਲ ਛੇੜਨ 'ਚ ਤੇ ਗੱਲ ਕਰਨ 'ਚ ਫਰਕ ਹੁੰਦਾ ਵੀਰ ਜੀ। ਤੁਹਾਨੂੰ ਲੱਗਦਾ ਹੋਊਗਾ ਨਾ ਕਿਉਂਕਿ ਸ਼ਾਇਦ ਗੱਲ ਤੁਸੀਂ ਕੀਤੀ ਗੱਲ ਛੇੜਨ ਵਾਲੇ ਹਿਸਾਬ ਨਹੀਂ ਆ, ਇਹ ਉਹਨਾਂ ਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ। ਚਲੋ ਫਿਰ ਹੁਣ ਜੇ ਛੇੜੀ ਗਈ ਆ ਤੇ ਫਿਰ ਛੇੜ ਲਓ। ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਕਾਲੇ ਕਦਮੀ ਚੱਲਦੇ ਆ। ਇੱਕ ਤਾਂ ਉਹਨਾਂ ਨੇ ਮੁਕਾਬਲਾ ਪਹਿਲਾਂ ਫਸਮਾ ਬਣਾਤਾ ਸੀ, ਦੂਸਰਾ ਜਿੱਧਰਲੀ ਪਾਰਟੀ ਦੇ ਵਿੱਚੋਂ 4 ਬੰਦੇ ਲੱਭਦੇ ਆ ਉਹ ਅਕਾਲੀ ਦਲ 'ਚ ਸ਼ਾਮਲ ਕਰਾਈ ਜਾਂਦੇ ਆ। ਸੁਭਾਸ਼ ਸ਼ਰਮਾ ਕਿਸੇ ਵੇਲੇ ਅੰਮ੍ਰਿਤਸਰ ਦੇ ਮੇਅਰ ਹੁੰਦੇ ਸੀ, ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ। ਉਹਨਾਂ ਨੇ ਹੌਲੀ ਦੇਣੀ ਜਾ ਕੇ ਘਰੇ ਗੱਲਬਾਤ ਕੀਤੀ, ਇੱਕ ਟੇਬਲ ਰੱਖਿਆ, ਮਾਈਕ ਉੱਥੇ ਪਏ, ਪੱਤਰ ਕਹਿੰਦੇ ਜੀ ਸੁਭਾਸ਼ ਸ਼ਰਮਾ ਸਾਹਿਬ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਅਕਾਲੀ ਦਲ ਦੀਆਂ ਨੀਤੀਆਂ ਨੂੰ ਵੇਂਦੇ ਹੋਏ ਇਹ ਪਾਰਟੀ 'ਚ ਸ਼ਾਮਲ ਹੋਏ ਆ ਤੇ ਅਸੀਂ ਇਹਨਾਂ ਨੂੰ ਫਲਾਣਾ ਅਹੁਦਾ ਦਿੰਦੇ ਹਾਂ। 7-8-10 ਬੰਦੇ ਹੋਰ, ਕੋਈ ਕਾਂਗਰਸ 'ਚੋਂ, ਕੋਈ ਭਾਜਪਾ 'ਚੋਂ, ਕੋਈ ਆਮ ਆਦਮੀ ਪਾਰਟੀ ਦੇ ਵਿੱਚੋਂ ਵਾਹਵਾ ਰੌਣਕ ਮੇਲਾ ਜਿਹਾ ਬਿਕਰਮ ਸਿੰਘ ਮਜੀਠੀਆ ਨੂੰ ਲਾਇਆ। ਤੇ ਫਿਰ ਉਹੀ ਕਹਿੰਦੇ ਕਿ ਹੁਣ ਤਾਂ ਭਾਈ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਵੀ ਦਾਅਵੇਦਾਰ ਨਹੀਂ ਹੈ, ਹੁਣ ਸਿੱਧੂ ਸਾਹਿਬ ਇੱਥੇ ਹੀ ਕਹਿੰਦੇ ਟਾਈਮ ਟੂਮ ਲਾ ਲਿਆ ਕਰੋ, ਤੁਸੀਂ ਹਲਕਾ ਹੁਲਕਾ ਬਚਾਓ, ਉੱਪਰਲੀ ਕੁਰਸੀ ਤਾਂ ਤੁਹਾਡੀ ਗਈ। ਤੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਉਹਨਾਂ ਨੇ ਫਿਰ ਉਹੀ ਗੱਲ ਵੀ ਨਸ਼ਾ ਵੇਚਣ ਵਾਲਾ ਬੰਦਾ, ਫਲਾਨੇ ਵੇਚਣ ਵਾਲਾ ਬੰਦਾ, ਕਹਿੰਦੇ ਇੱਥੇ ਜੋ ਮਰਜ਼ੀ ਕਰੀ ਜਾਵੇ, ਇਹ ਸੀਟ ਤਾਂ ਹਲਕੇ ਦੇ ਲੋਕਾਂ ਨੇ ਸਾਡੀ ਝੋਲੀ ਪਾਉਣੀ ਹੈ, ਗੱਲ ਹੀ ਕੋਈ ਨਹੀਂ। ਕਹਿੰਦੇ ਮੈਂ ਇੱਕ ਗੱਲ ਕਹਿ ਦਿੰਦਾ ਹੀ ਕਿ ਮਜੀਠੀਏ ਨਾਲ ਮੁਕਾਬਲਾ ਕੋਈ ਨਹੀਂ, ਕਿਉਂਕਿ ਮੈਂ ਤਾਂ ਉਹਨਾਂ ਦੇ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਨਾਲ ਹੀ ਮੁਕਾਬਲਾ ਕਰਨਾ ਹੈ। ਸੁਖਬੀਰ ਸਿੰਘ ਬਾਦਲ ਢਿੱਠ ਗਿਆ, ਮਜੀਠੀਏ ਨੇ ਕਹਿੰਦੇ ਆਪੇ ਢਿੱਠ ਜਾਣਾ। ਕਹਿੰਦੇ ਮਜੀਠੀਏ ਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਕਿ ਤੈਨੂੰ ਫਸਾਉਣ ਦਾ ਮੇਰੇ ਮੁਕਾਬਲੇ ਤੇ ਲਿਆ ਕੇ, ਇਹ ਮੱਤ ਸੋਚ ਕੇ ਮੈਨੂੰ ਹਰਾਉਣ ਲਈ ਤੈਨੂੰ ਲਿਆਂਦਾ, ਤੈਨੂੰ ਹਰਾਉਣ ਨੂੰ ਤੈਨੂੰ ਇੱਥੇ ਭੇਜਿਆ ਹੀ ਕਿਤੇ। ਨਹੀਂ, ਇਹ ਵੈਸੇ ਹੈ ਗੱਲ, ਉਧਰੋਂ ਵੀ ਇਸ ਪਾਸੇ ਹੁਣ ਆ ਗਏ ਟੋਨ ਤੇ। ਪਰ ਕਾਰਨ ਇਹ ਆ ਵੀ ਇੱਕ ਚਰਚਾ ਵਿੱਚ ਇਹ ਵੀ ਚੱਲਣ ਲੱਗ ਪਈ ਵੀ ਜੇ ਕਿਤੇ ਉਦਣ ਜਿਹੜਾ ਉਹ ਪੱਗ 'ਚ ਖੰਭ ਸੀਐਮ ਵਾਲਾ ਰਾਹੁਲ ਗਾਂਧੀ ਸਾਹਿਬ ਸਿੱਧੂ ਸਾਹਿਬ ਦੇ ਲਾ ਜਾਂਦੇ ਤੇ ਫਿਰ ਗੱਲ ਹੋਰ ਹੋਣੀ ਸੀ। ਹੁਣ ਤੇ ਉਹ ਮਜੀਠੀਆ ਸਾਹਿਬ ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਨਾ, ਉਹ ਹਰੇਕ ਲਾਈਨ 'ਚ ਇੱਦਾਂ ਬੋਲੀ ਜਾਂਦੇ ਨੇ। ਦੇਖੋ ਜੀ, ਹੁਣ ਜਿਹੜੇ ਬੰਦੇ ਤੇ ਪਾਰਟੀ ਵਿਸ਼ਵਾਸ ਨਹੀਂ ਕਰਦੀ ਉਹਦੇ ਤੇ ਵੋਟਰਾਂ ਨੇ ਕਾਹਦਾ ਵਿਸ਼ਵਾਸ ਕਰਨਾ ਜੀ। ਮੈਂ ਤੇ ਕੁਛ ਕਹਿ ਹੀ ਨਹੀਂ ਰਿਹਾ ਜੀ, ਇੰਨੀ ਗੱਲ ਕਰਕੇ ਬੰਦਾ ਨਿਕਲ ਜਾਂਦਾ। ਹੁਣ ਕਾਰਨ ਤੇ ਇਹ ਹੈ ਵੀ ਇਸ ਚੀਜ਼ ਦਾ ਅਸਰ ਉੱਥੋਂ ਦੇ ਅੰਮ੍ਰਿਤਸਰ ਪੂਰਬੀ ਹਲਕੇ ਵਾਲੇ ਕਬੂਲਦੇ ਕਿ ਨਹੀਂ ਕਬੂਲਦੇ, ਇਹਦੇ ਦੱਸੂ ਟਾਈਮ, ਪਰ ਫਸਵਾਂ ਮੁਕਾਬਲਾ ਕਹਿੰਦੇ। ਦੇਖੋ ਇੱਕ ਗੱਲ ਸੰਧਾਲੀਆ ਸਾਹਿਬ ਬਹੁਤ ਸਪਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਮੁੱਖ ਮੰਤਰੀ ਦੇ ਦਾਅਵੇਦਾਰ ਹੁਣ ਨਹੀਂ। ਉਹਨਾਂ ਨੇ ਆਪ ਵੀ ਕਹਿਤਾ, ਕਹਿੰਦੇ ਜੀ ਦੇਖੋ ਹੁਣ ਤਾਂ ਪੰਜਾਬ ਮਾਡਲ ਹੈ, ਮੈਂ ਫੇਸਬੁੱਕ ਤੇ ਪਾ ਦੇਣਾ, ਜਿਹੜਾ ਮਰਜ਼ੀ ਚੱਕ ਲਓ। ਆਹ ਇਹ ਗੱਲ ਨੋਟ ਕਰਨ ਵਾਲੀ। ਹਾਂ, ਆਪਾਂ ਮੈਂ ਇਹੋ ਹੀ ਸੋਚਦਾ ਵੀ ਕਦੋਂ ਤੋਂ ਕਹਿੰਦੇ ਮੈਂ ਬਣਾ ਲਿਆ ਤੇ ਆਪਾਂ ਲਾਗੂ ਕਰਨਾ, ਤੇ ਹੁਣ ਕਿਸੇ ਵੇਲੇ ਹੁੰਦਾ ਵੀ ਹੁਣ ਲਾਗੂ ਤਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਫਿਰ ਆਪਾਂ ਫੇਸਬੁੱਕ ਤੇ ਪਾਣਾ ਜਿਹੜਾ ਮਰਜ਼ੀ ਚੁੱਕ ਲਵੇ। ਨਹੀਂ, ਉਹਦੇ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਖਾਸ ਗੱਲ ਕਹੀ, ਕਹਿੰਦੇ ਮੈਂ ਹਾਈ ਕਮਾਂਡ ਨੂੰ ਦੇ ਚੁੱਕੇ ਹਾਂ, ਕਾਂਗਰਸ ਹਾਈ ਕਮਾਂਡ ਦੇ ਕੋਲੇ ਪਿਆ, ਚੰਨੀ ਸਾਹਿਬ ਲਾਗੂ ਕਰਨਗੇ, ਹੁਣ ਤਾਂ ਹਥਿਆਰ ਉਹਨਾਂ ਦੇ ਕੋਲ ਨੇ, ਉਹ ਚਲਾਉਣ। ਪਰ ਕਹਿੰਦੇ ਕਿਉਂਕਿ ਮੈਂ ਕਹਿੰਦੇ ਮੈਂ ਹਾਈ ਕਮਾਂਡ ਪ੍ਰਤੀ 100% ਸਮਰਪਿਤ ਹਾਂ, ਪਰ ਮੈਂ ਪੰਜਾਬ ਦੇ ਪ੍ਰਤੀ 200% ਸਮਰਪਿਤ ਹਾਂ। ਇਸ ਕਰਕੇ ਪੰਜਾਬ ਬਿਹਤਰ ਬਣਾਉਣਾ ਹੈ। ਫੇਸਬੁੱਕ ਤੇ ਮੈਂ ਸਾਰਾ ਮਾਡਲ ਪਾ ਦੂੰਗਾ ਕਿ ਆਹ ਸਿੱਧੂ ਦਾ ਬਣਾਇਆ ਹੋਇਆ ਮਾਡਲ ਹੈ, ਜਿਹੜਾ ਵੀ ਬੰਦਾ ਜਿਹੜੀ ਵੀ ਚੀਜ਼ ਉਹਦੇ ਵਿੱਚੋਂ ਚੱਕ ਕੇ ਪੰਜਾਬ 'ਚ ਲਾਗੂ ਕਰਨੀ ਚਾਹੀਏ, ਕਿਉਂਕਿ ਇਕੱਲਾ ਪੁਆਇੰਟ ਹੀ ਲਾਗੂ ਕਰਨ ਵਾਲਾ ਹੈ, ਉਹ ਕਰ ਦਿਓ। ਫਿਰ ਇਹਦਾ ਮਤਲਬ ਹੈ ਕਿ ਜੱਦੋਜਹਿਦ ਨਵਜੋਤ ਸਿੰਘ ਸਿੱਧੂ ਨੇ ਛੱਡਣੀ ਨਹੀਂ, ਨਾ ਕਾਂਗਰਸ ਛੱਡਣੀ, ਨਾ ਜੱਦੋਜਹਿਦ ਛੱਡਣੀ। ਪਰ ਜੇ ਆਪਾਂ ਹਲਕੇ ਤੇ ਆਈਏ, ਮੈਨੂੰ ਐਂ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਦਾਅਵੇਦਾਰ ਹੁੰਦੇ ਫਿਰ ਉਹਨਾਂ ਨੇ 60 ਬੰਦੇ ਜਿਤਾਉਣੇ ਸੀ। ਉਹਨਾਂ ਨੇ 5 ਦਿਨ ਬਾਹਰ ਲਾਇਆ ਕਰਨੇ ਸੀ, 1 ਦਿਨ ਹਲਕੇ 'ਚ ਲਾਇਆ ਕਰਨਾ ਸੀ। ਹੁਣ ਤਾਂ ਹੋ ਸਕਦਾ ਕਿ ਉਹ ਵੀ ਕਹਿਣ ਕੋਈ ਗੱਲ ਨਹੀਂ, ਫਿਰ ਚੰਨੀ ਸਾਹਿਬ ਤੋਂ ਜਿਤਾ ਲਓ, ਮੈਂ ਇੱਕ ਆਪਦੇ ਹਲਕੇ ਦਾ ਪ੍ਰਚਾਰ ਕਰ ਲੂੰ, ਇੱਕ ਅਮਰਗੜ੍ਹ ਜਾਇਆ ਕਰੂੰ, ਮੈਂ ਇੱਕ ਨਵਤੇਜ ਸਿੰਘ ਚੀਮੇ ਦੇ ਕੋਲ ਜਾਇਆ ਕਰੂੰ, ਜਿੰਨੇ ਕੁ ਬੰਦਿਆਂ ਨੂੰ ਮੈਂ ਟਿਕਟਾਂ ਦਵਾਈਆਂ ਫਿਰ ਮੈਂ ਉਹਨਾਂ ਦਾ ਪ੍ਰਚਾਰ ਕਰਿਆ ਕਰੂੰਗਾ, ਜਿੰਨੇ ਕੁ ਬਾਕੀ ਮੇਰੇ ਕੋਲ ਹੁਣ ਤੱਕ ਆਉਂਦੇ ਰਹੇ ਉਹ ਫਿਰ ਆਪੋ ਆਪਣੇ ਹਲਕੇ ਹੁਣ ਆਪੇ ਹੀ ਸਾਂਭ ਲੈਣ
ਤੇ ਹੋ ਸਕਦਾ ਜਿਹੜੇ ਬੰਦੇ ਨੇ 5 ਦਿਨਾਂ ਦੇ ਪਿੱਛੋਂ 1 ਦਿਨ ਦੇਣਾ ਸੀ ਅੰਮ੍ਰਿਤਸਰ ਪੂਰਬੀ ਨੂੰ, ਹੋ ਸਕਦਾ 5 ਦਿਨਾਂ ਦੇ ਵਿੱਚੋਂ 4 ਦਿਨ ਅੰਮ੍ਰਿਤਸਰ ਪੂਰਬੀ ਦੇ ਵਿੱਚ ਰਹਿ ਕੇ ਦੇਣ। ਫਰਕ ਤਾਂ ਫਿਰ ਉਹਨਾਂ ਦੇ ਹੱਕ 'ਚ ਵੀ ਪਊ। ਇਹ ਨਹੀਂ ਪਊਗਾ, ਇਹਦਾ ਅਸਰ ਤੇ ਪਊਗਾ, ਪਰ ਕਾਰਨ ਇਹ ਹੈ ਨਾ, ਦੇਖੋ ਇਹ ਤੇ ਹੋ ਗਿਆ ਨਵਜੋਤ ਸਿੰਘ ਸਿੱਧੂ। ਹੁਣ ਜੇ ਉਹਨਾਂ ਦੀ ਮਤਲਬ ਲੜਾਈ ਆ ਤਾਂ ਇੱਕ MLA ਸੀਟ ਤੱਕ ਦੀ ਲੜਾਈ ਜੀ, ਪਰ ਦੂਜੇ ਪਾਸੇ ਉਹ ਪਾਰਟੀ ਪ੍ਰਧਾਨ ਵੀ ਆ। ਹੁਣ ਜੇ ਕਾਂਗਰਸ ਪਾਰਟੀ ਨੂੰ ਵੇਖੀਏ ਤਾਂ ਕਾਂਗਰਸ ਪਾਰਟੀ ਨੇ ਕਿੰਨੇ ਅਹੁਦੇ ਪਿਛਲੇ ਦਿਨੀ ਵੰਡੇ ਜੀ। ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਜੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ, ਇਹ ਬਣਾਉਣਗੇ ਮੈਨੀਫੈਸਟੋ। ਉਹ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਿਤੇ ਗਏ ਆਉਂਦੇ ਨਹੀਂ, ਉਹ ਬਸ ਆਪਣੇ ਹਲਕੇ 'ਚ ਹੀ ਰੁੱਝੇ ਨੇ ਵੀ ਮਹਾਰਾਜ ਮੈਂ ਇੱਥੋਂ ਕਿਸੇ ਨਾ ਕਿਸੇ ਤਰ੍ਹਾਂ ਨਜਿੱਠਣਾ। ਜੇ ਅੰਬਿਕਾ ਸੋਨੀ ਹੋਰਾਂ ਦੀ ਗੱਲ ਕਰੀਏ ਤਾਂ ਸ਼ਾਇਦ ਉਹਨਾਂ ਕੋਲ ਤਾਲਮੇਲ ਕਮੇਟੀ ਦੀ ਚੇਅਰਮੈਨ ਹੀ ਆ, ਉਹ ਵੀ ਨਹੀਂ ਆਏ ਉਦੋਂ ਬਾਅਦ। ਤੇ ਰਹਿ ਗਏ ਜਾਖੜ ਸਾਹਿਬ। ਜਾਖੜ ਸਾਹਿਬ ਤਾਂ ਕੱਲ੍ਹ ਦਾ ਕਹਿ ਗਿਆ, ਵੈਸੇ ਤਾਂ ਗੱਲਬਾਤ ਤੁਹਾਡੇ ਨਾਲ ਉਹਨਾਂ ਨੇ ਕੀਤੀ ਸੀ, ਜ਼ਿਆਦਾ ਡਿਟੇਲ 'ਚ ਤੁਸੀਂ ਦੱਸੋਗੇ। ਉਹ ਕਹਿੰਦੇ ਵੀ ਮੈਂ ਹੁਣ ਐਕਟਿਵ ਪੋਲੀਟਿਕਸ 'ਚ ਨਹੀਂ ਰਹਿਣਾ, ਰਵਾਂਗਾ ਤਾਂ ਕਾਂਗਰਸ 'ਚ ਹੀ, ਪਰ ਜਿਹੜੀ ਇਲੈਕਟਰਲ ਪੋਲੀਟਿਕਸ ਹੈ, ਮਤਲਬ ਚੋਣਾਂ ਲੜਨ ਵਾਲਾ ਕੰਮ ਆ, ਉਸ ਕੰਮ 'ਚ ਨਹੀਂ, ਮੈਂ ਬਹੁਤ ਕੰਮ ਕਰ ਲਿਆ। ਫਿਰ ਪੁੱਛਿਆ ਮਹਾਰਾਜ ਬਾਦਲ ਸਾਹਿਬ 94 ਸਾਲ ਦੀ ਉਮਰ 'ਚ ਲੜੀ ਜਾਂਦੇ ਆ, ਤੁਸੀਂ ਕੈਪਟਨ ਸਾਹਿਬ ਦੇਖੋ ਕਿੰਨੀ, ਉਹਨਾਂ ਦਾ ਮੁਕਾਬਲਾ ਸੁਨੀਲ ਨੇ ਥੋੜ੍ਹਾ ਕਰ ਲੈਣਾ। ਮੈਂ ਛੱਡਿਆ ਕੰਮ। ਹੁਣ ਮਤਲਬ ਮੈਂ ਇਹ ਗੱਲ ਕਰਦਾ ਵੀ 3 ਚੇਅਰਪਰਸਨ ਨੇ ਤੇ ਚੌਥੇ ਪ੍ਰਧਾਨ ਜੀ ਨੇ ਕਾਂਗਰਸ ਪਾਰਟੀ ਦੇ। 3 ਜਿਹੜੇ ਨੇ ਉਹ ਆਲਰੇਡੀ ਛੱਡ ਚੁੱਕੇ ਆ ਹਥਿਆਰ, ਤੇ ਪ੍ਰਧਾਨ ਜੀ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੱਤਾ। ਪ੍ਰਧਾਨ ਜੀ ਕਹਿੰਦੇ ਮੈਂ ਹਲਕੇ 'ਚ ਜਿਹੜਾ ਮੇਰੇ ਵਾਲਾ ਮਾਡਲ ਉਹ ਵੀ ਮੈਂ ਫੇਸਬੁੱਕ 'ਤੇ ਪਾ ਦੇਣਾ। ਤੇ ਫਿਰ ਕਦੇ ਚੰਨੀ ਸਾਹਿਬ ਗੱਲ ਹੀ ਇੱਕ ਨਹੀਂ ਹੈ ਤਾਂ ਗੱਲ ਹੀ ਹੈ। ਸੰਧਾਲੀਆ ਸਾਹਿਬ ਦੇਖੋ, ਕਾਂਗਰਸ ਦੇ ਸਾਰੇ ਦਿਗਜ ਜਿਹੜੇ ਨੇ ਆਪੋ ਆਪਣੇ ਹਲਕਿਆਂ 'ਚ ਘਿਰੇ ਪਏ ਆ। ਹਾਲਾਂਕਿ ਸਿੱਧੂ ਸਾਹਿਬ ਤੋਂ ਬਿਨਾਂ ਕਿਸੇ ਦੇ ਵੀ ਮੁਕਾਬਲੇ ਕੋਈ ਵੱਡਾ ਬੰਦਾ ਨਹੀਂ ਖੜਾ। ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਜਦੋਂ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨ ਦਿੱਤਾ, ਉਹਨਾਂ ਨੇ ਕਿਹਾ ਰਾਹੁਲ ਗਾਂਧੀ ਹੋਰਾਂ ਨੇ ਕਿ ਵਧੀਆ ਕੰਮ ਕੀਤਾ, ਸੋਹਣਾ ਕੰਮ ਕੀਤਾ। ਵਰਕਰਾਂ ਤੋਂ ਪੁੱਛਿਆ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਪੁੱਛਿਆ, ਕੈਂਡੀਡੇਟਸ ਤੋਂ ਪੁੱਛਿਆ, ਤੇ ਸਾਰੇ ਹੀ ਕਹਿੰਦੇ ਆ ਕਿ ਚੰਨੀ ਸਾਹਿਬ ਹੀ ਮੁੱਖ ਮੰਤਰੀ ਦੇ ਦਾਅਵੇਦਾਰ ਹੋਣ ਤਾਂ ਵਧੀਆ ਹੈ। ਸਿੱਧੂ ਸਾਹਿਬ ਮੰਨ ਗਏ ਆ, ਨਾਲ ਤੁਰਨਗੇ, ਕੋਈ ਗੱਲ ਨਹੀਂ, ਠੀਕ ਹੈ। ਪਰ ਚੰਨੀ ਸਾਹਿਬ ਦੇ ਲਈ ਮੁਸ਼ਕਲਾਂ ਘੱਟ ਨਹੀਂ ਆ। ਤੁਸੀਂ 4 ਪੁਆਇੰਟ ਗਿਣਿਆ, ਇਹ ਬਹੁਤ ਇੰਪੋਰਟੈਂਟ ਹੈ। ਤੁਸੀਂ ਦੇਖੋ ਕਿ 2 ਉਪ ਮੁੱਖ ਮੰਤਰੀ ਨੇ। ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਹੋਰ ਕਿਹੜੇ ਹਲਕੇ 'ਚ ਪ੍ਰਚਾਰ ਕਰਦਿਆਂ ਸੁਣਿਆ? ਕਿਉਂਕਿ ਉਹਨਾਂ ਦਾ ਆਪਦੇ ਹਲਕੇ ਦੇ ਵਿੱਚ ਹੀ ਐਨ ਇੱਕ ਵੋਟ ਦਾ ਮੁਕਾਬਲਾ ਹੈ। OP ਸੋਨੀ ਹੋਣੀ ਤੁਸੀਂ ਕਦੇ ਨਹੀਂ ਸੁਣੇ ਹੋਣਗੇ ਕਿ ਆਪਣੇ ਹਲਕੇ ਤੋਂ ਬਿਨਾਂ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਹਲਕੇ 'ਚ ਗਏ ਆ। ਜੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੱਲ ਆਖੋ ਤਾਂ ਉਹਨਾਂ ਤੋਂ ਅਜੇ ਭਰਾ ਦਾ ਹਲਕਾ ਸਾਂਭਣਾ ਹੀ ਔਖਾ ਹੋਇਆ ਪਿਆ, ਤੇ ਮੈਨੀਫੈਸਟੋ ਕਹਿੰਦੇ 2 ਦਿਨਾਂ 'ਚ ਤਿਆਰ ਕਰ ਦਿੰਨੇ ਆ। ਉਹ ਬਹੁਤੀ ਵਾਰੀ ਤੁਸੀਂ ਰਾਹੁਲ ਗਾਂਧੀ ਹੋਰੀ ਜਦੋਂ ਆਉਂਦੇ ਉਦੋਂ ਵੀ ਨਹੀਂ ਦੇਖੋਗੇ, ਜਾਣੀ ਵੱਖਰਾ ਪ੍ਰਚਾਰ ਤਾਂ ਕੀ ਕਰਨਾ ਹੈ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦਾ ਤੁਸੀਂ ਕਦੇ ਨਾਂ ਵੀ ਨਹੀਂ ਸੁਣਿਆ ਹੋਊਗਾ। ਬੀਬੀ ਅੰਬਿਕਾ ਸੋਨੀ ਨੇ ਤਾਲਮੇਲ ਕਰਨਾ, ਚਲੋ ਜ਼ੂਮ ਦੀ ਮੀਟਿੰਗ ਤੇ ਕਰਾ ਦਿੰਦੇ ਹੋਣਗੇ। ਜਾਖੜ ਸਾਹਿਬ ਤਾਂ ਕਲੀਅਰ ਕਹਿੰਦੇ ਆ ਕਿ ਭਾਈ ਆ ਜਿਹੜਾ ਪੰਜਾਬ ਨੂੰ ਤੁਸੀਂ ਮੁਫਤ ਸਗਾਤਾਂ ਦੇਣ ਦੀ ਗੱਲ ਕਰੀ ਜਾਂਦੇ ਹੋ, ਇਹਦੇ ਵਿੱਚੋਂ ਲੱਭਣਾ ਕੱਖ ਨਹੀਂ। ਇਹਦਾ 4 ਪੁਆਇੰਟ ਉਹ ਆ ਜਿਹੜੇ ਸਾਹਮਣੇ ਨਜ਼ਰ ਆਉਂਦੇ ਆ। ਬਾਕੀ ਸੰਧਾਲੀਆ ਸਾਹਿਬ, ਜਦੋਂ ਹੁਣ ਨਵਜੋਤ ਸਿੰਘ ਸਿੱਧੂ ਲਾਂਭੇ ਨੇ ਦ੍ਰਿਸ਼ ਤੋਂ ਲੱਡੂ ਵੰਡੇ ਗਏ ਆ, ਚੰਨੀ ਸਾਹਿਬ ਨੇ ਢਾਬੇ ਤੇ ਆ ਕੇ ਆਪ ਤੜਕਾ ਲਾ ਕੇ ਤੰਦੂਰ ਕੋ ਖੜ ਕੇ ਤੰਦੂਰ ਵਾਲੀਆਂ ਰੋਟੀਆਂ ਜਦੋਂ 2 ਮਰੋੜ ਕੇ ਖਾਧੀਆਂ, ਫਿਰ ਚਰਚਾ ਚੱਲੀ ਆਹ ਹੁੰਦਾ ਹੀ ਆਮ ਬੰਦਾ, ਆਹ ਹੁੰਦਾ ਹੀ CM। ਗੱਲ ਵੀ ਠੀਕ ਹੈ, ਚੰਨੀ ਸਾਹਿਬ ਨੇ ਉਹ ਧਾਰਨਾ ਤੋੜੀ ਹੈ ਜਿਹੜੀ ਕੈਪਟਨ ਸਾਹਿਬ ਨੇ 4.5 ਸਾਲ 'ਚ ਬਣਾਤੀ ਸੀ। ਪਰ ਜੇ ਸਾਰੇ ਪੰਜਾਬ ਦੀਆਂ 117 ਸੀਟਾਂ ਦੇਖੀਏ, ਜੇ ਗੁਰਮੀਤ ਰਾਮ ਰਹੀਮ ਦਾ ਜੇਲੋਂ ਪੈਰੋਲ ਦੇ ਉੱਤੇ ਆਉਣਾ ਰਾਜਨੀਤੀ ਦੇ ਉੱਤੇ ਮਾੜਾ ਜਿਹਾ ਵੀ ਕਿਸੇ ਧਿਰ ਨੂੰ ਸਪੋਰਟ ਕਰ ਗਿਆ, ਤਾਂ ਮਾਲਵੇ ਦੇ ਵਿੱਚੋਂ ਜੇ 5, 7, 10 ਸੀਟਾਂ ਦਾ ਵੀ ਫਰਕ ਪੈ ਗਿਆ ਤਾਂ ਚੰਨੀ ਸਾਹਿਬ ਉਹ ਘਾਟਾ ਪੂਰਾ ਕਿੱਦਾਂ ਕਰਨਗੇ? ਕਿਉਂਕਿ ਜੇ 60 ਬੰਦੇ ਜਿੱਤਦੇ ਆ ਤਾਂ ਮੁੱਖ ਮੰਤਰੀ ਦਾ ਤਾਜ ਵੀ ਚੰਨੀ ਸਾਹਿਬ ਦੇ ਸਿਰ ਤੇ। ਜੇ ਕਾਂਗਰਸ ਪਾਰਟੀ ਬਹੁਮਤ ਤੋਂ ਪਿੱਛੇ ਰਹਿੰਦੀ ਹੈ ਤੇ ਸਾਰੇ ਦਾ ਸਾਰਾ ਠੀਕਰਾ ਵੀ ਉਹਨਾਂ ਦੇ ਸਿਰ ਤੇ ਭੰਨਿਆ ਜਾਊਗਾ। ਪਟਿਆਲਾ ਜ਼ਿਲ੍ਹਾ, ਕੈਪਟਨ ਸਾਹਿਬ ਉੱਥੋਂ ਪਰੇ ਗਏ ਆ। ਜੇ ਸਿੱਧੂ ਸਾਹਿਬ ਦਾਅਵੇਦਾਰ ਹੁੰਦੇ ਜਾਂ ਸਾਂਝੀ ਨੇਤਰਤਵ ਰੱਖਿਆ ਜਾਂਦਾ, ਫਿਰ ਬਹੁਤੇ ਬੰਦਿਆਂ ਨੇ ਕਹਿਣਾ ਸੀ ਸਿੱਧੂ ਸਾਹਿਬ ਨੇ ਅੱਗੇ ਹੋ ਕੇ ਲੜਾਈ ਲੜੀ, ਕੈਪਟਨ ਸਾਹਿਬ ਬਾਹਰ ਕੱਢਿਆ, ਦੇਖੋ ਜੀ 25 ਸੀਟਾਂ ਹਰਾਤੀਆਂ। ਹੁਣ ਤਾਂ ਨਵਜੋਤ ਸਿੰਘ ਸਿੱਧੂ ਲਾਂਭੇ ਨੇ। ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਖਾਸ ਤੌਰ ਤੇ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਸਨੌਰ, ਰਾਜਪੁਰਾ, ਇਹ ਉਹ ਹਲਕੇ ਨੇ ਜਿੱਥੇ ਕੈਪਟਨ ਸਾਹਿਬ ਦੇ ਉਮੀਦਵਾਰ ਇਦਾਂ ਦੇ ਨੇ ਜਿਹੜੇ ਕਾਂਗਰਸੀ ਉਮੀਦਵਾਰਾਂ ਦੇ ਉੱਥੇ ਪੈਰ ਨਹੀਂ ਲੱਗਣ ਦੇ ਰਹੇ। ਹੁਣ ਉਹ ਪਟਿਆਲੇ ਜ਼ਿਲ੍ਹੇ ਦਾ ਘਾਟਾ, ਬਾਕੀ ਆਪਾਂ ਛੱਡੇ ਦਿੱਤੇ ਸਾਰੇ, ਉਹ ਕਿਵੇਂ ਪੂਰਾ ਕਰਨਾ? ਚੰਨੀ ਸਾਹਿਬ ਨੇ ਇਹ ਵੀ ਬਿਉਂਤਬੰਦੀ ਕਰਨੀ ਹੈ। ਕਪੂਰਥਲੇ 'ਚ ਜੇ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਆਪਣੀ ਸੀਟ ਸੇਫ ਹੋਏਗੀ ਤਾਂ ਭੁਲੱਥ ਦੇ ਵਿੱਚ, ਸੁਲਤਾਨਪੁਰ ਲੋਧੀ ਦੇ ਵਿੱਚ ਤੇ ਫਗਵਾੜੇ ਦੇ ਵਿੱਚ ਉਹਨਾਂ ਦੇ ਬੰਦੇ ਕਿਸ ਤਰੀਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਕਾਟ ਕਰੀ ਜਾਂਦੇ ਆ, ਉਹ ਘਾਟਾ ਕਿੱਦਾਂ ਪੂਰਾ ਕਰਨਾ? 30 ਵਿਧਾਨ ਸਭਾ ਹਲਕਿਆਂ 'ਚ ਜਾਂ ਤਾਂ ਬਾਗੀ ਖੜੇ ਆ ਜਾਂ ਕਾਂਗਰਸ ਦੇ ਬੰਦੇ ਦੂਸਰੀਆਂ ਪਾਰਟੀਆਂ ਵੱਲੋਂ ਜਾ ਕੇ ਖੜੇ ਆ। ਉਹ 30 ਵਿਧਾਨ ਸਭਾ ਹਲਕਿਆਂ ਦਾ ਘਾਟਾ ਕਿੱਦਾਂ ਪੂਰਾ ਕਰਨਾ? ਕਿਉਂਕਿ ਅਜੇ ਤੱਕ ਤਾਂ ਜੇ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਦੇਖੋ, ਇਸੇ ਗੱਲ ਦੀ ਖੁਸ਼ੀ ਹੈ ਨਾ ਕਿ ਆਪਾਂ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਤਾ। ਕੋਈ ਬੰਦਾ ਮਨਾ ਨਹੀਂ ਹੋਇਆ, ਜਿਹੜੇ ਦੂਸਰੀਆਂ ਪਾਰਟੀਆਂ ਜਾਂਦੇ ਸੀ ਰੋਕ ਨਹੀਂ ਹੋਏ, ਜਿਹੜੇ ਆਜ਼ਾਦ ਖੜੇ ਸੀ 1-2 ਨੂੰ ਛੱਡ ਕੇ ਕਾਗਜ਼ ਵਾਪਸ ਕਰਾ ਨਹੀਂ ਹੋਏ। ਤੇ ਸਭ ਤੋਂ ਵੱਡੀ ਗੱਲ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਆਉਂਦੇ
ਜੇ ਆਉਂਦੇ ਸੀ, ਅਸੀਂ ਨਹੀਂ ਕਹਿੰਦੇ ਆਉਣ। ਤਾਂ ਭਗਵੰਤ ਮਾਨ ਸਾਹਿਬ ਦੇ ਲਈ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਈ ਇੱਕ ਮੁਸ਼ਕਲ ਆਉਂਦੀ ਸੀ ਕਿ ਉਹ ਬੰਦੇ ਦਾ ਜਿੱਦਾਂ ਦਾ ਵੀ ਸੀ ਇੱਕ ਮਾਡਲ ਸੀ, ਉਹ ਬੰਦਾ ਕਹਿੰਦਾ ਸੀ ਮੈਂ ਐਂ ਕੰਮ ਕਰੂੰਗਾ। ਹੁਣ ਤਾਂ ਭਗਵੰਤ ਮਾਨ ਹੋਰਾਂ ਦੇ ਲਈ ਬਹੁਤਾ ਸੌਖਾ ਕੰਮ ਹੋ ਗਿਆ। ਉਹ ਜਿੱਦਣ ਦੇ ਉਹ ਜਿੱਥੇ ਜਾਂਦੇ ਇਹੀ ਕਹਿੰਦੇ ਆ, ਦੇਖੋ ਜੀ ਗੱਲ ਇਹ ਹੈ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਦੇਖਿਆ, ਤੁਸੀਂ ਚੰਨੀ ਸਾਹਿਬ ਨੂੰ ਵੀ ਦੇਖ ਲਿਆ, ਯਾਰ ਇੱਕ ਵਾਰੀ ਸਾਨੂੰ ਦੇਖ ਲਓ। ਕਿਉਂਕਿ ਜੇ ਇੱਥੇ ਚੰਨੀ ਸਾਹਿਬ ਨਾ ਹੁੰਦੇ, ਸਿੱਧੂ ਸਾਹਿਬ ਹੁੰਦੇ, ਫਿਰ ਉਹਨਾਂ ਦਾ ਬਿਆਨ ਕੁਛ ਹੋਰ ਹੋਣਾ ਸੀ। ਇਹ ਫਰਕ ਪੈਣਾ ਸੀ। ਦੇਖੋ ਹੁਣ ਤੁਸੀਂ ਇਹ ਤਾਂ ਦੱਸੀਆਂ ਅੰਦਰਲੀਆਂ ਮੁਸ਼ਕਲਾਂ ਚੰਨੀ ਸਾਹਿਬ ਦੀਆਂ, ਬਾਹਰਲੀਆਂ ਵੀ ਘੱਟ ਨਹੀਂ ਹੈਗੀਆਂ। ਅੱਛਾ ਜੀ। ਦੇਖੋ ਬਾਹਰਲੀਆਂ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਉਹ ਕਹਿੰਦੇ ਆਹ ਤਾਂ ਬਹੁਤ ਵਧੀਆ ਕਰਤਾ ਰਾਹੁਲ ਗਾਂਧੀ ਸਾਹਿਬ ਨੇ, ਕਹਿੰਦੇ ਗਰੀਬ ਲੱਭਿਆ ਕਿੰਨੇ 100 ਕਰੋੜ ਵਾਲਾ, ਤੁਹਾਨੂੰ ਪਤਾ ਹੀ। ਫਿਰ ਉਹ ਤੋਂ ਬਾਅਦ ਕਹਿੰਦੇ ਵੀ ਮੈਨੂੰ ਸਮਝੋ ਬਾਹਰ ਹੈ ਕੰਮ ਵੀ ਜੇ ਉਹ ਕਹਿੰਦੇ ਵੀ ਗਰੀਬ ਨੇ ਅਸੀਂ ਦਲਿਤ ਭਾਈਚਾਰੇ ਦੇ ਵਿੱਚੋਂ ਬਣਾਇਆ, ਤੇ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਕਾਸ਼ੋਂ ਥੋੜ੍ਹਾ ਉਤਰਿਆ, ਵਿੱਚ ਹੀ ਸੀਗਾ। ਕਹਿੰਦੇ ਉਹਨਾਂ ਬੰਦਿਆਂ ਦੇ ਵਿੱਚ ਤੇ ਤੁਸੀਂ ਆਪ ਹਿਸਾਬ ਲਾਓ ਵੀ 4.5 ਸਾਲ ਕਿੰਨੇ ਦਲਿਤ ਪਰਿਵਾਰਾਂ ਦੇ ਬੱਚੇ ਪੜ੍ਹ ਨਹੀਂ ਸਕੇ, ਕਿਉਂਕਿ ਜਿਹੜਾ ਪੈਸਾ ਜਿਹੜਾ ਸੀਗਾ ਉਹ ਲੱਗਾ ਨਹੀਂ ਟਿਕਾਣੇ, ਹੈ ਨਾ। ਉਹ ਤੋਂ ਬਾਅਦ ਉਹਨਾਂ ਨੇ ਹਿਸਾਬ ਹੀ ਲਾਇਆ, ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਲਾਇਆ। ਉਹ ਕਹਿੰਦੇ 4.5 ਸਾਲ ਦੇ ਹਿਸਾਬ ਨਾਲ ਕੋਈ ਜੇ ਜੋੜਿਆ ਜਾਵੇ ਤੇ ਹਰੇਕ ਸਾਲ ਦੇ ਆਪਾਂ ਇੰਨੇ ਜਵਾਕ ਲਾ ਲਏ ਤੇ 20 ਲੱਖ ਤੋਂ ਉੱਪਰ ਜਵਾਕ ਬਣ ਜਾਂਦੇ ਆ। ਵੀ ਉਹਨੇ ਨਿਆਣਿਆਂ ਨੂੰ ਪੜ੍ਹਨ ਤੋਂ ਮਰਹੂਮ ਰੱਖਿਆ ਚੰਨੀ ਸਾਹਿਬ ਨੇ, ਤੇ ਤੁਸੀਂ ਕਹਿੰਦੇ ਹੋ ਵੀ ਉਹ ਗਰੀਬਾਂ ਦੇ ਮਸੀਹਾ ਨੇ, ਕਿਹੜੇ ਹਿਸਾਬ ਨਾਲ। ਫਿਰ ਉਹ ਤੋਂ ਬਾਅਦ ਆਪਣੇ ਆਮ ਆਦਮੀ ਪਾਰਟੀ ਵਾਲੇ ਸਰਦਾਰ ਜੀ ਜਿਹੜੇ ਇੰਚਾਰਜ ਨੇ ਜਰਨੈਲ ਸਿੰਘ ਹੋਰੀ, ਉਹਨਾਂ ਦੇ ਸ਼ਬਦ ਹੋਰ ਵਰਤ ਦਿੱਤਾ। ਉਹ ਕਹਿੰਦੇ ਤੁਹਾਨੂੰ ਪਤਾ ਹੀ ਆ ਮੀ ਟੂ ਦੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ। ਕਹਿੰਦੇ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਬੰਦੇ ਦੇ ਉੱਪਰ ਕਰਪਸ਼ਨ ਦੇ ਤੇ ਮੀ ਟੂ ਦੇ ਇੱਦਾਂ ਦੇ ਦੋਸ਼ ਜੇ ਲੱਗਣ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਡਿਗਰੀ ਹੋ ਜਾਂਦੀ ਆ, ਤੇ ਫਿਰ ਕਾਂਗਰਸ ਪਾਰਟੀ ਉਸ ਬੰਦੇ ਨੂੰ ਆਉਂਦੀ ਵੀ ਆਹ ਸਾਡਾ ਚਿਹਰਾ ਹੋਊਗਾ। ਹੁਣ ਇੱਥੋਂ ਲਿਆਣ ਕੇ ਜਦੋਂ ਗੱਲਾਂ ਅਗਲੇ ਕੱਢ ਕੇ ਮਾਰਨਗੇ ਗੇਟਿਆਂ 'ਚ, ਤੇ ਫਿਰ ਤੰਗ ਕਰਨਗੇ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿੱਦਾਂ ਹੀ ਚੰਨੀ ਅਸੀਂ ਸ਼ੁਭ ਸ਼ਾਮਾਂ ਦਿੰਦੇ ਹਾਂ, ਜਿੱਦਾਂ ਭਗਵੰਤ ਮਾਨ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਰਾਜੇਵਾਲ ਸਾਹਿਬ ਨੂੰ ਦਿੱਤੀਆਂ ਸੀ, ਇੱਦਾਂ ਹੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਿ ਭਾਈ ਤੁਸੀਂ ਦਾਅਵੇਦਾਰ ਬਣੇ ਹੋ, ਵਧੀਆ ਕੰਮ ਕਰੋ, ਸ਼ੁਭ ਸ਼ਾਮਾਂ ਨੇ। ਪਰ ਕਿਉਂਕਿ ਇਹ ਗੱਲਾਂ ਸਪਸ਼ਟ ਰੂਪ 'ਚ ਕੈਮਰਿਆਂ ਦੇ ਸਾਹਮਣੇ ਲੀਡਰਾਂ ਨੇ ਕਹੀਆਂ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਪਤਾ ਕਿਆ ਕਹਿੰਦੇ ਜੀ, ਆਹ ਦੇਖ ਲਓ ਧੀਆਂ ਭੈਣਾਂ ਦੇ ਪ੍ਰਤੀ ਇਹਨਾਂ ਦੀ ਸੋਚ ਕੀ ਹੈ ਚੰਨੀ ਸਾਹਿਬ ਦੀ, ਸਾਰਿਆਂ ਨੂੰ ਪਤਾ। ਤੇ ਰਾਹੁਲ ਗਾਂਧੀ ਨੂੰ ਇਹ ਚਿਹਰਾ ਪਸੰਦ ਆਇਆ, ਤੁਸੀਂ ਰਾਹੁਲ ਗਾਂਧੀ ਦਾ ਹਿਸਾਬ ਲਾ ਲਓ, ਕਹਿੰਦੇ ਕੀ ਹੋਏਗਾ। ਉਧਰ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਜੀ ਦੇਖੋ ਸਾਨੂੰ ਪਤਾ ਹੀ ਹੈ ਕਹਿਣਾ ਕੀ ਹੈ, ਉਹ ਰੇਤੇ ਦੇ ਕੰਮ ਕਰਦਾ, ਹੁਣ ਮੈਂ ਬਹੁਤਾ ਨਹੀਂ ਕੁਝ ਕਹਿੰਦਾ। ਚੰਦੂ ਮਹਾਰਾਜ ਸਾਹਿਬ ਕਹਿੰਦੇ ਸੂਤਰਧਾਰ ਹੀ ਇਹ ਸੀ, ਇਹ ਸੂਤਰਧਾਰ ਸਾਰੇ ਹੀ ਇਹ ਸੀ। ਸਾਰੀਆਂ ਪਾਰਟੀਆਂ ਵੱਲੋਂ ਇੱਕ ਕਰਕੇ ਚੰਨੀ ਸਾਹਿਬ ਦਾ ਈਡੀ ਵਾਲਾ ਮਸਲਾ ਜਿਹੜਾ ਉਹ ਰਿੜਕਿਆ ਗਿਆ। ਵੈਸੇ ਮੇਰੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਸੀ ਕਿ ਹੁਣ ਜਦੋਂ ਚੰਨੀ ਸਾਹਿਬ ਨੂੰ ਸਾਰੇ ਬੰਦੇ ਅੜਿੱਕੇ ਲੈਣ ਲੱਗ ਪਏ, ਕਿਉਂਕਿ ਸਿਆਸੀ ਦੁਸ਼ਮਣ ਨੇ, ਵੱਡੀ ਕੁਰਸੀ ਤੇ ਬਹਿਣ ਦੇ ਦਾਅਵੇਦਾਰ ਨੇ, ਤਾਂ ਫਿਰ ਵਿਰੋਧੀਆਂ ਨੇ ਗੱਲਾਂ ਕਰਨੀਆਂ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਦਾਅਵਾ ਕੀਤਾ, ਉਹ ਕਹਿੰਦੇ ਜੀ ਉਹ ਮੁੰਡਾ ਭੁਪਿੰਦਰ ਹਨੀ ਭਾਣਜਾ ਇਹਨਾਂ ਦਾ ਮੰਨ ਗਿਆ ਕਿ ਬਦਲੀਆਂ, ਨਿਯੁਕਤੀਆਂ ਤੇ ਰੇਤੇ ਦੇ ਠੇਕੇਦਾਰਾਂ ਤੋਂ ਇਹ 10 ਕਰੋੜ ਰੁਪਈਆ ਇਕੱਠਾ ਕੀਤਾ। ਇਹ ਉਹਨਾਂ ਦਾ ਦਾਅਵਾ ਹੈ ਕਿ ਹੁਣ ਕਿਉਂਕਿ ਪੇਸ਼ ਕਰਨਾ ਹੈ, ਉਹ ਕਹਿੰਦੇ ਜੀ ਉਹ ਮੰਨ ਗਿਆ। ਹੁਣ ਉਹਨਾਂ ਨੇ ਇਹ ਬਿਲਕੁਲ ਨਹੀਂ ਦੱਸਿਆ ਕਿ ਉਹਨੇ ਹੋਰ ਕਿਸੇ ਦਾ ਨਾਂ ਲਿਆ ਕਿ ਨਹੀਂ ਲਿਆ। ਕਹਿੰਦੇ ਜੀ ਪਹਿਲੇ ਇੱਕ ਅੱਧਾ ਦਿਨ ਨਹੀਂ ਮੰਨਿਆ, ਫਿਰ ਮੁੜ ਕੇ ਮਾੜੀ ਜਿਹੀ ਸਖਤੀ ਕੀਤੀ ਤਾਂ ਫਿਰ ਉਹਨੇ ਦੱਸ ਦਿੱਤਾ ਹੀ ਸਾਰਾ ਕੁਝ। ਹੁਣ ਕੀ ਮੰਨ ਲਓ ਕਿ ਠੀਕ ਹੈ ਤੁਸੀਂ ਲੀਡਰ ਹੋ, ਮੈਂ ਤੁਹਾਡੇ ਨਾਲ ਹੀ ਰਹਿਣਾ, ਪਰ ਮੈਂ ਜੇ ਕਿਸੇ ਨੂੰ ਕਹਾਂ ਕਿ ਮੈਂ ਪੀਐਨ ਦੀ ਵੀ ਬਦਲੀ ਕਰਾ ਦੇਣੀ ਆ, ਤਾਂ ਮੈਨੂੰ ਤਾਂ ਕਹਿੰਦੇ 1 ਕਿਲੋ ਲੱਡੂ ਵੀ ਨਹੀਂ ਲੈ ਕੇ ਦੇਣੇ, ਕਿਉਂਕਿ ਉਹਨਾਂ ਨੂੰ ਪਤਾ ਮੈਂ ਕਿੰਨੇ ਕੁ ਯੋਗ ਹੈ। ਯਾਨੀ ਜੇ ਉਹ ਬੰਦਾ ਨਿਯੁਕਤੀ, ਬਦਲੀ ਜਾਂ ਕਿਸੇ ਰੇਤ ਵਾਲੇ ਠੇਕੇਦਾਰ ਨੂੰ ਜਾ ਕੇ ਕਹਿੰਦਾ ਲਿਆਓ ਕਾਕਾ 2 ਲੱਖ ਰੁਪਇਆ ਡਿੱਗੀ 'ਚ ਰੱਖ ਪਿੱਛੇ, ਹੁਣ ਉਹ 2 ਲੱਖ ਰੁਪਈਆ ਉਹ ਕਾਕੇ ਦੇ ਨਾਂ ਨੂੰ ਤਾਂ ਨਹੀਂ ਰੱਖਿਆ ਹੋਣਾ। ਯਾਨੀ ਜੇ ਈਡੀ ਇਹ ਦਾਅਵਾ ਕਰਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਗੱਲ ਜਿਹੜੀ ਹੈ ਚੰਨੀ ਸਾਹਿਬ ਦੇ ਸਾਹਮਣੇ ਸਮੱਸਿਆ ਬਣ ਕੇ ਨਹੀਂ ਖੜੀ ਹੋ ਜੂ। ਨਹੀਂ ਹੋ ਗਈ, ਕਿਉਂਕਿ ਈਡੀ ਨੇ ਇਹ ਵੀ ਤੇ ਕਹਿਣਾ ਵੀ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਲੋਕਾਂ ਤੋਂ ਵੀ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ। ਇਹ ਇੱਕ ਹੀ ਲਾਈਨ ਹੈ ਬਸ, ਪਰ ਇੱਕ ਲਾਈਨ ਇੱਦਾਂ ਦੀ ਆ ਵੀ ਮਤਲਬ ਉਹ ਹੱਥ ਨਹੀਂ ਲੱਗਦਾ ਨਾ ਜਦੋਂ ਇੰਨਾ ਤੱਤੀ ਮਤਲਬ ਲਾਈਨ ਹੈ। ਹੁਣ ਜੇ ਤੇ ਇਸ ਪਾਸੇ ਕੰਮ ਤੁਰ ਪਿਆ, ਕਿਉਂਕਿ ਜਿਹੜਾ ਕਨੈਕਸ਼ਨ ਤੁਸੀਂ ਜੋੜਦੇ ਉਹਦੇ ਵਿਰੋਧੀ ਜੋੜਦੇ ਸੀ ਬੜੇ ਚਿਰ ਤੋਂ ਵੀ ਮਹਾਰਾਜ ਵੀ ਜੇ ਠੀਕ ਹੈ ਚੰਨੀ ਸਾਹਿਬ ਕਹਿੰਦੇ ਯਾਰ ਮੇਰਾ ਕੀ ਲੈਣਾ ਦੇਣਾ, ਰਿਸ਼ਤੇਦਾਰ ਸੀਗਾ, ਰਿਸ਼ਤੇਦਾਰ ਆਪਣੇ ਥਾਂ 'ਤੇ ਹੋਊਗਾ, ਉਹ ਗੱਲ ਵੱਖਰੀ, ਮੈਂ ਨਿਗਾਹ ਨਹੀਂ ਰੱਖ ਸਕਿਆ। ਪਰ ਕਾਰਨ ਇਹ ਆ ਵੀ ਨਿਗਾਹ ਤੇ ਤਾਂ ਰੱਖਣ ਦੀ ਲੋੜ ਪਵੇ ਨਾ ਵੀ ਜੇ ਮਤਲਬ ਰਿਸ਼ਤੇਦਾਰ ਸਕੂਟਰ 'ਤੇ ਆਉਂਦਾ ਹੋਵੇ, ਰਿਸ਼ਤੇਦਾਰ ਦੀ ਕੋਲ ਬਕਾਇਦਾ ਗੱਡੀ ਆ, ਗੱਡੀ ਤੇ ਐਮਐਲਏ ਦਾ ਸਟicker ਲੱਗਾ, 5-4 ਬੰਦੇ ਨਾਲ ਸਿਕਿਉਰਿਟੀ ਗਾਰਡ ਤੁਰੇ ਫਿਰਦੇ ਨੇ, ਜਿਪਸੀ ਨਾਲ ਘੂੰ ਟੂੰ ਹੁੰਦੀ ਆ, ਬੰਦਾ ਬੜਿਆਂ ਥਾਵਾਂ ਤੇ ਮੰਤਰੀਆਂ ਸੰਤਰੀਆਂ ਨਾਲ ਤੁਰਿਆ ਫਿਰਦਾ। ਰਿਸ਼ਤੇਦਾਰ ਦੇ ਨਿਗਾਹ ਰੱਖਣ ਦੀ ਤਾਂ ਲੋੜ ਹੀ ਨਹੀਂ, ਕਿਉਂਕਿ ਹਰੇਕ ਦੀ ਨਿਗਾਹ ਰਿਸ਼ਤੇਦਾਰ ਤੇ ਹੁੰਦੀ ਵੀ ਯਾਰ ਆਹ ਬੰਦਾ ਕਿਹੜਾ ਹੀ ਹੋਏ। ਨਹੀਂ ਇਹ ਗੱਲ ਗਲਤ ਹੈ। ਰਿਸ਼ਤੇਦਾਰ ਤੇ ਨਿਗਾਹ ਨਹੀਂ, ਰਿਸ਼ਤੇਦਾਰ ਲੈ ਕੇ ਮੰਨ ਲਓ ਮਾਮਾ ਆਇਆ ਹੀ, ਮਾਮੇ ਦੇ ਹੱਥ 'ਚ ਲਿਫਾਫਾ ਹੀ, ਦੂਰੋਂ ਦੇਖਿਆ ਸੇਬ ਆ, ਕੇਲੇ ਆ, ਚੀਕੂ ਲੱਗਦੇ ਆ, ਆੜੂ ਹੋਣੇ ਆ, ਨਹੀਂ ਸੰਤਰੇ ਆ। ਜਾਣੀ ਰਿਸ਼ਤੇਦਾਰ ਵੀ ਹੈ, ਰਿਸ਼ਤੇਦਾਰ ਦੇ ਕੋਲ ਕੀ ਹੈ, ਹੈ ਨਾ, ਉਹ ਸਾਰਾ ਕੁਝ ਹੁੰਦਾ। ਹੁਣ ਦੇਖੋ ਇਹ ਆਪਾਂ ਹੁਣ ਗੱਲ ਨਹੀਂ ਕਰਦੇ, ਕਿਉਂਕਿ ਦੇਖੋ ਜੇ ਈਡੀ ਵਾਲਿਆਂ ਨੇ ਇੰਨੀ ਕੁ ਗੱਲ ਕੀਤੀ ਹੈ ਤੇ ਕੱਲ੍ਹ ਨੂੰ ਅਗਲੇ ਬੰਦੇ ਅਗਲੀ ਗੱਲ ਵੀ ਕਰਨਗੇ, ਫਿਰ ਆਪੇ ਸਾਰਾ ਕੁਝ ਪਤਾ ਲੱਗ ਜਾਣਾ।
ਬਾਕੀ ਇਹ ਆ ਵੀ ਇਹ ਸਾਰੇ ਕੁਛ ਦਾ ਪ੍ਰਭਾਵ ਪਤਾ ਨਹੀਂ ਕੀ ਪਵੇ ਕੀ ਨਾ ਪਵੇ। ਇੱਕ ਸਰਵੇ ਜਿਹਾ ਹੋਰ ਆਇਆ, ਪਿਛਲੀ ਵਾਰ ਵੀ ਆਉਂਦੇ ਹੁੰਦੇ ਸੀ, ਕੋਈ ਨਵੀਂ ਗੱਲ ਨਹੀਂ ਹੈਗੀ। ਮੈਨੂੰ ਐਂ ਵੀ ਇਹ ਨਾ ਹੋਵੇ ਆਮ ਆਦਮੀ ਪਾਰਟੀ ਵਾਲੇ ਹੁਣੇ ਛਾਲਾ ਮਾਰ ਉਹ ਤੇਰਾ ਭਲੇ। ਅੱਛਾ ਜੀ, ਸਰਵੇ ਇਹ ਕਹਿੰਦਾ ਜੀ ਵੀ ਵੋਟ ਪਰਸੈਂਟੇਜ ਜਿਹੜੀ ਆ, ਜਦੋਂ ਤੋਂ ਭਗਵੰਤ ਮਾਨ ਸਾਹਿਬ ਦਾ ਚਿਹਰਾ ਲਿਆਂਦਾ ਅਤੇ ਉੱਧਰੋਂ ਹੁਣ ਚੰਨੀ ਸਾਹਿਬ ਦਾ ਚਿਹਰਾ ਅਨਾਊਂਸ ਕਰਤਾ ਕਾਂਗਰਸ ਪਾਰਟੀ ਨੇ, ਉਹਦੇ ਤੋਂ ਬਾਅਦ ਫਰਕ ਇਹ ਆ ਵੀ 40% ਵੋਟਾਂ ਆਮ ਆਦਮੀ ਪਾਰਟੀ ਦੀਆਂ, 30 ਕਾਂਗਰਸ ਪਾਰਟੀ ਦੀਆਂ, 20 ਅਕਾਲੀ ਦਲ ਦੀਆਂ, 6 ਬੀਜੇਪੀ ਨੂੰ ਅਤੇ 2% ਬਾਕੀ ਜੀ। ਹੁਣ ਇਸ ਸਰਵੇ ਦੇ ਹਿਸਾਬ ਨਾਲ ਜਦੋਂ ਸੀਐਮ ਚਿਹਰੇ ਦੀ ਉਹ ਗੱਲ ਕਰਦੇ ਆ ਅਤੇ ਉਹਦੇ 'ਚ ਵੀ ਕਹਿੰਦੇ ਵੀ ਉਹ 10% ਦੇ ਹਿਸਾਬ ਨਾਲ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਦੀ ਕੁਰਸੀ ਦੇ ਲਈ ਚੰਨੀ ਸਾਹਿਬ ਤੋਂ ਅੱਗੇ। ਫਿਰ ਜਦੋਂ ਉਹਦੇ 'ਚੋਂ ਸੀਟਾਂ ਬਣਦੀਆਂ ਤਾਂ ਹੋ ਗਈ ਨਾ ਵੋਟ ਪਰਸੈਂਟੇਜ, ਸੀਟਾਂ ਹੁਣ ਉਹ ਬਹੁਮਤ ਉੱਪਰ ਲੈ ਜਾਂਦੇ ਆ, ਮਤਲਬ 55 57 ਤੋਂ 62 63 ਤੱਕ। ਉਧਰ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ 43 ਤੋਂ ਮਤਲਬ 45 ਦੇ ਵਿੱਚ ਜਿਹੜਾ ਕਹਿ ਲਓ ਕਿ ਵੀ ਅਕਾਲੀ ਦਲ ਆ ਉਹ ਤੋਂ ਵੀ ਥੱਲੇ, ਬੀਜੇਪੀ ਤੇ ਅਦਰਸ ਤਾਂ ਵਿਚਾਰੇ ਇੱਕ ਨੰਬਰ ਵਾਲੀ ਹੈ ਜੀ। ਹੁਣ ਇਹ ਜਿਹੜਾ ਹੁਣ ਸਰਵੇ ਆਇਆ, ਮੈਂ ਕੁਦਰਤੀ ਮੈਂ ਕਿਹਾ ਯਾਰ ਲੱਭੀਏ ਤਾਂ ਸਹੀ ਵੀ ਇਹ ਤਾਂ 2017 ਜੇ ਤੋਂ ਜ਼ਿਆਦਾ ਸੀਗਾ, ਉਦੋਂ ਵੀ ਇਹੋ ਕੁਛ ਸੀਗਾ ਅਤੇ ਉਦੋਂ ਕੀ ਬਣਿਆ। ਨਹੀਂ ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਹੈ, ਇਹਦੇ ਵਿੱਚ ਅਕਾਲੀਆਂ ਗੁੱਸਾ ਕਰਨਾ ਨਹੀਂ, ਗੁੱਸਾ ਤਾਂ ਤੀਜੇ ਨੰਬਰ ਦੇ ਉੱਤੇ ਤੁਸੀਂ ਜਾਣੀ ਉਹ ਸਭ ਤੋਂ ਪਹਿਲਾਂ ਦੇ ਲੱਗੇ ਆ। ਹਾਂ, ਸਭ ਤੋਂ ਵੱਧ ਰੈਲੀਆਂ ਕੀਤੀਆਂ, ਸਭ ਤੋਂ ਪਹਿਲਾਂ ਦੇ ਉਮੀਦਵਾਰ। ਮੈਂ ਤਾਂ ਕਿਹਾ ਵੀ ਬਿਸਤਰਾ ਪਤਾ ਨਹੀਂ ਕਿੰਨੀ ਕੁ ਧੋ ਲੈਣਾ ਜਿਹੜਾ ਗੱਡੀ ਰੱਖਿਆ ਸੀ, ਉਹ ਬਦਲ ਕੇ ਇੱਕ ਵਿੱਚ ਰੱਖ ਲੈਂਦੇ ਗੱਡੀ ਦੇ। ਹੁਣ ਦੇਖੋ ਆਮ ਆਦਮੀ ਪਾਰਟੀ ਚੜ੍ਹਾਈ 'ਚ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਾਣੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਇਹਦੇ ਵਿੱਚ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ 3 ਮਹੀਨੇ ਪਹਿਲਾਂ ਜਿਹੜੀ ਪੋਜੀਸ਼ਨ ਤੇ ਸੀ ਅੱਜ ਉਹਦੇ ਤੋਂ ਬਹੁਤ ਤਾਂ। ਪਰ ਇਸ ਗੱਲ ਦਾ ਭੁਲੇਖਾ ਕਦੇ ਨਹੀਂ ਪਾਲਣਾ ਚਾਹੀਦਾ ਵੀ ਅਸੀਂ ਇੰਨੇ ਤਾਂ ਆ ਵੀ ਤਾਂ ਹੀ ਚਲੇ ਗਏ ਤੇ ਬਾਕੀ ਠਾਂ ਰਹਿ ਗਏ ਨਾ। ਕਿਉਂਕਿ ਇੱਕ ਗੱਲ ਪਿਛਲੀ ਵਾਰ 15 ਦਿਨ ਪਹਿਲਾਂ, ਜਦੋਂ ਅੱਜ 12-13 ਦਿਨ ਰਹਿੰਦੇ ਆ, ਜੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹਨਾਂ ਦੀ ਯਾਦ ਸ਼ਕਤੀ ਠੀਕ ਹੋਵੇ ਤਾਂ ਪਿਛਲੀ ਵਾਰ 12-13 ਦਿਨ ਪਹਿਲਾਂ ਇਦਾਂ ਹੀ ਚੜ੍ਹਾਈ ਸੀ ਆਮ ਆਦਮੀ ਪਾਰਟੀ ਦੀ। ਐਤਕੀ ਵੀ ਉਦਾਂ ਹੀ ਚੜ੍ਹਾਈਆਂ ਤੇ ਉਹਦੇ ਤੋਂ ਪੂਰਾ ਵੱਧ ਚੜ੍ਹਾਈ ਹੈ। ਪਰ ਉਹ ਚੜ੍ਹਾਈ EVM ਮਸ਼ੀਨਾਂ ਦੀ ਜਿਹੜੀ ਟੀ ਵੱਜਦੀ ਹੈ ਉਹਦੇ ਵਿੱਚ ਤਬਦੀਲ ਕਿਉਂ ਨਹੀਂ ਸੀ ਹੋ ਸਕੀ, ਇਹ ਗੱਲ ਬਹੁਤ ਸੋਚਣ ਵਿਚਾਰਨ ਵਾਲੀ ਹੈ। ਉਦੋਂ ਵੀ ਦਿੱਲੀ ਵਾਲੇ ਬੰਦੇ ਸੀ, ਅੱਜ ਵੀ ਦਿੱਲੀ ਵਾਲੇ ਬੰਦੇ ਨੇ। ਉਦੋਂ ਵੀ ਭਗਵੰਤ ਮਾਨ ਸਾਹਿਬ ਸਵੇਰੇ ਤੁਰ ਪੈਂਦੇ ਸੀ, ਅੱਧੀ ਰਾਤੀ ਵਾਪਸ ਆਉਂਦੇ ਸੀ। ਐਤਕੀ ਵੀ ਇਦਾਂ ਹੀ ਹੈ। ਉਦੋਂ ਵੀ ਭਗਵੰਤ ਮਾਨ ਸਾਹਿਬ ਦੇ ਭਾਸ਼ਣ ਸਭ ਤੋਂ ਵੱਧ ਸੁਣੇ ਜਾਂਦੇ ਸੀ, ਐਤਕੀ ਵੀ ਇਦਾਂ ਹੀ ਹੈ। ਉਦੋਂ ਵੀ ਲੱਗਦਾ ਸੀ ਕਿ ਬਾਕੀ ਸਿਆਸੀ ਪਾਰਟੀਆਂ ਬਹੁਤ ਪਛੜ ਗਈਆਂ, ਐਤਕੀ ਵੀ ਲੱਗਦਾ। ਪਰ ਇਹ ਗੱਲ ਬਹੁਤ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਮਜ਼ੋਰ ਹੈ। ਖਾਸ ਤੌਰ ਦੇ ਉੱਤੇ ਮਾਝੇ ਦੇ ਵਿੱਚ ਇਹ ਪਤਾ ਲੱਗਾ ਸੀ ਕਿ ਅੱਜ ਭਗਵੰਤ ਮਾਨ ਸਾਹਿਬ ਨੇ ਮਾਝੇ 'ਚ ਕੰਮ ਸ਼ੁਰੂ ਕਰ ਲਿਆ। ਉੱਥੇ ਬਹੁਤ ਵੱਡੀ ਲੋੜ ਹੈ। ਪਿਛਲੀ ਵਾਰ ਵੀ ਲੋੜ ਸੀ ਤੇ ਐਤਕੀ ਵੀ ਲੋੜ ਹੈ। ਉੱਥੇ ਪਿਛਲੀ ਵਾਰ ਦੇ ਮੁਕਾਬਲੇ ਕਈ ਉਮੀਦਵਾਰ ਚੰਗੀ ਸਥਿਤੀ 'ਚ ਨੇ, ਪਰ ਉਹ ਇੰਨੀ ਚੰਗੀ ਸਥਿਤੀ 'ਚ ਨਹੀਂ ਹੈ ਕਿ ਜਿੱਤ ਦਰਜ ਕਰ ਲੈਣ। ਪਰ ਉੱਥੇ ਜੇ ਭਗਵੰਤ ਮਾਨ ਸਾਹਿਬ ਚੱਕਰ ਲਾਉਣਗੇ ਤਾਂ ਵਧੀਆ। ਇੱਕ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਪੱਖ 'ਚ ਹੋਰ ਜਾ ਸਕਦੀ ਹੈ, ਪਿਛਲੀ ਵਾਰ ਜੇ ਸੋਸ਼ਲ ਮੀਡੀਆ ਤੇ ਵੀ ਰੌਲਾ ਸੀ ਉਹ ਵਿਦੇਸ਼ਾਂ 'ਚੋਂ ਸੀ। ਐਤਕੀ ਵਿਦੇਸ਼ਾਂ 'ਚੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਉੱਦਾਂ ਦਾ ਰੌਲਾ ਨਹੀਂ, ਕੋਈ ਬੱਸਾਂ ਭਰ ਕੇ ਨਹੀਂ ਗਿਆ, ਕੋਈ ਫਲਾਈਟਾਂ ਲੈ ਕੇ ਨਹੀਂ ਗਿਆ, ਕੋਈ ਫੰਡ ਰੇਜ਼ਿੰਗ ਨਹੀਂ ਹੋਈ, ਕੁਛ ਵੀ ਨਹੀਂ ਹੋਇਆ। ਐਤਕੀ ਜੇ ਸੋਸ਼ਲ ਮੀਡੀਆ ਦੇ ਉੱਤੇ ਵੀ ਰੌਲਾ ਤਾਂ ਉਹ ਪੰਜਾਬ ਤੋਂ ਆ, ਇਹਦਾ ਉਹਨਾਂ ਨੂੰ ਫਾਇਦਾ ਹੋ ਜਾਣਾ। ਪਰ ਫੇਰ ਗੱਲ ਉੱਥੇ ਕੀ ਹੈ ਕਿ ਭਗਵੰਤ ਮਾਨ ਤੋਂ ਬਿਨਾਂ ਪੰਜਾਬ 'ਚ ਇੱਕ ਵੀ ਆਮ ਆਦਮੀ ਪਾਰਟੀ ਦਾ ਲੀਡਰ ਸੂਬਾ ਪੱਧਰੀ ਦਿਖਾ ਦਿਓ ਜਿਹੜਾ ਆਪਣੇ ਹਲਕੇ ਤੋਂ ਬਾਹਰ ਜਾ ਕੇ ਕਹੇ ਕਿ ਮੈਂ ਅੱਜ 10 ਹਲਕਿਆਂ ਦੇ ਵਿੱਚ ਦੌਰਾ ਕਰਕੇ ਆਇਆ। ਹਾਂ, ਦਿੱਲੀੋਂ ਆਣ ਕੇ ਬੰਦੇ ਕਰ ਰਹੇ ਨੇ। ਹੁਣ ਭਗਵੰਤ ਮਾਨ ਸਾਹਿਬ ਦੀ ਚੜ੍ਹਾਈ ਤਾਂ ਹੋਣੀ ਹੈ, ਪਰ ਅੱਜ ਦੀ ਤਰੀਕ ਦੇ ਵਿੱਚ ਵੀ ਕਿਸੇ ਧਿਰ ਨੂੰ ਪੰਜਾਬ 'ਚ ਬਹੁਮਤ ਮਿਲਦਾ ਨਜ਼ਰ ਨਹੀਂ ਆਉਂਦਾ। ਤੇ ਪਿਛਲੀ ਵਾਰ ਵਾਂਗੂ ਜੇ ਕਿਤੇ ਇਹ ਇਸੇ ਚੱਕਰ ਦੇ ਵਿੱਚ ਰਹਿ ਕੇ ਅਸੀਂ ਤਾਂ ਜਿੱਤ ਗਏ ਫਿਰ ਨੁਕਸਾਨ ਖਾਣਗੇ। ਅੱਜ ਥੋੜ੍ਹਾ ਜਿਹਾ ਮੁਸਤੈਦ ਰਹਿਣਾ ਚਾਹੀਦਾ। ਨਹੀਂ, ਪੂਰਾ ਰਹਿਣਾ ਚਾਹੀਦਾ। ਇਹ ਗੱਲ ਵੈਸੇ ਪੁੱਛ ਲਈ ਭਗਵੰਤ ਮਾਨ ਹੋਰਾਂ ਨੂੰ ਵੀ ਮਹਾਰਾਜ ਹੁਣ ਦੱਸੋ ਵੀ ਤੁਸੀਂ ਕਹਿੰਦੇ ਵੀ ਆ ਗਿਆ ਜੀ ਸਰਵੇ, ਤੇ ਇਹ ਪਿਛਲੀ ਵਾਰਾਂ ਵੀ ਸੀਗਾ। ਕਹਿੰਦੇ ਨਹੀਂ, ਗੱਲ ਇਹ ਵੀ ਪਿਛਲੀ ਵਾਰ ਨਾਲੋਂ ਤੇ ਐਤਕੀ ਦਾ ਫਰਕ ਆ। ਕਹਿੰਦੇ ਪਿਛਲੀ ਵਾਰ ਅਸੀਂ ਗਲਤੀ ਕੀਤੀ ਵੀ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਦਿੱਤਾ, ਐਤਕੀ ਅਸੀਂ ਉਹ ਜਿਹੜੀ ਸ਼ਿਕਾਇਤ ਸੀ ਦੂਰ ਕਰਤੀ। ਫਿਰ ਕਹਿੰਦੇ ਵੀ ਪਿਛਲੀ ਵਾਰਾਂ ਇਹ ਆਈ ਸੀ ਨਵੇਂ, ਉਦੋਂ ਲੋਕਾਂ ਨੇ 10 ਸਾਲ ਇੱਕ ਪਾਰਟੀ ਦੇਖੀ ਸੀ, ਇੱਕ ਕਹਿ ਲਓ ਜਾਂ ਅਕਾਲੀ ਭਾਜਪਾ ਗੱਠਜੋੜ ਦੇਖਿਆ ਸੀ, ਤੇ ਲੋਕਾਂ ਨੂੰ ਅਜੇ ਆਦਤ ਨਹੀਂ ਪਈ ਸੀ ਨਵੇਂ ਬੰਦਿਆਂ ਦੀ। ਉਹਨਾਂ ਨੂੰ ਲੱਗਦਾ ਨਹੀਂ ਯਾਰ ਇਹਦੇ ਐਵੇਂ ਪਤਾ ਨਹੀਂ ਕਿਹੜੇ ਆ ਗਏ, ਸਾਡੇ ਕੋਲ ਹੈਗੀ ਕਾਂਗਰਸ ਪਾਰਟੀ। ਕੈਪਟਨ ਸਾਹਿਬ ਦਾ ਉਹ ਕਹਿੰਦੇ ਵੀ ਪੁਰਾਣਾ ਰਾਜ, ਕਿਉਂਕਿ ਜਿਹੜਾ ਖੂੰਡੇ ਵਾਲੇ ਕੈਪਟਨ ਦੀ ਇਮੇਜ ਸੀ ਜਾਂ ਚਾਹੁੰਦਾ ਹੈ ਪੰਜਾਬ ਵਾਲਾ ਪ੍ਰਭਾਵ ਸੀ, ਇਹ ਭਗਵੰਤ ਮਾਨ ਸਾਹਿਬ ਦਾ ਮਾਨਿਆ ਵੀ ਉਹ ਕਹਿੰਦੇ ਵੀ ਉਹਦਾ ਕਰਕੇ ਹੋ ਸਕਦਾ ਵੀ ਪੰਜਾਬੀਆਂ ਨੇ ਸੋਚਿਆ। ਪਰ ਹੁਣ ਤਾਂ ਇਹ ਹੋ ਗਿਆ ਨਾ ਵੀ 10 ਸਾਲ ਪਹਿਲੇ ਵੀ ਪਰਖ ਲਏ ਸੀ, 5 ਸਾਲ ਆ ਵੀ ਪਰਖ ਲਏ। ਉਹ ਇੱਕ ਕਾਰਨ ਆ ਜਿਹਦਾ ਕਰਕੇ ਕਹਿੰਦੇ ਵੀ ਲੋਕ ਸਾਡੇ ਵੱਲ ਮੁੜ ਰਹੇ। ਇਹ ਉਹਨਾਂ ਦਾ ਦਾਅਵਾ, ਸੱਚਾ ਝੂਠਾ ਮੈਂ ਉਹਦੇ 'ਚ ਪੈਂਦਾ ਨਹੀਂ, ਪਰ ਇਹਦੀ ਹਵਾ। ਇਹ ਕਹਿੰਦੇ ਨਾ ਵੀ ਉੱਧਰੋਂ ਭਕਾਨਾ ਜਦੋਂ ਫੁੱਲ ਗਿਆ ਕਹਿੰਦੇ ਮੈਨੂੰ ਦੱਸੀ ਮੈਂ ਸੂਈ ਮਾਰਨੀ। ਉਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਮਾਰੀ। ਕਿਹੜੀਆਂ ਗੱਲਾਂ ਕਰਦੇ ਹੋ, ਕਹਿੰਦੇ ਪੁਰਾਣੀਆਂ ਪਾਰਟੀਆਂ ਕਾਂਗਰਸ ਪਾਰਟੀ, ਅਕਾਲੀ ਦਲ ਜਾਂ ਕਹਿ ਲਓ BJP ਹੈ, ਸਾਡੇ ਕੋਲ ਆ ਬੱਝੀਆਂ ਵੋਟਾਂ, ਸਾਡੀ ਆਪਸੀ ਟੱਕਰ ਹੈ, ਆਪਸੀ ਲੜਾਈ ਹੈ। ਇਹ ਆਪ ਊਪ ਵਾਲਿਆਂ ਦਾ ਇੱਥੇ ਹੈ ਕੁਛ ਨਹੀਂ ਗਾ। ਇਹ ਤਾਂ ਐਵੇਂ ਹਵਾ 'ਚ ਗੱਲਾਂ ਨੇ। ਪਿਛਲੀ ਵਾਰ ਇਹਨਾਂ ਨੂੰ 100 ਸੀਟਾਂ ਮਿਲਦੀਆਂ ਸੀ, ਆਈਆਂ ਕਿੰਨੀਆਂ 20।
ਐਤਕੀ ਕਹਿੰਦੇ ਤੁਸੀਂ ਸਰਵੇ 'ਚ 50 ਦਿੰਦੇ ਆ, ਲੈ 10 ਤੋਂ ਨਹੀਂ ਵੱਧਦੇ। ਇਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਹੁਣ ਪਤਾ ਨਹੀਂ ਸੱਚਾ ਝੂਠਾ ਕੌਣ। ਨਹੀਂ ਗੱਲ ਠੀਕ ਹੈ ਸੰਧਾਲੀਆ ਸਾਹਿਬ, ਮੈਂ ਨਾ ਇੱਕੋ ਹੀ ਗੱਲ ਛੋਟੀ ਜਿਹੀ ਕਰਨੀ ਹੈ। ਆਮ ਆਦਮੀ ਪਾਰਟੀ ਵਾਲੇ ਨਾ ਕਈ ਵਾਰੀ ਵਰਕਰ ਬਹੁਤ ਗੁੱਸੇ ਹੁੰਦੇ, ਤੁਸੀਂ ਆਮ ਆਦਮੀ ਪਾਰਟੀ ਖਿਲਾਫ ਬੋਲਦੇ, ਖਿਲਾਫ ਨਹੀਂ ਬੋਲਦੇ। ਤੁਹਾਨੂੰ ਯਾਦ ਹੋਊਗਾ ਪਿਛਲੀ ਵਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਦਾਅਵਾ ਕੀਤਾ ਸੀ, ਕਹਿੰਦੇ ਜੀ ਸਾਡੇ ਹੀ ਬੰਦੇ ਆ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕੈਂਡੀਡੇਟ, ਜਦੋਂ ਜੀ ਕਰਦਾ ਵੋਟ ਲਿਆਵਾਂਗੇ। ਲੁਧਿਆਣੇ ਸਟੇਜ ਲੱਗੀ ਆ, ਰਾਹੁਲ ਗਾਂਧੀ ਹੋਰੀ ਇੱਕ ਹੋਟਲ ਦੇ ਵਿੱਚ ਬੈਠ ਕੇ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਸਾਹਿਬ ਨਾਲ ਗੱਲਬਾਤ ਕਰਕੇ ਕਿਸੇ ਨੂੰ ਮਨਾ ਰਿਹਾ, ਕਿਸੇ ਨੂੰ ਰਵਾ ਰਿਹਾ। ਉਧਰਲੇ ਪਾਸੇ ਉਦੋਂ ਤੱਕ ਰਾਹੁਲ ਗਾਂਧੀ ਨੇ ਆਉਂਦੇ ਤਾਂ ਮੋਰੇ ਬੰਦੇ ਬੈਠੇ ਆ ਤੇ ਉਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ। ਮੈਂਬਰ ਪਾਰਲੀਮੈਂਟ 3 ਵਾਰ ਦੇ ਲਗਾਤਾਰ ਰਵਨੀਤ ਬਿੱਟੂ ਸਾਹਿਬ ਸੰਬੋਧਨ ਕਰਦੇ ਸੀ। ਉਹ ਕਹਿੰਦੇ ਸੀ ਐਵੇਂ ਨਾ ਡਰੀ ਆ ਤੁਸੀਂ ਆਮ ਆਦਮੀ ਪਾਰਟੀ ਵਾਲੇ ਲੱਗੇ। ਮੈਂ ਫੇਰ ਕਹਿਣਾ, ਇਹ 2 ਦਿਨ ਪਹਿਲਾਂ ਕੈਮਰਿਆਂ ਦੇ ਸਾਹਮਣੇ ਲਾਈਵ ਚੱਲਦੇ ਪ੍ਰੋਗਰਾਮ 'ਚ ਰਵਨੀਤ ਬਿੱਟੂ ਹੋਰਾਂ ਨੇ ਆਖਿਆ, ਉਹ ਕਹਿੰਦੇ ਘਬਰਾਓ ਨਾ ਆਮ ਆਦਮੀ ਪਾਰਟੀ ਵਾਲਿਆਂ ਤੋਂ, ਸਾਡੇ ਹੀ ਬੰਦੇ ਆ। ਪਿਛਲੀ ਵਾਰੀ 5 ਸਾਲ ਪਹਿਲਾਂ ਆਹੀ ਸ਼ਬਦ ਸੁਖਬੀਰ ਸਿੰਘ ਬਾਦਲ ਦੇ ਸੀ, ਐਤਕੀ ਇਹੀ ਸ਼ਬਦ ਰਵਨੀਤ ਬਿੱਟੂ ਹੋਰਾਂ ਦੇ ਆ। ਕਹਿੰਦੇ ਤੁਹਾਨੂੰ ਯਕੀਨ ਨਹੀਂ ਆਉਣਾ, ਚਾਹੇ ਉਹ ਜਿੱਤ ਜਾਣ ਚਾਹੇ ਹਾਰ ਜਾਣ, ਬੰਦੇ ਸਾਡੇ ਨੇ, ਜਦੋਂ ਮਰਜ਼ੀ ਮੋੜ ਲਿਆਵਾਂਗੇ। ਕਹਿੰਦੇ ਹੁਣ ਮੈਂ ਦੱਸਦਾ। ਉਹ ਫਿਰ ਉਹਨਾਂ ਨੇ ਕੱਲਾ ਕੱਲਾ ਗਣਾਉਣਾ ਸ਼ੁਰੂ ਕੀਤਾ, ਕਹਿੰਦੇ ਮੈਂ ਲੁਧਿਆਣਾ ਜ਼ਿਲ੍ਹਾ ਹੀ ਗਣਾ ਦੇਣਾ। ਉਹਨਾਂ ਨੇ 6 ਬੰਦੇ ਗਣਾਏ। ਉਹ ਕਹਿੰਦੇ ਆ ਵੀ ਕੈਂਡੀਡੇਟ ਉਹਨਾਂ ਦਾ ਕਿੰਨੇ ਦਿਨ ਪਹਿਲਾਂ ਸਾਡੀ ਪਾਰਟੀ 'ਚ ਗਿਆ, ਕਹਿੰਦੇ ਮੜ ਜਾ ਦੱਸਿਓ। ਲੋਕੀ ਆਣ ਜਾ ਠੀਕ ਆ ਮੂਹਰੇ ਬੈਠੇ, ਆ ਇਸ ਹਲਕੇ ਦਾ ਕੈਂਡੀਡੇਟ ਇੰਨੀ ਤਰੀਕ ਤੱਕ ਸਾਡੀ ਪਾਰਟੀ 'ਚ ਸੀ। ਜਾਣੀ ਇਹ ਗੱਲ ਭਗਵੰਤ ਮਾਨ ਸਾਹਿਬ ਦੀ ਬਿਲਕੁਲ ਠੀਕ ਹੈ ਕਿ ਲੋਕਾਂ ਨੇ 10 ਸਾਲ ਅਕਾਲੀ ਦਲ ਦੇਖਿਆ, ਲੋਕਾਂ ਨੇ 5 ਸਾਲ ਕਾਂਗਰਸ ਦੇਖੀ, ਪਰ ਉਹਨਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਜਿਨ੍ਹਾਂ ਹਲਕਿਆਂ ਦੇ ਵਿੱਚ ਦੋਨਾਂ ਦੇਖੀਆਂ ਪਾਰਟੀਆਂ ਦੇ ਕਈ ਵਾਰ ਦੇਖੇ ਹੋਏ ਬੰਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ। ਹਾਂਜੀ, ਇਹਦਾ ਹੁਣ ਜਵਾਬ ਦੇਣ ਅਗਲੇ ਜੀ। ਨਾਲੇ ਇੱਕ ਗੱਲ ਹੋ ਰਿਹਾ, ਦੇਖੋ ਆਪਾਂ ਇਹ ਤਾਂ ਕਰਕੇ ਇਸ਼ਾਰਾ ਜਿਹਾ ਕਰਦੇ ਹਾਂ ਵੀ ਬੰਦੇ ਉਹ ਨੇ ਜਿਹੜੇ ਕਹਿੰਦੇ ਵੀ ਅਸੀਂ ਹੁਣ ਪੰਜਾਬ ਦੇ ਵਿੱਚ ਪ੍ਰਭਾਵ ਬਣਾ ਲਿਆ, ਪਰ ਉਹ ਬੰਦੇ ਵੀ ਉੱਥੇ ਹੈਗੇ ਨੇ ਜਦੋਂ ਕੋਈ ਨਹੀਂ ਮੰਨਦਾ ਵੀ ਉਹਨਾਂ ਦਾ ਪ੍ਰਭਾਵ ਹੈਗਾ, ਤੇ ਉਹ ਕਹਿੰਦੇ 117 ਜਿੱਤਣੀਆਂ ਨੇ। ਹੁਣ ਤੁਸੀਂ ਇਹ ਦੇਖੋ ਨਾ ਵੀ ਸਟਿਲ ਅਜੇ ਤੱਕ ਵੀ ਉਹਨਾਂ ਬੰਦਿਆਂ ਦੇ ਨਾਲ ਹੁਣ 2 ਫਿਲਮੀ ਕਲਾਕਾਰ ਉਹਨਾਂ ਨੇ ਪਾਰਟੀ ਦੇ ਨਾਲ ਜੁਆਇਨ ਕਰਾ ਲਏ, 2-4 ਹੋਰ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਵੀ ਚਲ ਗਏ। ਹੁਣ ਇਹ ਹੈ ਕਿ ਵੀ ਇਹ ਨਾ ਹੋਵੇ ਵੀ ਇੱਕ ਪਾਰਟੀ ਜਿਹੜੀ ਉਹ ਫੇਸਬੁੱਕ ਤੇ ਪ੍ਰਚਾਰ ਕਰੀ ਜਾਵੇ ਤੇ ਦੂਜੀ ਪਾਰਟੀ ਜਿਹੜੀ ਉਹ ਜੜ੍ਹਾਂ 'ਚ ਪ੍ਰਚਾਰ ਕਰੀ ਜਾਵੇ। ਕੋਈ ਗੱਲ ਨਹੀਂ, ਮਤਲਬ ਠੀਕ ਹੈ, ਨੇਰੇ ਠੀਕ ਰੱਖਾਂਗੇ ਖਿਆਲ ਦਾ, ਹੈ ਨਾ। ਪਤਾ ਲੱਗੇ ਵੀ ਦਿਨੇ ਦੇ ਬੰਦਾ ਸਾਰਾ ਦਿਨ ਯਾਰ ਸਾਡੇ ਨਾਲ ਹੀ ਸੀਗਾ, ਜਿੱਦਣ ਦਾ ਤੁਰਿਆ ਉਹ ਨਹੀਂ ਕਰੇ ਗਿਆ। ਮੈਂ ਤੈਨੂੰ ਵੇਖਿਆ ਵੀ ਉਹਨੇ ਝਾੜੂ ਲਹਰਾ ਕੇ ਕਹਿੰਦੇ ਪ੍ਰਚਾਰ ਕਰਦਾ ਹੁੰਦਾ ਸੀ, ਤੇ ਮੁੜ ਕੇ ਜਦੋਂ ਅਸੀਂ ਗਏ ਆ ਫਿਰ ਕਹਿੰਦਾ ਨਹੀਂ ਉਹ ਆ ਗਏ ਸੀ ਰਾਤੀ, ਫਿਰ ਆ ਕੁਝ ਨਹੀਂ ਬਸ ਨਾਲ ਹੀ ਆ ਤੁਹਾਡੇ। ਦੇਖੋ ਭਾਰਤੀ ਜਨਤਾ ਪਾਰਟੀ ਵਾਲੇ ਨਾ ਤੇਜ਼ ਹੋਏ ਫਿਰਦੇ ਆ ਇਸ ਲਈ। ਅੱਜ ਪ੍ਰਧਾਨ ਮੰਤਰੀ ਸਾਹਿਬ ਨੇ 2 ਲੋਕ ਸਭਾ ਹਲਕਿਆਂ ਨੂੰ ਵਰਚੁਅਲ ਰੈਲੀ ਦੇ ਰਾਹੀਂ ਸੰਬੋਧਨ ਕਰਨਾ ਹੈ, ਜਿੱਦਾਂ ਰਾਹੁਲ ਗਾਂਧੀ ਸਾਹਿਬ ਸਾਰੇ ਪੰਜਾਬ ਨੂੰ ਕਰਕੇ ਗਏ। ਉਹਦੇ ਤੋਂ ਬਾਅਦ 11 ਤਰੀਕ ਤੋਂ ਬਾਅਦ ਅਮਿਤ ਸ਼ਾਹ ਫਿਜ਼ੀਕਲੀ ਪੰਜਾਬ 'ਚ ਆ ਰਹੇ ਨੇ, ਉਦੋਂ ਤੱਕ ਪਾਬੰਦੀਆਂ ਹੋਰ ਘਟ ਜਾਣੀਆਂ। ਇਹਦੇ ਨਾਲ ਬੀਬੀ ਸਮ੍ਰਿਤੀ ਇਰਾਨੀ ਦਾ, ਬੀਬੀ ਹੇਮਾ ਮਾਲਿਨੀ ਦਾ, ਖੱਟਰ ਸਾਹਿਬ ਦਾ, ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜੈਰਾਮ ਜੀ ਕੀ ਨਾਮ ਹੁੰਦਾ, ਹਾਂਜੀ, ਉਹਨਾਂ ਦਾ ਪ੍ਰੋਗਰਾਮ ਬਣ ਗਿਆ। ਅਨੁਰਾਗ ਠਾਕੁਰ ਸਾਹਿਬ ਦਾ ਪ੍ਰੋਗਰਾਮ ਬਣ ਗਿਆ, ਸਨੀ ਦਿਓਲ ਸਾਹਿਬ ਦਾ ਵੀ ਪ੍ਰੋਗਰਾਮ ਬਣ ਗਿਆ। ਉਹ ਸਾਰੇ ਆ ਰਹੇ ਨੇ। ਹਰਦੀਪ ਸਿੰਘ ਪੁਰੀ ਸਾਹਿਬ ਉਹ ਤਾਂ ਹੈ ਹੀ ਨੇ। ਨਹੀਂ, ਉਹਨਾਂ ਦਾ ਬਿਆਨ ਦੇਖੋ। ਮੈਂ ਇੱਕ ਬੇਨਤੀ ਕਰਨੀ, ਉਹ ਦੂਜੇ ਪਾਸੇ ਚਲੇ ਜਾਣੀ ਗੱਲ, ਇੱਥੇ ਦੇ ਨਾਲ ਹੀ ਜੁੜਦਾ ਸੀ। ਚਲੋ ਜੋੜ ਲਓ ਪਹਿਲਾਂ। ਉਹ ਦੇਖੋ ਨਹੀਂ, ਉਹ ਕਹਿੰਦੇ ਇੱਕੋ ਲਾਈਨ ਦੀ ਗੱਲ। ਉਹ ਕਹਿੰਦੇ ਗੱਲ ਸੁਣੋ ਮੇਰੀ, ਆਪਣੇ ਨਾਲ ਆਦਤ ਹੁੰਦੀ ਵੀ ਪੁੱਛਣਾ ਜੀ ਇਹ ਜੀ ਉਹ ਜੀ। ਉਹ ਕਹਿੰਦੇ ਗੱਲ ਸੁਣੋ, ਉਹ ਪੁੱਛ ਲਿਆ ਕਹਿੰਦੇ ਵੀ ਤੁਹਾਡਾ ਸੀਐਮ ਚਿਹਰਾ, ਕਹਿੰਦੇ 1 ਮਿੰਟ ਮੈਂ ਇਹਦਾ ਜਵਾਬ ਨਹੀਂ ਦੇਣਾ, ਤੁਸੀਂ ਤਾਂ ਸਾਨੂੰ ਕਿਸੇ ਰੇਸ 'ਚ ਨਹੀਂ ਗਿਣਦੇ, ਤੇ ਅੱਜ ਤੁਸੀਂ ਸਾਨੂੰ ਸੀਐਮ ਚਿਹਰਾ ਪੁੱਛਣਾ ਮੰਨਦੇ ਜੀ ਫਿਰ ਸਾਨੂੰ? ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਅਗਲੇ ਨੂੰ ਜਾਪਦਾ ਵੀ ਅਸੀਂ ਕੁਝ ਕਰਨਾ ਆ। ਨਹੀਂ ਪੂਰਾ ਜੀ, ਉਹ ਜਿੰਨੀ ਤੇਜ਼ ਗਤੀ ਨਾਲ ਲੱਗੇ ਹੋ ਆ। ਹੁਣ ਤੁਸੀਂ ਦੇਖੋ ਕਿ ਸੁਨਾਮ ਤੋਂ ਦਾਮਨ ਬਾਜਵਾ ਥਿੰਦੋਰੀ ਇੰਚਾਰਜ ਕਾਂਗਰਸ ਪਾਰਟੀ ਦੇ ਪਿਛਲੀ ਵਾਰੀ ਚੋਣ ਲੜੀ, ਐਤਕੀ ਬਿਲਕੁਲ ਰੇਸ ਸੀ, ਗਿਣਤੀਆਂ ਮਿਣਤੀਆਂ ਟਿਕਟ ਕੱਟੀ ਗਈ। ਬੀਬੀ ਆਜ਼ਾਦ ਕਾਗਜ਼ ਭਰਨ ਚੱਲੇ ਸੀ, ਨਹੀਂ ਭਰੇ, ਤੇ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਹੁਣ ਸੁਨਾਮ ਤੇ ਆਲੇ ਦੁਆਲੇ ਦੇ ਕਈ ਹਲਕਿਆਂ 'ਚੋਂ ਮੈਂ ਪੰਜਾਬ ਦੀ ਕਹਿੰਦੇ ਇੱਕ ਯੂਥ ਕਾਂਗਰਸ ਦੇ ਵਿੱਚ ਵੱਡੇ ਅਹੁਦਿਆਂ ਤੇ ਬੀਬੀ ਕਹਿੰਦੇ ਰਹੀ ਹਾਂ, ਕੋਈ ਗੱਲ ਹੀ ਨਹੀਂ ਆ ਗਿਆ। ਹੋਰ ਦੇਖੋ ਤੁਸੀਂ, ਬਹੁਤ ਕਮਾਲ ਦੀ ਗੱਲ। ਅਸੀਂ ਨਹੀਂ ਕਹਿੰਦੇ ਕਿ ਰਾਜਨੀਤੀ ਦਾ ਸਹੀ ਰੂਪ ਹੈ ਜਾਂ ਗਲਤ ਹੈ, ਕਿ ਭਾਰਤੀ ਜਨਤਾ ਪਾਰਟੀ ਜਾ ਕਿੱਧਰ ਨੂੰ ਰਹੀ ਹੈ। ਨਾਮ ਹੈ ਸ਼ਖਸੀਅਤ ਦਾ ਅਮਰਜੀਤ ਸਿੰਘ ਟਿੱਕਾ, ਮੀਡੀਅਮ ਸਕੇਲ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਪਰਸਨ, ਮੰਤਰੀ ਦਾ ਦਰਜਾ ਹੁੰਦਾ। ਉਹ 2 ਦਿਨ ਪਹਿਲਾਂ ਰਾਹੁਲ ਗਾਂਧੀ ਹੋਰਾਂ ਦੇ ਆਉਣ ਦੇ ਉੱਤੇ ਸਟੇਜ ਤੇ 22 ਕੁਰਸੀਆਂ ਲੱਗੀਆਂ ਸੀ। ਜਿੱਦਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਐਲਾਨਿਆ 22 ਕੁਰਸੀਆਂ, ਉਹਨਾਂ 22 ਦੇ ਵਿੱਚੋਂ 1 ਕੁਰਸੀ ਅਮਰਜੀਤ ਸਿੰਘ ਟਿੱਕੇ ਲਈ ਸੀ। ਉਹ ਦਿਨ ਉੱਥੇ ਨਾਲ ਵੀ ਬੈਠੇ, ਸਾਰਾ ਕੁਝ ਹੋਇਆ, ਤੇ 48 ਘੰਟੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਕਿਹਾ ਕਿ
ਉਹ ਕਹਿੰਦੇ ਮਾਨਸੇ ਵਾਲੇ ਬੰਦਿਆਂ ਤੋਂ, ਉਹਨਾਂ ਤੋਂ ਫਲਾਣੇ ਨੇ ਪੈਸੇ ਲੈ, ਮੋਗੇ ਵਾਲਿਆਂ ਤੋਂ ਫਲਾਣੇ ਨੇ ਪੈਸੇ ਲੈ, ਸਾਡੀ ਪਾਰਟੀ ਦੇ ਲੀਡਰਾਂ ਨੇ। ਮੈਂ ਤਾਂ ਅਜੇ ਪਤਾ ਨਹੀਂ ਕੀ ਦੱਸਣਾ, ਤੁਸੀਂ 2 ਮਿੰਟ ਦਿਓ। ਫਿਰ ਹੌਬੀ ਧਾਲੀਵਾਲ ਹੋਰੀ ਕਲਾਕਾਰ ਨੇ, ਇੱਕ ਉਹਨਾਂ ਦੀ ਵੀਡੀਓ ਚੱਲਦੀ ਹੈ, ਵਿਅਕਤੀ ਦਾ ਆਪੋ ਆਪਣਾ ਅਧਿਕਾਰ ਹੈ। ਥੋੜ੍ਹੇ ਮਹੀਨੇ ਪਹਿਲਾਂ ਜਦੋਂ ਕਿਸਾਨ ਅੰਦੋਲਨ ਚੱਲਦਾ ਤੇ ਝਾਈਆਂ ਲੈ ਪੈਂਦੇ ਸੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਦਾ ਨਾਂ ਲੈ ਕੇ। ਹੁਣ ਉਹ ਕਹਿੰਦੇ ਦੇਖੋ ਪਾਰਟੀ ਬੜੀ ਵਧੀਆ ਹੈ, ਅਸੀਂ ਸ਼ਾਮਿਲ ਹੋਏ ਹਾਂ, ਭਵਿੱਖ ਦੇ ਵਿੱਚ ਕੰਮ ਕਰਾਂਗੇ। ਉਹ ਬੀਬੀ ਜੀ ਕੀ ਉਹਨਾਂ ਦਾ ਨਾਮ ਜਿਹੜੇ ਮਾਹੀ ਗਿੱਲ ਹੋਰੀ, ਉਹ ਕਹਿੰਦੇ ਮੈਂ ਗੋਆ ਮੁੰਬਈ ਉੱਥੇ ਰਹਿੰਦੀ ਹਾਂ, ਮਲਾਈ ਵਰਗੀਆਂ ਸੜਕਾਂ ਨੇ, ਮਲਾਈ ਕਹਿਓ ਚੱਲਾ ਸੀ, ਉਹ ਮਲਾਈ ਵਰਗੀਆਂ ਜਿਹੜੀਆਂ ਸੜਕਾਂ ਨੇ ਇਹ ਪੰਜਾਬ 'ਚ ਵੀ ਡਿਵੈਲਪਮੈਂਟ ਹੋਣੀ ਚਾਹੀਦੀ। ਮੈਂ ਕੁੜੀਆਂ ਲਈ ਕੁਝ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਬਹੁਤ ਚੰਗਾ ਪਲੇਟਫਾਰਮ ਮਿਲਿਆ। ਮੈਂ 5 ਸਾਲ ਪਹਿਲਾਂ ਵੀ ਚੰਗਾ ਪਲੇਟਫਾਰਮ ਭਾਲਦੀ ਸੀ, ਹੁਣ ਚੰਗਾ ਪਲੇਟਫਾਰਮ ਮਿਲਿਆ ਤੇ ਮੈਂ ਵਧੀਆ ਕੰਮ ਕਰਨਾ ਹੈ। ਹੁਣ ਤੁਸੀਂ ਦੇਖੋ ਕਿ ਇੱਕ ਤੋਂ ਬਾਅਦ ਇੱਕ ਬੰਦੇ ਜਦੋਂ ਉਧਰਲੇ ਪਾਸੇ ਜਾ ਰਹੇ ਨੇ, ਕਿੰਨੀਆਂ ਪਾਰਟੀਆਂ ਦੇ ਬੰਦੇ ਗਏ ਨੇ, ਕੁਝ ਨਾ ਕੁਝ ਫਰਕ ਤਾਂ ਅਗਲੇ ਪਾਉਣਗੇ। ਪ੍ਰਧਾਨ ਮੰਤਰੀ ਸਾਹਿਬ ਰੈਲੀਆਂ ਕਰ ਰਹੇ, ਗ੍ਰਹਿ ਮੰਤਰੀ ਸਾਹਿਬ ਆ ਰਹੇ, ਕਲਾਕਾਰ ਉਧਰਲੇ ਪਾਸੇ ਨੂੰ, ਬਾਕੀ ਪਾਰਟੀਆਂ ਦੇ ਬੰਦੇ ਉਧਰ। ਸੋ ਜੇ ਸੁੱਖ ਨਾ ਹੁਣ ਤਾਂ ਪੈਰੋਲ ਵੀ ਮਿਲ ਗਈ ਆ। ਨਹੀਂ, ਮੈਂ ਤਾਂ ਹੀ ਕਿਹਾ ਵੀ ਮਤਲਬ ਇਹ ਨਾ ਹੋਵੇ ਕੁਝ ਚੀਜ਼ਾਂ ਐਵੇਂ ਫੇਸਬੁੱਕ ਤੇ ਰਹਿ ਜਾਂਦੀਆਂ ਤੇ ਕੁਝ ਚੀਜ਼ਾਂ ਜੜ੍ਹਾਂ ਚਲੇ ਜਾਂਦੀਆਂ। ਇਹ ਗੱਲ ਇਹ ਆ ਵੀ ਉਹ ਬੀਬੀ ਕੰਗਣਾ ਰਣੌਤ ਜੀ ਕਿਤੇ ਉਦੋਂ ਬਹੁਤਾ ਵਾਧਾ ਘਾਟਾ ਨਾ ਕੀਤਾ ਹੁੰਦਾ, ਉਦੋਂ ਪੰਜਾਬੀ ਉਹ ਵੀ ਚੰਗੀ ਬੋਲ ਲੈਂਦੀ। ਮਤਲਬ ਜੇ ਉਹਦਾ ਕਿਤੇ ਪ੍ਰਭਾਵ ਬਚਿਆ ਰਹਿੰਦਾ, ਨਾ ਕਿਸਾਨ ਅੰਦੋਲਨ ਦੇ ਹਿਸਾਬ ਨਾਲ ਸਿੰਘ ਸੁੰਗ ਉਡਾਏ ਹੁੰਦੇ ਉਹਨੇ, ਉਹਨੂੰ ਵੀ ਲਿਆਉਣਾ ਸੀ ਬੀਜੇਪੀ ਵਾਲੇ ਨੇ ਵੀ ਆਹ ਦੇਖੋ ਸਟਾਰ ਪ੍ਰਚਾਰਕ ਹੋਣੇ ਸੀ। ਮਤਲਬ ਰੈਲੀਆਂ ਜਾਣੀਆਂ, ਹੋਰ ਕੁਝ ਹੋਵੇ ਨਾ ਹੋਵੇ, ਬਹੁਤੇ ਬੰਦੇ ਨੇ ਆਖਣਾ ਵੀ ਚਲੋ ਰੈਲੀ ਤੇ ਵੇਖ ਆਈਏ। ਨਹੀਂ ਇਹ ਨਹੀਂ ਮੈਂ ਸੁਣਨ ਦੀ ਨਹੀਂ ਮੈਂ ਗੱਲ ਕੀਤੀ ਆ, ਉਹ ਧਿਆਨ ਮੈਂ ਰੈਲੀ ਵੇਖ ਆਈ ਉਹਨਾਂ ਨੇ। ਚਲੋ ਦੇਖੋ ਸੰਧਾਲੀਆ ਸਾਹਿਬ, ਇਹ ਤਾਂ ਚਰਚਾ ਚੱਲਦੀ ਰਹਿਣੀ ਆ, ਪਰ ਮੈਂ ਇੱਕ ਬਿਆਨ ਜਿਹੜਾ ਨਾ ਉਹਦੇ ਨਾਲ ਐਂ ਲੱਗਦਾ ਕਿ ਹੁਣ ਪੰਜਾਬ ਬਦਲੂਗਾ। ਅੱਛਾ, ਬਦਲ ਦੇਣਾ? ਹਾਂਜੀ, ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਉਹ ਸੰਬੋਧਨ ਕਰਦੇ ਸੀ ਜਗਮੀਤ ਸਿੰਘ ਬਰਾੜ ਹੋਰਾਂ ਦੇ ਹੱਕ 'ਚ। ਉਹ ਕਹਿੰਦੇ ਜੀ ਜਗਮੀਤ ਸਿੰਘ ਬਰਾੜ ਨੂੰ ਵੋਟਾਂ ਪਾ ਦਿਓ, MLA ਬਣਾ ਦਿਓ, ਵਧੀਆ ਲੀਡਰ ਨੇ, ਇਹ MLA ਬਣ ਗਏ ਤਾਂ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ, ਅਕਾਲੀਆਂ ਦੀ ਬਸਪਾ ਦੀ ਸਰਕਾਰ ਬਣੂਗੀ। ਤੇ ਕਹਿੰਦੇ ਮੈਂ ਇੱਕ ਵਾਅਦਾ ਅੱਜ ਕਰ ਚੱਲੀ ਹਾਂ, ਜੇ ਸਾਡੀ ਸਰਕਾਰ ਹੋਈ ਪੰਜਾਬ ਦੇ ਵਿੱਚ ਜਾਂ ਨਸ਼ਾ ਰਹੂਗਾ ਤੇ ਜਾਂ ਅਕਾਲੀ ਦਲ ਰਹੂਗਾ, ਦੂਜੀ ਗੱਲ ਕੋਈ ਨਹੀਂ, ਬਾਕੀ ਕੋਈ ਵੀ ਜਾਂ ਨਸ਼ਾ ਰਹੂਗਾ ਤੇ ਜਾਂ ਅਕਾਲੀ ਦਲ ਰਹੂਗਾ, ਯਾਨੀ ਸਿੱਧੀ ਲਕੀਰ ਖਿੱਚਦੀ ਸੇਧ ਬਣ ਗਏ। ਨਹੀਂ, ਇਹ ਤਾਂ ਕਮਾਲ ਕਰਦੇ। ਹੋਰ ਵੀ ਉਹਨਾਂ ਨੇ ਗੱਲ ਕੀਤੀ, ਨਾਲ ਕਈਆਂ ਥਾਵਾਂ ਤੇ ਗਏ ਨਾ, ਉਹ ਕਹਿੰਦੇ ਦੇਖੋ ਕਾਰਨ ਹੈ ਵੀ ਹੁਣ ਕੰਪੀਟੀਸ਼ਨ ਤੇ ਖਤਮ ਹੋ ਗਿਆ ਵਾ, ਹੁਣ ਤੇ ਬਸ 20 ਤਰੀਕ ਡੀਕਣੀ ਆ, ਉਸ ਦਿਨ ਵੋਟਾਂ ਪੈ ਜਾਣੀਆਂ ਤੇ 10 ਨੂੰ ਨਤੀਜਾ ਆ ਜਾਣਾ, ਗੱਲ ਖਤਮ। ਤੇ ਮੈਂ ਸੁਖਬੀਰ ਜੀ ਨੂੰ ਆਪ ਕਹਿਣਾ ਵੀ ਜਿਹੜੇ ਪਿੰਡ ਦੀ ਪੰਚਾਇਤ ਨੇ ਆਪਾਂ ਨੂੰ ਅਕਾਲੀ ਦਲ ਨੂੰ ਮਤਲਬ ਬਹੁਮਤ ਦਿੱਤਾ ਨਾ, ਪਹਿਲਾਂ ਗ੍ਰਾਂਟ ਉਹਨਾਂ ਨੂੰ ਦੇਣੀ ਆ, ਬਾਕੀ ਪਿੰਡਾਂ ਪੁੰਡਾਂ ਵਾਲਿਆਂ ਨਾਲ ਬਾਅਦ 'ਚ ਕਰ ਲਵਾਂਗੇ ਸਾਰੀ ਗੱਲਬਾਤ। ਮਤਲਬ ਮੈਂ ਇਹ ਸੋਚਦਾ ਸੀ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਗ੍ਰਾਂਟ ਵੀ ਉਹਨੂੰ ਮਿਲਦੀ ਜਿਹੜਾ ਪਹਿਲਾਂ ਅਕਾਲੀ ਦਲ ਨੂੰ ਵੋਟਾਂ ਪਾਵੇ, ਦੂਜੇ ਦਾ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ। ਤੇ ਫਿਰ ਮੁੱਖ ਮੰਤਰੀ ਜਿਹੜਾ ਉਹ ਵੱਖਰਾ ਕਿਉਂ ਨਹੀਂ ਬਣਾਉਂਦੇ? ਮਤਲਬ ਉਹ ਸਾਰੇ ਪੰਜਾਬ ਦਾ ਕਿਉਂ ਬਣਾਉਂਦੇ? ਸੰਧਾਲੀਆ ਸਾਹਿਬ, ਤੁਸੀਂ ਦੇਖੋ ਜਦੋਂ ਪਿਛਲੀ ਵਾਰੀ ਅਕਾਲੀਆਂ ਦੀ ਸਰਕਾਰ ਸੀ ਉਦੋਂ ਰੌਲਾ ਪੈਂਦਾ ਸੀ ਜੀ ਸਾਰਾ ਕੁਝ ਬਠਿੰਡੇ ਲੱਗ ਗਈ। ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਕਹਿੰਦੇ ਬਹੁਤਾ ਕੋਈ ਪਟਿਆਲੇ ਵਾਲੇ ਪਾਸੇ ਲੱਗ ਗਈ। ਜਾਣੀ ਠੀਕ ਹੈ, ਬੀਬੀ ਜੀ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ, ਵੋਟਾਂ ਦੇ ਨਾਲ ਹੀ ਸ਼ਕਤੀ ਮਿਲਦੀ ਹੈ, ਪਰ ਜਦੋਂ ਤੱਕ ਤੁਸੀਂ ਇਲੈਕਸ਼ਨ ਲੜਦੇ ਹੋ ਤੁਸੀਂ ਜੋ ਮਰਜ਼ੀ ਕਰੋ, ਪਰ ਜਦੋਂ ਜਿੱਤ ਜਾਂਦੇ ਹੋ ਉਦੋਂ ਫਿਰ ਪੰਜਾਬ ਦੇ ਹੋ ਕੇ ਰਹਿ ਲਓ ਤਾਂ ਚੰਗਾ। ਤੇ ਜੇ ਪੰਜਾਬ ਦੇ ਹੋ ਕੇ ਨਹੀਂ ਰਹਿੰਦੇ, ਕਿਸੇ ਹਲਕੇ ਦੇ ਵਿੱਚ ਬਹੁਤ ਕੁਛ, ਕਿਸੇ ਹਲਕੇ ਦੇ ਵਿੱਚ ਕੁਛ ਵੀ ਨਹੀਂ, ਫਿਰ ਲੋਕ ਮੁੜ ਕੇ ਰੌਲਾ ਪਾਉਂਦੇ ਹੁੰਦੇ ਆ। ਕਿੰਨੇ ਹੀ ਬੰਦੇ ਪੰਜਾਬ ਦੇ ਜਿਹੜੇ ਆਪਾਂ ਨੂੰ ਜਾਣਦੇ ਵੀ ਨਹੀਂ, ਕਹਿ ਰਹੇ ਟੈਲੀਫੋਨ ਜੀ ਸਾਡੇ ਹਲਕੇ ਦਾ ਤਾਂ ਮਾੜਾ ਹੀ ਹਾਲ ਹੈ। ਜਾਣੀ ਮੈਂ ਲੋਕਤੰਤਰ ਦਾ ਦਿਵਾਲਾ ਕਿੱਥੇ ਨਿਕਲਿਆ, ਕਿੰਨੀ ਘਟੀਆ ਦਰਜੇ ਦੀ ਰਾਜਨੀਤੀ ਹੋ ਗਈ। ਕੀ ਹੋਇਆ ਜੀ ਤੁਹਾਡੇ, ਕੀ ਹੋਇਆ? ਕਹਿੰਦੇ ਜੀ ਸਾਡੇ ਹਲਕੇ ਦੀ ਕਿਸਮਤ ਮਾੜੀ ਆ। ਕਿਉਂ? ਸਾਡੇ ਤਾਂ ਜੀ MLA ਉਸ ਪਾਰਟੀ ਦਾ ਜਿੱਤਦਾ ਜਿਹਦੀ ਸਰਕਾਰ ਨਹੀਂ ਬਣਦੀ। ਜਾਣੀ ਇਹਦੇ ਤੋਂ ਵੱਡੀ ਐਗਜ਼ਾਮਪਲ ਕਿ ਪੱਖਪਾਤ ਕਿੱਥੇ ਤੱਕ ਹੈ ਕਿ ਜੇ ਵਿਰੋਧੀ ਧਿਰ ਦਾ MLA ਬਣ ਗਿਆ ਤਾਂ ਉਹਨੂੰ ਗ੍ਰਾਂਟ ਕਿਸੇ ਨਹੀਂ ਦੇਣੀ, ਉੱਥੇ ਲੋਕ ਨਹੀਂ ਵਸਦੇ, ਉਹ ਤੁਹਾਡੇ ਪੰਜਾਬ ਦੇ ਨਾਗਰਿਕ ਨਹੀਂ, ਉਹ ਤੁਹਾਡੇ ਦੇਸ਼ ਦੇ ਨਾਗਰਿਕ ਨਹੀਂ। ਤੇ ਜਦੋਂ ਤੱਕ ਇਦਾਂ ਦੇ ਟੈਲੀਫੋਨ ਸੁਣਨ ਨੂੰ ਮਿਲਦੇ ਆ ਉਦੋਂ ਤੱਕ ਫਿਰ ਅਸੀਂ ਲੀਡਰਾਂ ਤੋਂ ਵਿਕਾਸ ਦੀ ਆਸ ਬਹੁਤ ਵਧੀਆ ਰੱਖ ਲਾਂਗੇ। ਚਲੋ ਅਗਲਿਆਂ ਨੇ ਹੁਣ ਕਿਹਾ, ਪਰ ਇੰਨਾ ਜ਼ਰੂਰ ਹੈ ਵੀ ਹੁਣ ਤਾਂ ਦੇਖੋ ਪੂਰੇ ਦਾ ਪੂਰਾ ਪਰਿਵਾਰ ਹੀ ਪ੍ਰਚਾਰ ਕਰਨ ਲੱਗ ਪਿਆ। ਅਨੰਤਵੀਰ ਉਹਨਾਂ ਦਾ ਨਾਮ, ਸੁਖਬੀਰ ਬਾਦਲ ਸਾਹਿਬ ਦੇ ਮੁੰਡੇ ਦਾ ਜੀ, ਉਹ ਵੀ ਪ੍ਰਚਾਰ 'ਚ ਨੇ। ਹੁਣ ਤਾਂ ਹਰਕੀਰਤ ਉਹਨਾਂ ਦੀ ਬੇਟੀ, ਉਹ ਵੀ ਜਲਾਲਾਬਾਦ ਹਲਕੇ 'ਚ ਪ੍ਰਚਾਰ ਕਰਨ ਨਿਕਲੇ। ਪਹਿਲੀ ਵਾਰ ਕਹਿੰਦੇ ਮੈਂ ਲੋਕਾਂ 'ਚ ਗਈ ਹਾਂ, ਬੜਾ ਪਿਆਰ ਦੇ ਰਹੇ ਨੇ ਲੋਕੀ। ਤੇ ਲੋਕ ਕਹਿੰਦੇ ਲੋਕ ਤਾਂ ਵਿਚਾਰੇ ਪਿਆਰ ਕਰਦੇ, ਕਿਉਂਕਿ ਲੋਕਾਂ ਨੂੰ ਤਾਂ ਹੁੰਦਾ ਵੀ ਮਾਰਾ ਕੋਈ ਲੀਡਰ ਆਇਆ, ਉਹਦਾ ਧੀ ਪੁੱਤ ਆਇਆ ਹੋ ਜਾਣਾ, ਕੋਈ ਸਾਡਾ ਹੀ ਸੋਚ ਲੇ, ਜਿੱਦਾਂ ਦੇ ਇਹਨਾਂ ਦੇ ਧੀਆਂ ਪੁੱਤ ਨੇ ਹੋ ਜਾਣੇ, ਸਾਡੇ ਧੀਆਂ ਪੁੱਤਾਂ ਦਾ ਵੀ ਕੋਈ ਸੋਚ ਲਓ। ਦੋਨੇ ਜਗ੍ਹਾ ਦੇ ਉੱਤੇ ਵੱਖਰਾ ਕੰਮ ਹੈ ਜੀ, ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਸਾਰੇ ਹਲਕਿਆਂ 'ਚ ਜਾਣਾ ਹੈ। ਸੋ ਜਲਾਲਾਬਾਦ ਤੋਂ ਚੋਣ ਲੜ ਰਹੇ ਆ ਤੇ ਹਰਕੀਰਤ ਹੈ ਬੀਬੀ ਲੜਕੀ ਜਿਹੜੀ ਹੈ, ਉਹ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬੇਟੀ ਉੱਥੇ ਪ੍ਰਚਾਰ ਕਰ ਰਹੀ ਹੈ ਤੇ ਬਹੁਤ ਚੰਗੇ ਤਰੀਕੇ ਨਾਲ ਹੱਥ ਜੋੜ ਕੇ ਉੱਥੇ। ਠੀਕ ਹੈ, ਬੀਬੀਆਂ ਪਿਆਰ ਦਿੰਦੀਆਂ, ਸਿਰ ਤੇ ਹੱਥ ਧਰ ਕੇ ਹਾਰ ਪਾਏ ਹੋਏ ਨੇ। ਡੈਡੀ ਦੀ ਮੁਹਿੰਮ ਚਲਾਉਣੀ ਵੀ ਚਾਹੀਦੀ ਹੈ, ਪਰ ਅਨੰਤਵੀਰ ਕਿਉਂਕਿ ਪੁਰਾਣੇ ਹਲਕੇ 'ਚ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਬਾਦਲ ਪਿੰਡ ਕਿੱਥੇ ਆ ਬਾਦਲ ਸਾਹਿਬ, ਤੇ ਉੱਥੇ ਇਹ ਨਹੀਂ ਕੋਈ ਕਹਿੰਦਾ ਕਿ ਅਨੰਤਵੀਰ ਆ ਗਿਆ,
ਉੱਥੇ ਉਹ ਕਹਿੰਦੇ ਜੀ ਬਾਦਲ ਦਾ ਪੋਤਾ ਆਇਆ ਹੀ, ਯਾਨੀ ਸਿੱਧਾ ਹੀ ਲੋਕਾਂ ਨੂੰ ਚੱਲਦੇ, ਸਾਰਿਆਂ ਨੂੰ ਪਤਾ ਕਿਉਂਕਿ ਪਰਿਵਾਰ ਉੱਥੇ ਰਿਹਾ। ਤੇ ਫਿਰ ਅਨੰਤਵੀਰ ਹੋਰੀ ਐਤਕੀ ਜਿਸ ਤਰੀਕੇ ਪ੍ਰਚਾਰ ਕਰ ਰਿਹਾ, 5 ਸਾਲ ਪਹਿਲੀਆਂ ਚੋਣਾਂ ਦੇ ਵਿੱਚ ਉਹ ਪਹਿਲੀ ਵਾਰ ਨਜ਼ਰ ਆਏ ਸੀ, ਐਤਕੀ ਤਾਂ ਹੁਣ ਸੁੱਖ ਨਾਲ ਕਿਉਂਕਿ ਦਾਦਾ ਜੀ ਥੋੜੇ ਢਿੱਲੇ ਨੇ, ਪ੍ਰਚਾਰ ਦਾ ਜ਼ਿੰਮਾ ਉਹਨਾਂ ਨੇ ਸਾਂਭ ਲਿਆ, ਜਾਂ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਸਾਂਭ ਲਿਆ, ਜਾਂ ਵੇਲੇ ਕੁ ਵੇਲੇ ਚੌਟਾਲਾ ਸਾਹਿਬ ਵੀ ਆ ਕੇ ਝੁੱਟੀ ਲਵਾ ਜਾਂਦੇ ਆ। ਸੋ ਲੱਗਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨੇੜ, ਕਿਉਂਕਿ ਅਨੰਤਵੀਰ ਨੇ ਤਾਂ ਪਹਿਲੀ ਵਾਰੀ ਵੋਟ ਪਾਣੀ ਐਤਕੀ, ਤੇ ਅਗਲੀਆਂ ਵੋਟਾਂ ਤੱਕ ਜਿਹੜੀ ਉਧਰ ਪ੍ਰੋਬਲਮ ਇੱਕ ਹੋਰ ਆ ਨਾ, ਕਿਹੜੀ ਲੰਬੀ ਹਲਕੇ 'ਚ ਉਧਰ ਮਲੋੜ ਤੱਕ ਆਪਣੇ ਭਗਵੰਤ ਮਾਨ ਸਾਹਿਬ ਗਏ, ਉਹ ਬੰਦਾ ਹਟਦਾ ਨਹੀਂ ਉਸ ਗੱਲੋਂ। ਉਹ ਕਹਿੰਦੇ ਦੇਖ ਲਓ ਵੀ ਬਜ਼ੁਰਗ ਦਾ ਤੁਹਾਨੂੰ ਪਤਾ ਹੈ ਵੀ ਕੀ ਹਾਲ ਆ। ਹੁਣ ਕਹਿੰਦੇ ਗਾਂ ਪੋਤਾ ਵੀ ਉਹਨਾਂ ਨੇ ਤੁਹਾਨੂੰ ਇੱਥੇ ਪ੍ਰਚਾਰ ਕਰਨਾ ਆਉਂਦਾ, ਤੁਸੀਂ ਕਹਿੰਦੇ ਉਹਨੇ ਪ੍ਰਚਾਰ ਕਰਨਾ ਆਉਂਦਾ, ਉਹ ਪ੍ਰਚਾਰ ਨਹੀਂ ਕਰਨਾ ਆਉਂਦਾ, ਤੁਹਾਨੂੰ ਦਰਸ਼ਨ ਦੇਣਾ ਆਉਂਦਾ ਵੀ ਗਾਂ ਤਿਆਰ ਰਹੋ ਮੈਂ ਵੀ ਖੜਨਾ। ਉਹ ਕਹਿੰਦੇ ਵੀ ਇਹੋ ਜਿਹੀ ਪ੍ਰੋਬਲਮ ਹੈ ਵੀ ਆਮ ਜਿਹੜੇ ਘਰ ਨੇ, ਆਮ ਘਰਾਂ ਦੇ ਧੀਆਂ ਪੁੱਤਾਂ ਦੀ ਕਦੋਂ ਵਾਰੀ ਆਉਣੀ। ਹੁਣ ਠੀਕ ਹੈ ਭਾਈ ਸਾਹਿਬ, ਭਗਵੰਤ ਮਾਨ ਹੁੰਦੇ ਆਪਣੀ ਸਿਆਸਤ, ਉਹਨੂੰ ਟੋਟਕਾ ਲਾਉਣਾ ਆਉਂਦਾ ਨਹੀਂ, ਭਗਵੰਤ ਮਾਨ ਹੋਰਾਂ ਦਾ ਕੰਮ ਸਿੱਧਾ। ਮੈਨੂੰ ਮੇਰਾ ਇੱਕ ਜੀ ਕਰਦਾ ਹੈ, ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਕਬੱਡੀ ਦਾ ਜਦੋਂ ਮੈਚ ਲੱਗਦਾ ਨਾ, ਕਹਿੰਦੇ ਹੁੰਦੇ ਆ ਹੁਣ ਜਾਊਗਾ ਆ ਜਾਫੀ, ਉਹ ਮਾਰੀਆ ਪੜ ਤੇ ਥਾਪੀ, ਟੇਕਿਆ ਧਰਤੀਵਾਂ ਨੂੰ ਮੱਥਾ, ਆ ਸ਼ੂ ਕਰਦਾ ਬੰਦਾ ਅੱਗੇ ਚਲੇ ਗਿਆ। ਇੱਦਾਂ ਹੀ ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਕਿ ਐਤਕੀ ਤਾਂ ਲੇਟ ਹੋ ਗਿਆ, ਭਲਾਤੋਂ ਚੋਣ ਲੜਨੀ ਪਈ ਹੈ। ਤੁਸੀਂ ਦੇਖੀ ਜਾਓ 2027 'ਚ 5 ਸਾਲ ਬਾਅਦ ਜਿਹੜੀ ਚੋਣ ਆਉਣੀ ਹੈ, ਮੈਂ ਰਾਣੇ ਗੁਰਜੀਤ ਸਿੰਘ ਦੇ ਖਿਲਾਫ ਖੜਾ ਹੋਊਗਾ, ਮੈਂ ਹਰਾਊਂਗਾ ਰਾਣੇ ਗੁਰਜੀਤ ਸਿੰਘ ਨੂੰ, ਕਿਸੇ ਹੋਰ ਦੇ ਇੰਨੀ ਹਿੰਮਤ ਹੈ ਨਹੀਂ, ਮੈਂ ਯੂਪੀ ਛੱਡ ਕੇ ਆਉਂ ਬੰਦਾ। ਨਹੀਂ ਪਰ ਉਹਦੇ 'ਚ ਹੀ ਫਰਕ ਪੈਂਦਾ ਹੋਇਆ ਕਿ ਵੀ ਤੇ ਕਾਗਜ਼ ਜੇਲ੍ਹ 'ਚੋਂ ਹੀ ਭਰੇ ਤੇ ਇੱਧਰੋਂ ਵੀ ਭਰ ਦਿੰਦੇ ਕਪੂਰਥਲੇ। ਪਰਚਾ ਦੇਖੋ ਨਵਾਂ ਹਲਕਾ ਹੈ, ਜਾਣਾ ਆਉਣਾ ਕਈ ਕੁਛ ਹੁੰਦਾ ਹੈ, ਉਦੋਂ ਇਹ ਵੀ ਨਹੀਂ ਸੀ ਪਤਾ ਕਿ ਬਾਹਰ ਆ ਹੋਣਾ ਹੈ, ਉਦੋਂ ਤੱਕ ਕਿ ਨਹੀਂ ਆ ਹੋਣਾ, ਕਿਉਂਕਿ ਸਾਜ਼ਿਸ਼ ਸੀ ਨਾ। ਪਰ ਇੱਕ ਗੱਲ ਦੇਖ ਲਓ, ਤੁਸੀਂ ਥਾਪੀ ਤਾਂ ਮਾਰੀ ਨਾ ਅਗਲੇ ਨੇ ਪੱਟ ਤੇ। ਉਹਦੀ ਤੋਂ ਉਧਰੋਂ ਰਾਣਾ ਗੁਰਜੀਤ ਸਿੰਘ ਹੋਰੀ ਕਿਹੜਾ ਘੱਟ ਹੈ, ਉਹ ਕਹਿੰਦੇ ਕੋਈ ਗੱਲ ਨਹੀਂ ਆ ਜਾਓ, ਮੈਂ ਵਿਹਲਾ ਹੀ। ਆਹ ਕਹਿੰਦੇ ਕੋਈ ਲੜਨਾ ਹੀ ਤੇ ਤੂੰ ਹੋਰ ਲੜੀ ਜਾਓ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਉਹ ਕਹਿੰਦੇ ਸਾਰੇ ਆ ਜਾਓ, ਮੈਂ ਤਾਂ ਕਹਿਣ ਡਿਆ ਕੋਈ ਫਰਕ ਹੀ ਨਹੀਂ ਪੈਂਦਾ ਉਸ ਚੀਜ਼ ਨਾਲ। ਮਤਲਬ ਇਹ ਜਿਹੜਾ ਮੇਰੇ ਖਿਆਲ ਨਾਲ ਢੰਗ ਤਰੀਕਾ, ਇਹ ਵੀ ਸ਼ਾਇਦ ਪੰਜਾਬ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਨਹੀਂ। ਤੇ ਆਮ ਤੌਰ 'ਤੇ ਐਵੇਂ ਇੰਨੇ ਉਹ ਵੀ ਆਪਣਾ ਭਰਾ ਆ, ਆਪਾਂ ਮਨਾਵਾਂ, ਕਹਿੰਦੇ ਮਨਾਉਣਾ ਕਿਸੇ ਨੂੰ ਨਹੀਂ। ਮੈਂ ਜਿਹਦੇ ਨਾਲ ਭਾਈ ਸਾਹਿਬ ਟੱਕਰ ਕੇ ਉਹਦੇ ਨਾਲ ਟੱਕਰ ਕੇ ਫਿਰ ਉਹ ਵੇਖਾਂਗੇ ਆਪਾਂ ਮੈਦਾਨ 'ਚ ਕੀ ਬਣਦਾ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਤੇ ਹੁਣ ਇੱਕ ਖਾਸ ਭਾਈਚਾਰੇ ਦੀ, ਆਪਾਂ ਵੈਸੇ ਪੰਜਾਬ ਨੂੰ ਪੰਜਾਬ ਰੱਖ ਕੇ ਚੱਲੀਏ ਤਾਂ ਚੰਗਾ ਹੈ, ਇੱਕ ਭਾਈਚਾਰਾ ਜਿਹਦੀ 30 ਤੋਂ 35% ਦੇ ਵਿਚਾਲੇ ਵੋਟ ਹੈ, ਤੇ ਜਿਹਨੂੰ ਸਾਹਮਣੇ ਰੱਖ ਕੇ ਸਾਰੀਆਂ ਪਾਰਟੀਆਂ ਨੇ ਉਹਦੇ ਵਿੱਚੋਂ ਹਿੱਸੇ ਵੰਡਾਉਣ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ 'ਚੋਂ ਬਣਾਵਾਂਗੇ। ਉਹਦੇ ਤੋਂ ਬਾਅਦ ਭਾਜਪਾ ਨੇ ਕਿਹਾ ਸੀ ਕਿ ਸਾਡਾ ਤਾਂ CM ਹੀ SC ਭਾਈਚਾਰੇ 'ਚੋਂ ਹੋਊਗਾ। ਕਾਂਗਰਸ ਪਾਰਟੀ ਨੇ ਸਭ ਤੋਂ ਅੱਗੇ ਹੋ ਕੇ ਕਹਿਤਾ ਕਿ ਸਾਡਾ ਤਾਂ ਭਾਈ ਮੁੱਖ ਮੰਤਰੀ ਹੈ। ਹੁਣ ਤੁਸੀਂ ਦੇਖੋ ਕਿ ਇਧਰ ਚੰਨੀ ਸਾਹਿਬ ਮੁੱਖ ਮੰਤਰੀ ਦੇ ਦਾਅਵੇਦਾਰ, ਤੇ ਉਹਨਾਂ ਦੇ ਲਈ ਵੀ ਪਰਖ ਦੀ ਘੜੀ ਹੈ ਕਿ ਕੀ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਜਿੱਥੇ ਸਭ ਤੋਂ ਵੱਧ SC ਭਾਈਚਾਰੇ ਦੀ ਵੋਟ ਹੈ, ਉਹ ਲਿਆ ਸਕਣਗੇ ਕਿ ਨਹੀਂ। ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ, ਉਹਦਾ ਬਹੁਤੀ ਬੁਨਿਆਦ ਹੀ ਇਸ ਗੱਲ ਤੇ ਸੀ ਕਿ ਭਾਈ ਦੁਆਬਾ ਐਤਕੀ ਤਾਂ ਫਿਰ ਜਿੱਤ ਹੀ ਲੈਣਾ। ਗੱਲ ਕਿਹੜੀ ਹੈ, ਕਿਉਂਕਿ ਬਸਪਾ ਦਾ ਵੋਟ ਬੈਂਕ ਕਾਫੀ ਹੈ। ਹੁਣ 2 ਦਿਨ ਪਹਿਲਾਂ ਚੰਨੀ ਸਾਹਿਬ ਮੁੱਖ ਮੰਤਰੀ ਦੁਆਰਾ ਦਾਅਵੇਦਾਰ ਬਣਾ ਕੇ ਉਹਨਾਂ ਵੋਟਾਂ ਦੇ ਉੱਤੇ ਕਾਂਗਰਸ ਨੇ ਹੱਕ ਜਤਾ ਦਿੱਤਾ। ਇਧਰਲੇ ਪਾਸੇ ਨਵਾਂ ਸ਼ਹਿਰ ਦੇ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਬੀਬੀ ਮਾਇਆਵਤੀ ਆ ਰਹੇ ਨੇ, ਛਤਰਪਾਲ ਤੇ ਸਾਰੇ ਬਸਪਾ ਅਕਾਲੀਆਂ ਦੇ ਕੈਂਡੀਡੇਟਾਂ ਦੇ ਹੱਕ 'ਚ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਹੋਣਗੇ। ਪਰ ਸੰਧਾਲੀਆ ਸਾਹਿਬ, ਮੈਂ ਸੋਚ ਰਿਹਾ ਸੀ ਕਿ ਹਾਲਾਤ ਲੋਕਾਂ ਦੇ ਉਹੀ ਨੇ, ਉਹੀ ਹਸਪਤਾਲ ਨੇ, ਉਹੀ ਸਕੂਲ ਨੇ, ਉਹੀ ਨੌਕਰੀਆਂ ਦੇ ਰੁਜ਼ਗਾਰ ਦੇ ਉਨੇ ਕੁ ਬਚੇ ਖੁਚੇ ਸਾਧਨ ਨੇ। ਇਹਦੇ ਬਾਵਜੂਦ ਵੀ ਉਹਨਾਂ ਨੂੰ ਮਨੁੱਖ ਸਮਝ ਕੇ ਮੁੱਢਲੀ ਸਹੂਲਤ ਕੀ ਦੇਣੀ ਹੈ, ਕਿਵੇਂ ਦੇਣੀ ਹੈ, ਪੈਸੋਂ ਕਿੱਥੋਂ ਆਉਣੇ ਹੈ, ਰੋਡ ਮੈਪ ਕੀ ਹੋਏਗਾ, ਉਹਦੀ ਕੋਈ ਗੱਲ ਨਹੀਂ ਕਰਦਾ। ਉਹਨਾਂ ਨੂੰ ਉਹ ਬੰਦੇ ਨਹੀਂ ਨਜ਼ਰ ਆਉਂਦੇ। 33 ਜਾਂ 34% ਵੋਟਾਂ ਨਜ਼ਰ ਆਉਂਦੀਆਂ, ਪਾਰਟੀ ਭਾਵੇਂ ਕੋਈ ਵੀ ਹੋਵੇ। ਇਹੀ ਤੇ ਪ੍ਰੋਬਲਮ ਹੈ ਨਾ। ਆਪਾਂ ਅੱਗੇ ਵੀ ਦੇਖੋ ਕਿੰਨੀ ਵਾਰ ਇਹ ਗੱਲ ਕਹੀ ਹੈ। ਮੇਰੇ ਖਿਆਲ ਨਾਲ ਇਹ ਤਾਂ ਦੇਖੋ ਕਾਰਨ ਹੈ ਵੀ ਜੇ ਅਗਲੇ ਆਪਾਂ ਨਹੀਂ ਵੰਡਦੇ, ਪਰ ਜੇ ਅਗਲੇ ਵੰਡਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਇਹ ਹਿਸਾਬ ਨਾਲ ਵੰਡਿਆ ਗਿਆ, ਤੇ ਮੇਰੇ ਖਿਆਲ ਨਾਲ ਉਹ ਭਾਈਚਾਰੇ ਵਿਸ਼ੇਸ਼ ਨੂੰ ਵੀ ਸੋਚਣਾ ਚਾਹੀਦਾ ਵੀ ਯਾਰ ਜਿਹੜਾ ਬੰਦਾ ਆਉਂਦਾ ਉਹਨੂੰ ਸਵਾਲ ਤਾਂ ਪੁੱਛਿਆ ਜਾਵੇ ਨਾ ਵੀ ਵੀਰ ਮੇਰਿਆ ਠੀਕ ਆ ਭੈਣ ਜੀ, ਤੁਸੀਂ ਸਾਡੇ ਹਿਸਾਬ ਨਾਲ ਟਿਕਟ ਤੇ ਲੈ ਲਈ, ਤੁਸੀਂ ਕਹਿੰਦੇ ਤੁਸੀਂ ਸਾਡੀ ਨੁਮਾਇੰਦਗੀ ਕਰਨੀ ਆ, ਤੁਹਾਡੇ ਤੇ ਸਾਡੇ 'ਚ ਫਰਕ ਕਿੰਨਾ। ਤੁਸੀਂ ਉਹ ਜਿੱਦਾਂ ਕਹਿੰਦੇ ਨੇ ਕਿ ਵੀ ਅਗਲਾ ਬੰਦਾ ਕਹਿੰਦਾ ਵੀ ਜਦੋਂ ਕਾਗਜ਼ ਭਰੇ ਤੇ ਇੰਨੇ 100 ਕਰੋੜ ਦੀ ਜਾਇਦਾਦ, ਤੇ ਜਿਹੜੇ ਬੰਦੇ ਵਿਚਾਰੇ ਵੋਟਰ ਆ, ਮੈਨੂੰ ਨਹੀਂ ਲੱਗਦਾ ਬਹੁਤਾਂ ਨੇ 10,000 ਵੀ ਕਦੀ ਐਂ ਗਿਣ ਕੇ ਦੇਖਿਆ ਹੋਵੇ ਵੀ ਯਾਰ ਅੱਛਾ ਇਕੱਠਾ 10,000 ਇੱਦਾਂ ਦਾ ਹੁੰਦਾ। ਨਹੀਂ ਇੱਦਾਂ ਕਿੱਥੇ, ਹੁਣ ਤਾਂ ਡਿਜੀਟਲ ਹੋ ਸੰਧਾਲੀਆ ਸਾਹਿਬ ਯਾਰ ਭਰਾਵਾ ਤੂੰ ਕਰ ਲੈ ਡਿਜੀਟਲ ਹੋ ਗਿਆ। ਇੱਦਾਂ ਕਰੋ ਜਿਹੜੇ ਕੈਪਟਨ ਸਾਹਿਬ ਨੇ ਸਮਾਰਟਫੋਨ ਦਿੱਤੇ ਉਹਦੇ ਕੈਲਕੂਲੇਟਰ ਤੇ ਕਰਕੇ ਦਿਓ ਡਿਜੀਟਲ ਨਾਲ। ਸੰਧਾਲੀਆ ਸਾਹਿਬ ਦੇਖੋ, ਸਾਡੇ ਲੀਡਰ ਜਿਹੜੇ ਨੇ ਨਾ ਪੰਜਾਬ, ਤੁਸੀਂ ਕਰਪਟ ਬੰਦੇ ਹੋ, ਕਰਪਟ ਲੀਡਰ ਹੋ। ਅੱਛਾ ਮੈਂ ਹੈਗਾ, ਹਾਂ, ਬਾਕੀ ਬੰਦੇ ਨਹੀਂ। ਤੁਸੀਂ ਇਹ ਦੇਖੋ, ਜਿਹੜਾ ਬੰਦਾ ਜਿਹੜਾ ਵਾਅਦਾ ਕਰਦਾ ਹੈ, 2019 ਚ 14 ਦੇ ਵਿੱਚ ਇੱਕ ਦਾਅਵਾ ਕੀਤਾ ਗਿਆ ਸੀ ਨਾ 15 ਲੱਖ ਆਊਗਾ, ਉਹ 15 ਲੱਖ ਆ ਗਿਆ। ਫਿਰ ਇਹ ਨਾ ਪਤਾ ਲੱਗੇ ਸਾਂਭਣਾ ਕਿੱਥੇ ਹੈ। ਫਿਰ ਜਨ ਧਨ ਖਾਤੇ ਸ਼ੁਰੂ ਕਰਾਏ,
ਫਿਰ ਡਿਜੀਟਲ ਸਾਰਾ ਕੁਝ ਸ਼ੁਰੂ ਕਰਾਇਆ ਕਿ ਪੈਸੇ ਇੰਨੇ ਰੁਪਈਏ ਹੋ ਗਏ ਲੋਕਾਂ ਕੋਲ ਤੁਰੇ ਜਾਂਦੇ, ਕੋਈ ਲੁੱਟ ਲਊਗਾ। ਉਹਦੇ ਤੋਂ ਬਾਅਦ ਹੋ ਗਿਆ ਕਿ ਸਾਰਾ ਕਰਜ਼ਾ ਮਾਫ ਕਰ ਦੇਣਾ, ਸਰਕਾਰੀ ਹਸਪਤਾਲਾਂ 'ਚ ਡਾਕਟਰ ਕਰ ਦੇਣੇ, ਆਹ ਕਰ ਦੇਣਾ, ਉਹ ਕਰ ਦੇਣਾ, ਪਾਣੀ ਉੱਪਰ ਲੈ ਆਉਣਾ, ਖੇਤੀਬਾੜੀ ਦੀ ਏਜੰਟਾਂ ਦੀ MSP ਦੇ ਦੇਣੀ, ਫਸਲਬਾੜੀ ਦਾ ਆਹ ਕਰ ਦੇਣਾ, ਰੁਜ਼ਗਾਰ ਇੱਥੇ ਹੋਊਗਾ। ਜਿਹੜੇ ਜਾਲੀ ਟਰੈਵਲ ਏਜੰਟ ਨੇ ਉਹਨਾਂ ਦੇ ਉੱਤੇ ਨੱਥ ਪਾ ਲੈਣੀ। ਕੱਲੀ ਕੱਲੀ ਚੀਜ਼ ਤਾਂ ਕਰ ਦਿੱਤੀ ਹੈ, ਤੁਸੀਂ ਡਿਜੀਟਲ ਇੰਡੀਆ ਦੇ ਉੱਤੇ ਸ਼ੱਕ ਕਰੀ ਜਾਂਦੇ ਹੋ। ਨਹੀਂ, ਇੱਥੇ ਮਿਲਿਆ ਮੈਨੂੰ ਗੋਰਾ, ਅੱਛਾ, ਉਹਨੇ ਮੇਰੇ ਨਾਲ ਪੰਜਾਬੀ 'ਚ ਗੱਲ ਕੀਤੀ। ਅੱਛਾ। ਕਹਿੰਦਾ ਮੈਂ ਪੰਜਾਬੀ ਦੀ ਆਇਲਟਸ ਕੀਤੀ। ਮੈਂ ਕੀ ਕਰਨ? ਕਹਿੰਦਾ ਮੈਂ ਪੰਜਾਬ ਜਾਣਾ, ਉੱਥੇ ਜੌਬ ਕਰਨੀ। ਨਹੀਂ, ਹੋਰ ਵੀ ਕਿਹਾ, ਉਹ ਕਹਿੰਦਾ ਉਧਰ ਮੈਨੂੰ ਪੰਜਾਬ ਤੋਂ LMIA ਦਵਾਓ ਕਿਸੇ ਕੋਲ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ, ਕਹਿੰਦੇ ਜੀ ਤੁਹਾਡਾ ਉੱਥੇ ਕੋਈ ਦੁਕਾਨ ਖੋਲੋ, ਉੱਥੋਂ 2-4 ਬੰਦਿਆਂ ਦੀ ਲੋੜ ਮਹਿਸੂਸ ਕਰਾਓ ਸਰਕਾਰ ਨੂੰ, ਉਹ ਫਿਰ ਤੁਹਾਨੂੰ ਆਗਿਆ ਦੇਣ ਕਿ ਤੁਸੀਂ ਕੈਨੇਡਾ ਦੇ ਵਿੱਚੋਂ ਫਿਰ ਮੰਗਾ ਲਓ, ਤੇ ਬਸ ਉਹਦੇ ਗੋਰੇ ਦੇ ਰਹਿਣ ਦਾ, ਉਹਦੇ ਕੱਪੜੇ ਦਾ, ਜੁੱਲੀ ਬਿਸਤਰੇ ਦਾ ਪ੍ਰਬੰਧ। ਨਹੀਂ, ਮੈਂ ਕਿਹਾ ਵੀ ਕਾਰਨ ਕੀ ਬਣਿਆ? ਉਹ ਕਹਿੰਦੇ ਦੇਖੋ ਕਾਰਨ ਇਹਦੇ ਧੁੱਪ ਹੀ ਨਹੀਂ ਲੱਗਦੀ ਯਾਰ, ਮਤਲਬ ਉਧਰ ਵਿਟਾਮਿਨ D ਬਹੁਤ ਮਿਲਦਾ ਜੀ, ਧੁੱਪੇ ਉੱਥੇ ਮੰਜਾ ਡਾਲਿਆ ਕਰਨਾ, ਬਕੈਣ ਥਲੇ ਨਜ਼ਾਰੇ ਲਿਆ ਕਰਨੇ। ਤੇ ਨਾਲੇ ਇੱਥੇ ਨਾ ਬਹੁਤ ਸਾਰੇ ਲੋਕਾਂ ਨੂੰ ਇਕੱਲੇਪਣ ਦੀ ਸਮੱਸਿਆ ਹੈਗੀ ਆ। ਉੱਥੇ ਕਹਿੰਦੇ ਇਕੱਲੇ ਦੀ ਗੱਲ ਹੀ ਕੋਈ ਨਹੀਂ, ਤੇ ਗਰਮੀਆਂ ਤੁਸੀਂ ਬਾਹਰ ਸੌਵੋ, ਤੁਸੀਂ ਹੁੰਨੇ ਹੋ 500-700 ਮੱਛਰ ਹੁੰਦਾ ਹੀ ਨਾ, ਇਕੱਲਾ ਬੰਦਾ ਹੁੰਦਾ ਨਹੀਂ। ਇਹ ਬਹੁਤੀ ਗੱਲ ਹੈ। ਤੇ ਅਗਲਾ ਕੇ ਵੀ ਨਹੀਂ ਯਾਰ ਮੱਛਰ ਤੇ ਐਵੇਂ ਨਾ ਨਜ਼ਰ ਨਹੀਂ ਆਉਂਦਾ, ਫੇਰ ਕਿਹੜੀ ਗੱਲ ਵੀ ਚੋਕੇ ਮੰਜਾ ਵੇਲੀ 'ਚ ਕੱਟਿਆਂ ਵਛਿਆਂ ਦੇ ਨਾਲ। ਨਹੀਂ, ਬਿਲਕੁਲ ਠੀਕ। ਕਿਸੇ ਵੇਲੇ ਹੁੰਦਾ ਵੀ ਹਨੇਰੇ ਜੇ ਰਾਤ ਕਣੀਆਂ ਜਿਹੀਆਂ ਪੈਂਦੀਆਂ, ਕਹਿੰਦਾ ਕੀ ਗੱਲ ਮੀਂਹ ਆ ਗਿਆ? ਨਹੀਂ ਕੁਛ ਨਹੀਂ, ਕਹਿੰਦਾ ਉਹ ਕੱਟੇ ਪੂਛ ਮਾਰੀ ਹੋਣੀ ਕਿਤੇ। ਸੋ ਉਹ ਇਹ ਜਿਹੜਾ ਪੰਜਾਬ ਆ ਇਸ ਵਕਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਵਾਰ-ਵਾਰ ਬੇਨਤੀ ਕਰਦੇ ਆ, ਹਰ ਢੰਗ, ਹਰ ਤਰੀਕਾ, ਹਰ ਤਰ੍ਹਾਂ ਵੰਡਣ ਦੀ ਕੋਸ਼ਿਸ਼ ਅਗਲਿਆਂ ਕਰਨੀ ਆ, ਪਰ 10-11 ਦਿਨ ਕੱਢ ਲਈਏ, ਥੋੜ੍ਹਾ ਜਿਹਾ ਸੋਚ ਲਈਏ ਵੀ ਅੱਜ 2022 ਆ, ਕੈਲੰਡਰ ਵੀ ਨਹੀਂ ਅਜੇ ਛਪਿਆ ਹੋਣਾ 2027 ਵਾਲਾ, ਜਦੋਂ ਜਾ ਕੇ ਦੁਬਾਰਾ ਮੌਕਾ ਮਿਲਣਾ। ਸੰਧਾਲੀਆ ਸਾਹਿਬ, ਮੁੱਖ ਦੀ ਗੱਲ ਇਹ ਹੈ ਕਿ 15 ਦਿਨ ਪਹਿਲਾਂ ਖਰਾਬ ਕਰ ਲੈ ਕਿ ਮੁੱਖ ਮੰਤਰੀ ਕੌਣ ਹੋਏਗਾ। ਹੁਣ ਮੁੱਖ ਮੰਤਰੀ ਸਾਰੇ ਹੋ ਗਏ, ਉਹੀ ਰੁਜ਼ਗਾਰ ਹੈ, ਉਹੀ ਕੈਂਸਰ ਹੈ, ਉਹੀ ਪਾਣੀ ਦੂਸ਼ਿਤ ਹੈ, ਉਹੀ ਧਰਤੀ ਹੇਠਲਾ ਪਾਣੀ ਹੈ, ਕੋਈ ਫਰਕ ਨਹੀਂ ਪਿਆ। ਅਗਲੇ 12 ਦਿਨ ਕਿਤੇ ਲੀਡਰਾਂ ਦੇ ਮਗਰ ਲੱਗ ਕੇ ਨਾ ਕੱਢ ਲਿਓ, ਲੋਕਾਂ ਦੇ ਮੁੱਦਿਆਂ ਦੇ ਉੱਤੇ ਸਵਾਲ ਪੁੱਛਣੇ ਸ਼ੁਰੂ ਕਰੋ। ਹਾਂ, ਨਹੀਂ ਇਹ ਬੜਾ ਜ਼ਰੂਰੀ ਆ। ਤੇ ਆਪਾਂ ਹੁਣ ਚੱਲੀਏ ਤੇ ਇੰਨਾ ਹੈ ਵੀ ਨਿਆਣਿਆਂ ਦੇ ਸਕੂਲ ਖੁੱਲ੍ਹ ਗਏ ਜੀ, 6ਵੀਂ ਤੋਂ ਨਹੀਂ ਉਹ ਆਂਦੇ ਅਗਲੇ ਵੀ ਖਿਲਾਉਣੇ, ਕਿਉਂਕਿ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਹੈ। ਮੇਰਾ ਖਿਆਲ ਕੁਝ ਕੁ ਥਾਵਾਂ ਦੇ ਉੱਪਰ ਪ੍ਰੈਸ਼ਰ ਪੈ ਵੀ ਰਿਹਾ, ਤੇ ਆਸ ਇਹ ਕੀਤੀ ਜਾਂਦੀ ਵੀ ਸ਼ਾਇਦ ਚੰਦ ਦਿਨਾਂ ਤੱਕ ਉਹ ਵੀ ਖੋਲ੍ਹ ਦੇਣ। ਤੇ ਫਿਰ ਉਹ ਬੱਚੇ ਬਹੁਤ ਤੰਗ ਨੇ, ਉਹ ਕਹਿੰਦੇ ਉਹ ਟਾਈ ਵਾਲੇ ਅੰਕਲ ਨੇ ਬਾਰ-ਬਾਰ ਬੋਲਾ ਉਹ ਸਕੂਲ ਖੋਲ੍ਹਣੇ ਦੀ ਬਾਤ ਕਰ ਰਹੇ ਨੇ। ਹੁਣ ਕੀ ਦੇਖੋ, ਉੱਥੇ ਭੋਜਨ ਪਦਾਰਥ ਮਿਲਦੇ ਆ, ਮਾਸਟਰ ਕੁੱਟ ਕਿਸੇ ਨੂੰ ਸਕਦੇ ਨਹੀਂ, ਹੁਣ ਤਾਂ ਨਿਆਣੇ ਖੇਡ ਖੂਡ ਕੇ ਆਉਣਗੇ ਜੀ। ਨਹੀਂ, ਵੈਸੇ ਵੀ ਖੇਡਣੇ, ਕਿਉਂਕਿ ਮਾਸਟਰਾਂ ਦੀ ਡਿਊਟੀ ਲੱਗ ਜਾਣੀ। ਚਲੋ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਇੱਕੋ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਅੱਗੇ ਸ਼ੇਅਰ ਵਾਲਾ ਨੱਪ ਦਿਆ ਕਰੋ, ਤੇ ਦੇਖਦੇ ਰਿਹਾ ਕਰੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।